ਅੱਜ ਆਪਾਂ ਪੰਜ ਸੌ 5 to 1 ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੋਂ ਸ਼ੁਰੂ ਕਰ ਰਹੇ ਗਿਆਨ। ਗੌੜੀ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੀ ਵਾਰ ਜਿਹੜੀ ਹੈਗੀ ਆ ਉਹਦੀ 12ਵੀਂ ਪੌੜੀ ਆਪਾਂ ਲੈ ਰਹੇ ਹਾਂ। ਔਰ ਐਸੀ ਵਾਰ ਹੈ ਕਿ ਇਹਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਸ਼ਲੋਕ ਹੈਗੇ ਆ ਤਕਰੀਬਨ ਹਾਲੇ ਤੱਕ ਤਾਂ। ਸ਼ਲੋਕ ਮਹੱਲਾ ਪੰਜਵਾਂ। ਕੜਛੀਆਂ ਫਿਰਨ ਸੁਆਵ ਨ ਜਾਣਨ ਸੁੰਝੀਆਂ, ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਇਹ ਜੋ ਆਪਾਂ ਜੋ ਵੀ ਆਪਾਂ ਜਿਹੜੇ ਹੈਗੇ ਨਾ ਧਰਮ ਦੇ ਰਸਤੇ ਦੇ ਉੱਤੇ ਜੋ ਕੁਛ ਵੀ ਕਰਦੇ ਆ ਬਗੈਰ ਪਰਮਾਤਮਾ ਦੇ ਨਾਲ, ਬਗੈਰ ਆਤਮਾ ਦੇ ਨਾਲ, ਬਗੈਰ ਸੱਚ ਦੇ ਨਾਲ ਪਿਆਰ ਪਾਏ, ਬਗੈਰ ਸੱਚ ਦੇ ਨਾਲ ਜੁੜੇ, ਉਹ ਸਾਰਾ ਐਵੇਂ ਹੈ ਜਿਵੇਂ ਕਿ ਸਮਝ ਲਓ ਵੀ ਆਪਾਂ ਕੜਛੀ ਵਾਂਗੂ ਫਿਰ ਰਹੇ ਹਾਂ ਦਾਲ ਸਬਜ਼ੀ ਦੇ ਵਿੱਚ, ਤੇ ਕੜਛੀ ਜਿਹੜੀ ਹੈਗੀ ਆ ਕੜਛੀ ਦੇ ਮੂੰਹ ਹੈ ਨੀਗਾ, ਸਵਾਦ ਨਹੀਂ ਲੈ ਸਕਦੀ। ਇਹ ਸਾਰਾ ਜੋ ਵੀ ਆਪਾਂ ਗਿਆਨ ਲੈਂਦੇ ਹਾਂ ਜਾਂ ਜੋ ਕੁਛ ਵੀ ਕਰਦੇ ਹਾਂ, ਜੇ ਪਿਆਰ ਨਹੀਂ ਮਾਲਕ ਪਰਮਾਤਮਾ ਦੇ ਨਾਲ, ਜੇ ਆਤਮਾ ਦੇ ਨਾਲ ਪਿਆਰ ਨਹੀਂ ਹੈਗਾ, ਸੱਚ ਦੇ ਨਾਲ ਪਿਆਰ ਨਹੀਂ ਹੈ, ਸੱਚ ਨੂੰ ਧਾਰਨ ਨਹੀਂ ਕਰ ਰਹੇ ਆਪਾਂ, ਤੇ ਐਵੇਂ ਹੈਗਾ ਜਿਵੇਂ ਕਿ ਆਪਾਂ ਕੜਛੀ ਹੈਗੇ ਆ, ਦਾਲ ਸਬਜ਼ੀ ਦੇ ਵਿੱਚ ਫਿਰ ਸਕਦੀ ਆ, ਸਵਾਦ ਨਹੀਂ ਲੈ ਸਕਦੀ ਕਿਉਂਕਿ ਉਹਦੇ ਕੋਲ ਕੜਛੀ ਦੇ ਕੋਲ ਮੂੰਹ ਨਹੀਂ ਹੈਗਾ, ਸਵਾਦ ਲੈਣ ਦਾ ਮੂੰਹ ਨਹੀਂ ਹੈਗਾ ਉਹਦੇ ਕੋਲ। ਸਾਧ ਸੰਗਤ ਜੀ ਬਹੁਤ ਜ਼ਿਆਦਾ ਜਿਹੜਾ ਹੈ ਗੰਭੀਰ ਮਸਲਾ ਹੈਗਾ। ਆਪਾਂ ਕੜਛੀ ਨਾ ਬਣੀਏ, ਖਾਲੀ ਜਿਹੜੇ ਹੈਗੇ ਆਪਾਂ ਕਰਮ ਕਾਂਡ ਨਾ ਕਰੀਏ, ਪਿਆਰ ਪਾਈਏ ਸੱਚ ਦੇ ਨਾਲ, ਸੱਚ ਦੇ ਧਾਰਨੀ ਹੋਈਏ, ਖਾਲੀ ਦਿਖਾਵਾ ਨਾ ਰਹਿ ਜਾਏ, ਕੜਛੀ ਨਾ ਹੋ ਕੇ ਰਹਿ ਜਾਈਏ ਆਪਾਂ। ਸ਼ਲੋਕ ਮਹਲਾ ਪੰਜਵਾਂ। ਕੜਛੀਆਂ ਫਿਰਨ ਸੁਆਵ ਨਾ ਜਾਣਨ ਸੁੰਝੀਆਂ, ਕਹਿੰਦੇ ਸੁੰਝੀਆਂ ਹੈਗੀਆਂ, ਪਿਆਰ ਹੈ ਹੀ ਨਹੀਂ ਆ ਧਰਮ ਦੇ ਰਸਤੇ ਦੇ ਉੱਤੇ। ਮੈਜੋਰਟੀ ਦੇਖ ਲਓ ਕੜਛੀਆਂ ਵਾਂਗੂ ਜਿਹੜੀ ਹੈਗੀ ਆ, ਮੂੰਹ ਦੇ ਵਿੱਚ ਹੀ ਇਕੱਲਾ ਜਿਹੜਾ ਹੈਗਾ ਬਸ ਗਿਆਨ ਚਰਚਾ, ਗਿਆਨ ਜਿਹੜਾ ਹੈਗਾ ਲੈ ਲਿਆ, ਉਹ ਗਿਆਨ ਜਿਹੜਾ ਹੈਗਾ ਸਿਰਫ ਜਿਹੜਾ ਹੈਗਾ ਗਿਆਨ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਬਸ ਗਿਆਨ ਆ ਗਿਆ ਪਰ ਉਹਨੂੰ ਕਮਾਇਆ ਹੈ ਹੀ ਨਹੀਂ, ਉਹਦੇ ਨਾਲ ਜਿਹੜਾ ਹੈਗਾ ਪਿਆਰ ਪਿਆ ਹੀ ਨਹੀਂ ਗਿਆਨ ਦੇ ਨਾਲ। ਗਿਆਨ ਨੂੰ ਜਿਹੜਾ ਹੈਗਾ ਆਪਣੇ ਹਿਰਦੇ ਤਲ ਤੱਕ ਲੈ ਕੇ ਹੀ ਨਹੀਂ ਗਏ ਆਪਾਂ, ਖਾਲੀ ਦਿਮਾਗ ਤੱਕ ਹੀ ਰੱਖਿਆ ਉਹਨੂੰ। ਕੋਈ ਵੀ ਚੀਜ਼ ਹਿਰਦੇ 'ਚ ਜਾਏਗੀ। ਹਿਰਦਾ ਕੀ ਚੀਜ਼ ਹੈ? ਹਿਰਦਾ ਹੈਗਾ ਜਿੱਥੇ ਜੋ ਆਪਾਂ ਜੋ ਵੀ ਆਪਾਂ ਕੰਮ ਕਰਦੇ ਹਾਂ, ਜੋ ਆਪਣਾ ਮਨ ਮੰਨ ਲੈਂਦਾ ਹੈ ਕੰਮ ਕਰਨਾ, ਉਹ ਹਿਰਦੇ 'ਚ ਚਲੀ ਗਈ ਚੀਜ਼। ਦਿਲੋਂ ਜਿਸ ਚੀਜ਼ ਨੂੰ ਆਪਣਾ ਮਨ ਮੰਨ ਲੈਂਦਾ ਹੈ ਉਹ ਹਿਰਦੇ 'ਚ ਚਲੀ ਗਈ। ਜੋ ਆਪਣਾ ਸ਼ੌਕ ਬਣ ਜਾਂਦਾ ਹੈ ਉਹ ਹਿਰਦੇ 'ਚ ਚਲਾ ਗਿਆ, ਹਿਰਦੇ 'ਚ ਚਲਾ ਗਿਆ ਉਹ ਐਕਸ਼ਨ। ਉਹ ਹੈ ਪਿਆਰ। ਸ਼ੌਕ ਹੋ ਗਿਆ, ਪਿਆਰ ਹੋ ਗਿਆ। ਕੜਛੀਆਂ ਫਿਰਨ ਸੁਆਵ ਨਾ ਜਾਣਨ ਸੁੰਝੀਆਂ, ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਕਹਿੰਦੇ ਉਹ ਹੈਗੇ, ਉਹਨਾਂ ਦੇ ਮੁਖ ਹੈਗੇ ਭਾਈ, ਉਹਨਾਂ ਦੇ ਮੁਖ ਹੈਗੇ
ਜਿਹੜੇ ਕਿ ਮਾਲਕ ਪਰਮਾਤਮਾ ਦੇ ਪ੍ਰੇਮ, ਜਿਨ੍ਹਾਂ ਨੂੰ ਆਤਮਾ ਦੇ ਨਾਲ, ਮਾਲਕ ਦੇ ਨਾਲ, ਸੱਚ ਦੇ ਨਾਲ ਜਿਨ੍ਹਾਂ ਨੂੰ ਪ੍ਰੇਮ ਹੈਗਾ, ਉਹਨਾਂ ਦੇ ਮੁੱਖ ਹੈਗੇ ਭਾਈ, ਉਹ ਸਵਾਦ ਲੈ ਸਕਦੇ ਆ। ਉਹਨਾਂ ਨੂੰ ਸਵਾਦ ਆਉਂਦਾ ਹੈ, ਪ੍ਰੇਮ ਦਾ ਰਸ ਆਉਂਦਾ ਹੈ ਉਹਨਾਂ ਨੂੰ, ਪ੍ਰੇਮ ਰਸੇ ਉਹਨਾਂ ਦੇ ਮੁੱਖ ਹੈਗੇ, ਉਹ ਸਵਾਦ ਲੈਣਗੇ। ਨਾਮ ਦਾ ਸਵਾਦ, ਅੰਮ੍ਰਿਤ ਦਾ ਸਵਾਦ, ਭਗਤੀ ਦਾ ਸਵਾਦ, ਸੱਚ ਦਾ ਸਵਾਦ। ਨਹੀਂ ਤਾਂ ਖਾਲੀ ਜਿਹੜੇ ਹੈਗੇ ਇਹ ਗਿਆਨ ਤੱਕ ਹੀ ਰਹਿ ਜਾਏਗਾ ਭਾਈ। ਹਾਂਜੀ ਸੁਖਿੰਦਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਉਹ ਕਹਿੰਦੇ ਵੀ ਜਿੰਨਾ ਵੀ ਕਰਮ ਕਾਂਡ ਕਰੀ ਜਾ ਰਹੇ ਆ ਨਾ ਅਸੀਂ, ਉਹ ਖਾਲੀ ਜਿਵੇਂ ਪੜ੍ਹਨਾ, ਵਾਦ ਵਿਵਾਦ ਕਰੀ ਜਾਣੇ, ਜਾਂ ਉਹ ਆਪਣੇ ਦੱਸੀ ਜਾਣਾ ਜੀ ਹਾਂਜੀ ਮੈਨੂੰ ਆਹ ਪਤਾ, ਮੈਨੂੰ ਉਹ ਪਤਾ। ਉਹ ਕਹਿੰਦੇ ਉਹ ਇਸ ਤਰ੍ਹਾਂ ਹੈ ਕਿ ਵੀ ਜਿੰਨਾ ਜੋ ਵੀ ਅਸੀਂ ਬੋਲ ਰਹੇ ਹਾਂ, ਕਿਉਂਕਿ ਜੋ ਬੋਲਦੇ ਆ ਉਹ ਵੀ ਵਿਚਾਰ ਤੋਂ ਹੀ ਆਉਂਦਾ, ਹਿਰਦੇ ਚੋਂ ਤਾਂ ਉਤਰਿਆ ਨਹੀਂ ਕੁਛ, ਬਲਕਿ ਤਾਂ ਹਿਰਦੇ ਤੋਂ ਵੀ ਥੱਲੇ ਉਤਰਨਾ ਪੈਣਾ, ਅੰਦਰ ਜਾਣਾ ਪੈਣਾ, ਆਪਣੇ ਵੜਨਾ ਪੈਣਾ। ਤੇ ਉਹ ਕਹਿੰਦੇ ਉਹ ਏਦਾਂ ਹੈ ਜਿੱਦਾਂ ਕੜਛੀ ਘੁੰਮ ਰਹੀ ਆ ਉਹਦੇ ਚ, ਤੜਕੇ ਚ, ਬਸ ਸਵਾਦ, ਉਹਨੂੰ ਸਵਾਦ ਥੋੜੀ ਹੈ, ਉਹ ਖਾਲੀ ਸੁਣਨੀ ਹੈ। ਉਹ ਸਾਡੀ ਹਾਲਤ ਹੈ ਕਰਮ ਕਾਂਡਾਂ ਦੇ ਵਿੱਚ। ਉਹ ਕਹਿੰਦੇ ਉਹ ਜਿਹੜੇ ਮੁੱਖ ਸੋਹਣੇ ਉਹ ਹੀ ਦੱਸਣੇ ਹੈ ਜਿਨ੍ਹਾਂ ਨੇ ਉਹਦਾ ਸਵਾਦ ਜਾਣ ਲਿਆ। ਉਹ ਪ੍ਰੇਮ ਚ, ਉਹ ਸਵਾਦ ਕਿਵੇਂ ਕੌਣ ਜਾਣੂਗਾ? ਜਿਹੜਾ ਪ੍ਰੇਮ ਚ ਰਤਿਆ ਗਿਆ, ਕਿਉਂਕਿ ਪ੍ਰੇਮ ਦੀ ਵੀ ਖੇਡ ਹੈ, ਇਹੀ ਕਲਾ ਹੈ ਇੱਕ ਬਸ, ਕਿ ਉਹਨੂੰ ਪ੍ਰੇਮ ਹਿਰਦੇ ਦੇ ਵਿੱਚ ਉਤਾਰੀਏ, ਨਿਰਵਿਚਾਰ ਹੋ ਕੇ ਉਹਦੇ ਅੰਦਰ ਵੜੀਏ, ਆਪਣੇ ਅੰਦਰ ਵੜੀਏ। ਉਹ ਅੰਦਰੋਂ ਹੀ ਮਿਲਣਾ ਹੈ, ਉਹ ਅੰਦਰ ਹੀ ਸਾਰਾ ਅੰਦਰ ਹੀ ਸਾਰਾ ਚਾਨਣ ਹੈ। ਬਾਹਰ ਬੈਠੇ ਰਹੋ ਹਨੇਰਾ ਕਰਕੇ ਜਿੰਨਾ ਚਿਰ ਮਰਜੀ, ਸਦੀਆਂ ਬੈਠੇ ਰਹੋ, ਕੁਛ ਨਹੀਂ ਮਿਲਣਾ। ਬਸ ਚਿੰਗਾਰੀ ਇੱਕ ਜਗਾਓ ਤੇ ਉਹ ਚਾਨਣ ਹੋ ਗਿਆ, ਬਸ ਉਹ ਨਿਰਵਿਚਾਰ ਹੋ ਗਏ। ਉਹ ਇਹੀ ਦੱਸ ਰਹੇ ਨੇ। ਫਿਰ ਤਾਂ ਮੁਸਕਰਾ ਹੀ ਸਕਦੇ ਆ, ਉਹਦਾ ਜੋ ਆਨੰਦ ਹੈ। ਉਹੀ ਮੁੱਖ ਜਿਹੜੇ ਫਿਰ ਉਜਲੇ ਨੇ ਜੀ, ਉਹ ਕਹਿ ਰਹੇ ਨੇ ਉਹਨਾਂ ਦੇ ਹੀ ਮੁੱਖ ਹੈਗੇ ਆ, ਬਾਕੀਆਂ ਦੇ ਤਾਂ ਮੂੰਹ ਹੀ ਹੈ ਨਹੀਂਗੇ, ਸਵਾਦ ਲੈ ਹੀ ਨਹੀਂ ਸਕਦੇ। ਬਿਲਕੁਲ। ਹੁਣ ਜਿਹੜਾ ਹੈਗਾ ਕਿਉਂ ਨਹੀਂ ਸਵਾਦ ਲੈ ਸਕਦੇ? ਪ੍ਰੋਬਲਮ ਕੀ ਹੈਗੀ? ਪ੍ਰੋਬਲਮ ਹੈ ਕਿ ਜੋ ਮਾਲਕ ਨੇ ਮਾਇਆ ਜਿਹੜੀ ਹੈ, ਜੋ ਪਦਾਰਥ ਜਿਹੜੇ ਜਿਨ੍ਹਾਂ ਦੇ ਵਿੱਚ ਸਵਾਦ ਨਹੀਂ ਹੈਗਾ, ਸਵਾਦ ਨਹੀਂ, ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਰਸ ਨਹੀਂ ਹੈਗਾ, ਜਿਨ੍ਹਾਂ ਦੇ ਵਿੱਚ ਰੱਜ ਨਹੀਂ ਹੈਗਾ, ਉਹ ਜਿਹੜੇ ਹੈਗੇ ਉਹ ਮਾਇਆ, ਫੋਕਾ ਜਿਹੜਾ ਧੋਖਾ, ਉਹਦੇ ਵਿੱਚ ਆਪਾਂ ਰੱਤੇ ਹੋਏ ਹਾਂ ਪੂਰੀ ਤਰ੍ਹਾਂ। ਉਹ ਹੈਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਦੀ ਵਜ੍ਹਾ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਇਹਨਾਂ ਦਾ ਸਵਾਦ, ਜਿਹੜੇ ਇਕੱਲਾ ਇਹਨਾਂ ਦਾ ਸਵਾਦ ਲੈਂਦੇ ਹਾਂ, ਔਰ ਉਹ ਅੰਮ੍ਰਿਤ ਦਾ, ਉਹ ਪ੍ਰੇਮ ਦਾ ਸਵਾਦ ਆਪਾਂ ਨੂੰ ਉਹਦਾ ਮੁਖੀ ਹੈ ਨਹੀਂ ਆਪਣੇ ਕੋਲ। ਉਸ ਪਾਸੇ ਨੂੰ ਤਾਂ ਆਪਣਾ ਮੂੰਹ ਹੀ ਨਹੀਂ ਹੈਗਾ। ਮਹੱਲਾ ਪੰਜਵਾਂ। ਖੋਜੀ ਲੱਦਮ ਖੋਜ, ਛੱਡਿਆ ਉਜਾੜ। ਕਹਿੰਦੇ ਮੈਨੂੰ ਪਤਾ ਲੱਗ ਗਿਆ, ਮੈਂ ਇਹਨਾਂ ਦਾ ਖੋਜ ਕਰ ਲਿਆ। ਖੋਜ ਕਹਿੰਦੇ ਇਹਨਾਂ ਦੀ ਪੈੜ ਲੱਭ ਲਈ ਮੈਂ। ਖੋਜ ਮੈਨੂੰ ਜਿਹੜਾ ਕੋਈ ਖੋਜੀ ਲੱਭ ਗਿਆ, ਮੈਨੂੰ ਬ੍ਰਹਮ ਗਿਆਨੀ, ਮੇਰਾ ਗੁਰੂ, ਮੇਰੇ ਮਹਾਂਪੁਰਖ ਜਿਹੜੇ ਹੈਗੇ, ਮੈਨੂੰ ਗੁਰੂ ਦੀ ਮੱਤ ਮਿਲ ਗਈ, ਗੁਰਮੱਤ ਮਿਲ ਗਈ ਮੈਨੂੰ। ਉਹ ਖੋਜੀ ਮਿਲ ਗਿਆ ਮੈਨੂੰ, ਜਿਹਨੇ ਦੱਸਿਆ ਭਾਈ ਆਇਆ ਇਹਨਾਂ ਦੀ ਪੈੜ, ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੇ ਤੇਰੀ ਖੇਤੀ ਉਜਾੜਤੀ ਸਾਰੀ ਦੀ ਸਾਰੀ। ਖੋਜੀ ਲੱਦਮ ਖੋਜ, ਉਹਨਾਂ ਦੀ ਖੋਜ, ਉਹਨਾਂ ਦੀ ਜਿਹੜੀ ਹੈਗੀ ਆ, ਮੈਨੂੰ ਪਤਾ ਲੱਗ ਗਿਆ ਵੀ ਇੱਧਰ ਦੀ ਆਉਂਦੇ ਆ ਉਹ, ਇਹ ਗਿਆਨ ਇੰਦਰੀਆਂ ਦੇ ਥਰੂ ਆਉਂਦੇ ਆ ਉਹ। ਖੋਜੀ ਲੱਦਮ ਖੋਜ, ਛੱਡਿਆ ਉਜਾੜ। ਇਹਨਾਂ ਨੇ ਪੂਰੀ ਦੀ ਪੂਰੀ ਖੇਤੀ ਜਿਹੜੀ ਹੈਗੀ, ਜਿੱਥੇ ਨਾਮ ਬੀਜਣਾ ਸੀ, ਪ੍ਰੇਮ ਆਉਣਾ ਸੀ, ਮਾਲਕ ਦੇ ਨਾਲ ਪ੍ਰੇਮ ਪੈਦਾ ਹੋਣਾ ਸੀ, ਇਹ ਪ੍ਰੇਮ ਦੀ ਖੇਤੀ ਹੋਣੀ ਸੀ, ਉਹਨਾਂ ਨੇ ਉਜਾੜ ਦਿੱਤੀ। ਪਤਾ ਲੱਗ ਗਿਆ ਹੁਣ ਮੈਨੂੰ। ਫਿਰ ਕੀ ਕੀਤਾ? ਤੈਂ ਸ਼ਹਿਦ ਦਿੱਤੀ ਵਾੜ। ਮਾਲਕ ਨੇ ਮਿਲਾਇਆ ਖੋਜੀ ਨੂੰ ਮੈਨੂੰ। ਮਾਲਕ ਨੇ ਜਿਹੜਾ ਹੈਗਾ ਇਹ ਬ੍ਰਹਮ ਗਿਆਨ ਦਿੱਤਾ। ਤੈਂ ਸ਼ਹਿਦ ਦਿੱਤੀ ਵਾੜ, ਬਈ ਆ ਇੱਥੇ ਲਾ ਤਾਰ, ਇੱਧਰ ਦੀ ਆਉਂਦੇ ਹਿਰਨ, ਇਹ ਜਿਹੜੇ ਹੈਗੇ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਾਲੇ, ਇਹ ਗਿਆਨ ਇੰਦਰੀਆਂ ਦੇ ਥਰੂ ਉਜਾੜ ਤਾਂ ਖੇਤੀ ਉਜਾੜ ਦਿੰਦੇ ਆ।
ਉਜਾੜਾ ਕਰ ਦਿੰਦੇ ਆ। ਜੱਟ ਨੂੰ ਪੁੱਛ ਜਾ ਕੇ ਕਿ ਉਜਾੜਾ ਕਿਵੇਂ ਹੁੰਦਾ, ਉਹ ਤਾਂ ਕੱਖ ਵੀ ਨਹੀਂ ਰਹਿੰਦਾ ਉੱਥੇ। ਤੈਂ ਸ਼ਹਿ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ। ਹੁਣ ਮੇਰਾ ਜਿਹੜਾ ਹੈਗਾ ਖੇਤ ਜਿਹੜਾ ਹੈਗਾ ਨਹੀਂ ਇਹ ਲੋਕ ਮੇਰੇ ਖੇਤ ਨੂੰ ਉਜਾੜ ਸਕਦੇ ਪਾਏ, ਹੁਣ ਨਹੀਂ ਉਜਾੜ ਸਕਦੇ ਪਾਏ। ਜਦ ਜਿੰਨਾ ਉਜਾੜ ਲਿਆ, ਹੁਣ ਗਾਹਾਂ ਮੈਂ ਵਾੜ ਕਰ ਦਿੱਤੀ ਆ ਚੰਗੇ ਤਰ੍ਹਾਂ, ਜਿਹੜੇ ਆ ਪੱਕੀ ਤਾਰ ਲਾਤੀ ਹੁਣ ਮੈਂ। ਤੈਂ ਸ਼ਹਿ ਦਿੱਤੀ ਵਾੜ, ਗੁਰੂ ਦੇ ਥਰੂ, ਬ੍ਰਹਮ ਗਿਆਨੀਆਂ ਦੇ ਥਰੂ ਵਾੜ ਦੇ ਦਿੱਤੀ ਪਾਏ। ਆ ਧਿਆਨ ਸਿਮਰਨ ਕਰ, ਵਿਚਾਰ ਬੰਦ ਕਰ ਆਪਣੇ, ਆਹੀ ਵਾੜ ਹੈਗੀ ਆ ਗਿਆਨ ਲੈ ਪਿਆਰ ਦੇ ਨਾਲ। ਹਾਂਜੀ ਸੁਖਵਿੰਦਰ ਜੀ। ਹਾਂਜੀ ਹਾਂਜੀ ਬਿਲਕੁਲ ਜੀ, ਗੁਰਬਾਣੀ ਚ ਆਉਂਦਾ ਨੇ ਜੀ, ਹਾਂਜੀ ਦੁੱਖੇ ਨਾ ਭਾਈ। ਹਾਂ ਉਹੀ ਮੈਂ ਉੱਥੇ ਆ ਰਿਹਾ ਸੀ ਜੀ। ਕਹਿੰਦੇ ਤਾਤੀ ਵਾਹ ਨਾ ਲੱਗੇਗੀ ਬਾਰ ਬਾਰ ਸਰਨਾਈ, ਜਾ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਕੂੜਾ ਭੇਟਿਆ ਜਿਨ ਬੰਟ ਬਣਾਈ, ਰਾਮ ਨਾਮ ਔਖਦ ਦਿਆ ਏਕਾ ਲਿਵਲਾਈ। ਰਾਖ ਲੀਏ ਤਿਨ ਰੱਖਣ ਹਾਰ ਸਭ ਯਾਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਐਸਾਈ। ਉਹ ਕਹਿੰਦੇ ਵੀ ਐਸੇ ਖੋਜੀ, ਐਸੇ ਬ੍ਰਹਮ ਗਿਆਨੀ, ਐਸੇ ਗੁਰੂ ਮਿਲ ਗਏ ਮੈਨੂੰ, ਜਿਨ੍ਹਾਂ ਨੇ ਮੈਨੂੰ ਉਹਦੀ ਖੁਰਾ ਖੋਜ, ਉਹ ਕਹਿੰਦੇ ਤਹਿ ਤੱਕ ਪਹੁੰਚਾਤਾ। ਬਿਲਕੁਲ ਉਹਨਾਂ ਨੇ ਮੇਰੇ ਐਸੀ ਵਾੜ ਕਰਤੀ ਆਸੇ ਦੋ ਪਾਸੇ ਮੇਰੇ, ਤੇ ਮੈਂ ਜਿਹਨੇ ਜਨਮ ਮਰਨ ਦੇ ਦੁੱਖ ਚੋਂ ਮੈਂ ਤਾਂ ਨਿਕਲ ਗਿਆ। ਇਹ ਐਸਾ ਖੇਲ ਕਲਾ ਵਰਤ ਗਈ। ਉਹ ਇਹੀ ਗੱਲ ਇਸੇ ਸ਼ਬਦ ਦੇ ਦੁਆਰਾ ਉਹ ਇਸ ਤਰ੍ਹਾਂ ਦੀ ਗੱਲ ਹੀ ਕਰਦੇ ਸੀ। ਬਿਲਕੁਲ। ਹੁਣ ਜਿਹੜਾ ਵਾੜ ਕਿਵੇਂ ਕਰਨੀ ਆ, ਕੀ ਕਰਨਾ ਹੈ, ਅੱਗੇ ਪੌੜੀ ਦੱਸੂਗੀ ਭਾਈ। ਦੇਖ ਲਓ ਦੋ ਸ਼ਲੋਕ ਕਿੰਨੇ ਕਮਾਲ ਦੇ ਹੈਗੇ। ਗਿਆਨ ਦੇਖੋ ਕੈਸਾ ਗਿਆਨ ਹੈ। ਉੱਪਰ ਵੀ ਜੀ ਜਿਹੜੀ ਉੱਪਰਲੀ ਤੁਕ ਹੈਗੀ ਆ, ਹਾਂਜੀ ਹਾਂਜੀ, ਖੋਜੀ ਲੱਦਮ ਖੋਜ ਛੱਡੀਆਂ ਉਜਾੜ। ਜਿਵੇਂ ਕਿਸਾਨ ਦੀ ਪੈਲੀ ਆ, ਅਗਰ ਜਾਨਵਰ ਜਿਹੜੇ ਚਰਦੇ ਆ ਜੀ ਉਹਨੂੰ ਬਚਾਉਣਾ ਹੋਵੇ ਤਾਂ ਕਿਸਾਨ ਨੂੰ ਮਤਲਬ ਜਾਗਣਾ ਪੈਂਦਾ ਜੀ। ਜਾਗ ਕੇ ਰਾਖੀ ਕਰਨੀ ਪੈਂਦੀ ਹੈ ਜੀ। ਔਰ ਫਿਰ ਉਹ ਜਾਣਦਾ ਜੀ ਕਿਹੜਾ ਕਦੋਂ ਆਂਦਾ ਹੈਗਾ, ਕਿਹੜਾ ਜਾਨਵਰ ਕਿੱਧਰ ਦੀ ਆਉਂਦਾ, ਫਿਰ ਉਹ ਉਧਰ ਵਾੜ ਕਰ ਦਿੰਦਾ ਜੀ। ਕਿਹੜਾ ਜਾਨਵਰ ਕਿੱਧਰ ਦੀ ਆਉਂਦਾ ਹੈ। ਹਾਂਜੀ ਹਾਂਜੀ, ਇਸੇ ਤਰ੍ਹਾਂ ਹੀ ਮਤਲਬ ਕਿ ਇਹ ਵਿਅਕਤੀ ਜਿਹੜਾ ਹੈ ਜੀ, ਇਹਦੇ ਕਾਮ ਕ੍ਰੋਧ ਇਹਨੂੰ ਜਦੋਂ ਮਤਲਬ ਇਹਦਾ ਨਾਮ ਲੁੱਟ ਕੇ ਲੈ ਜਾਂਦੇ ਆ ਜੀ, ਉਹ ਸੁੱਤਾ ਪਿਆ ਹੁੰਦਾ ਜੀ। ਇਹਦੇ ਵਿੱਚ ਕਹਿੰਦੇ ਆ ਕਿ ਜਿਹੜਾ ਸੁੱਤੇ ਪਏ ਤੇ ਤੇਰੇ ਸਾਰਾ ਹੁੰਦਾ ਵੀ ਤੈਨੂੰ ਜਾਗਣਾ ਪਊ, ਜਾਗਰਣ ਤੇ ਤੈਨੂੰ ਅਵੇਅਰਨੈਸ, ਵਿਵੇਕ, ਇਹਦੇ ਨਾਲ ਤੈਨੂੰ ਇਹ ਦੇਖਣਾ ਪਊਗਾ। ਕਿਉਂਕਿ ਜਦੋਂ ਵੀ ਇਹ ਕਾਮ ਕ੍ਰੋਧ ਆਉਂਦੇ ਆ ਜੀ, ਪਹਿਲਾਂ ਇਹਦੇ ਵਿਚਾਰ ਆਉਂਦੇ ਆ ਜੀ। ਅਗਰ ਤੂੰ ਜਾਗਦਾ ਹੋਵੇਗਾ ਤੇ ਇਹ ਤੈਨੂੰ ਪਤਾ ਲੱਗ ਜੂ ਕਿ ਹਾਂ ਵਿਚਾਰ ਆ ਰਿਹਾ ਵੀ ਹੁਣ ਅਟੈਕ ਹੋਣ ਵਾਲਾ ਗਾ ਜੀ। ਤੇ ਫੇਰ ਤੁਸੀਂ ਮਤਲਬ ਆਪਣੇ ਅਵੇਅਰਨੈਸ ਦੇ ਨਾਲ, ਧਿਆਨ ਵੀ ਉਹੀ ਚੀਜ਼ ਆ ਜੀ, ਉਹਦੇ ਨਾਲ ਤੁਸੀਂ ਜਿਹੜਾ ਉਜਾੜਾ ਤੁਹਾਡਾ ਕਰਦੇ ਆ ਜੀ, ਨਾਮ ਦਾ ਉਜਾੜਾ, ਉਹ ਤੁਸੀਂ ਮਤਲਬ ਬਚਾ ਸਕਦੇ ਹੋ। ਮਤਲਬ ਇਹੀ ਖੋਜੀ ਆ ਕਿ ਮਤਲਬ ਉਹ ਜਾਗਰਤ ਅਵਸਥਾ ਵਿੱਚ ਹੀ ਤੁਸੀਂ ਉਹ ਸਾਰਾ ਕੁਛ ਉਸ ਨੂੰ ਖੋਜ ਲੱਭ ਸਕਦੇ ਹੋ ਜੀ। ਬਿਲਕੁਲ। ਜਾਗਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰੇ। ਹਾਂਜੀ ਹਾਂਜੀ ਹਾਂਜੀ, ਤੇ ਸਾਡਾ ਨੁਕਸਾਨ ਉਹੀ ਹੁੰਦਾ ਜੀ, ਮਨ ਸੋਇਆ ਮਾਇਆ ਬਸਮਾਦ। ਬਿਲਕੁਲ, ਅਗਰ ਮਨ ਨਾ ਸੋਏ ਤੇ ਉਹ ਮਾਇਆ ਅਟੈਕ ਨਹੀਂ ਕਰ ਸਕਦੀ ਜੀ। ਬਿਲਕੁਲ, ਜਿਵੇਂ ਆਪਾਂ ਮਤਲਬ ਬਾਕੀ ਕੰਮ ਕਰਦੇ ਵੀ ਧਿਆਨ ਰੱਖਦੇ ਆ ਜੀ। ਔਰ ਸੋਨੇ ਆਪਾਂ ਜਿਹੜੇ ਹੈਗੇ ਨਾ ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ ਸੋ ਜਾਂਦੇ ਆ ਬਸ 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 ਬਸ, ਜਦੋਂ ਨਹੀਂ ਧਿਆਨ ਰੱਖਦੇ ਜੀ, ਅਵੇਅਰ ਨਹੀਂ ਹੁੰਦੇ ਅਸੀਂ। ਬਿਲਕੁਲ ਆਹੀ ਚੀਜ਼ ਹੈਗੀ ਆ। ਤੇ ਹੁਣ ਆ ਗਈ ਪੌੜੀ। ਪੌੜੀ ਆਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸ। ਆ ਵਾੜ ਹੈਗੀ, ਦੇਖ ਲਓ ਭਾਈ। ਜਾਗਦੇ ਰਹੋ, ਪਰਮਾਤਮਾ ਨੂੰ ਯਾਦ ਰੱਖੋ, ਬਸ ਆਰਾਧਨਾ ਕਰੋ ਮਾਲਕ ਦੀ, ਆਤਮਾ ਦੀ। ਆਤਮਾ ਦੇ ਨੇੜੇ ਰਹੋ, ਸੱਚ ਦੇ ਨੇੜੇ ਰਹੋ। ਆਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸ, ਸਾਰਾ ਕੁਛ ਉਹਦੇ ਕੋਲ ਆ। ਕਿਉਂਕਿ ਜਿਹੜਾ ਹੈਗਾ ਇਹ ਜਿਹੜੇ ਇਹ ਖੋਜੀ, ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਉਜਾੜਾ ਕਰਦੇ ਆ, ਇਹਨਾਂ ਦਾ ਵੀ ਤਾਂ ਖਸਮ ਉਹੀ ਆ। ਆਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸ, ਦੋਹਾਂ ਸਿਰਿਆਂ ਖਸਮ ਆਪ ਖਿਨਮੇ ਕਰੇ ਰਾਸ। ਲਓ
ਕਹਿੰਦੇ ਉੱਧਰ ਵੀ ਉਹੀ ਮਾਲਕ ਪਰਮਾਤਮਾ ਹੀ ਹੈ। ਆਹੀ ਤਾਂ ਖੇਡ ਹੈਗੀ ਆ ਭਾਈ। ਬਸ ਉੱਧਰੋਂ ਉਹ ਮਾਲਕ ਪਰਮਾਤਮਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਹੱਲਾ ਸ਼ੇਰੀ ਦਿੰਦਾ ਹੈ, ਇੱਧਰੋਂ ਜਿਹੜਾ ਹੈਗਾ ਭਗਤਾਂ ਨੂੰ ਜਿਹੜਾ ਹੈਗਾ ਇਹ ਬ੍ਰਹਮ ਗਿਆਨ ਦੇ ਥਰੂ ਇਹਨਾਂ ਨੂੰ ਜਿਹੜਾ ਤਾਕਤ ਦਿੰਦਾ ਹੈ। ਆਹੀ ਤਾਂ ਮੈਚ ਦੇਖਦਾ ਹੈ ਮਾਲਕ ਪਰਮਾਤਮਾ। ਆਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸ, ਦੋਹਾਂ ਸਿਰਿਆਂ ਖਸਮ ਆਪ ਖਿੰਮੈ ਕਰੇ ਰਾਸ। ਖਿੰਨ ਦੇ ਵਿੱਚ ਕਹਿੰਦੇ ਉਹ ਰਾਸ ਕਰ ਦੂਗਾ, ਤੇਰਾ ਕੰਮ ਸਫਲ ਹੋ ਜਾਏ, ਤੇਰਾ ਕੰਮ ਸਹੀ ਹੋ ਜਾਏਗਾ ਭਾਈ। त्यागो सगल उपाओ, त्यागो सगल उपाओ, तिसकी ओट गहो। ਕਹਿੰਦੇ ਸਾਰੇ ਉਪਾਅ ਛੱਡ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਆਸਰਾ ਲੈ ਲਾ ਭਾਈ। ਬਸ ਮਾਲਕ ਦੇ ਅੱਗੇ ਸਰੈਂਡਰ ਕਰ ਜਾ, ਮਾਲਕ ਦੇ ਅੱਗੇ ਸਰੈਂਡਰ ਕਰ। ਤਿਆਗੋ ਸਗਲ ਉਪਾਓ ਤਿਸ ਕੀ ਓਟ ਗਹੋ। ਬਾਣੀ ਦੱਸਦੀ ਹੈ ਕਿਵੇਂ ਲੈਣੀ ਹੈ ਮਾਲਕ ਦੀ ਓਟ। ਪਾਓ ਸਰਣਾਈ ਭੱਜ ਸੁਖੀ ਹੂੰ ਸੁਖ ਲਓ। ਇਮੀਡੀਏਟਲੀ ਮਾਲਕ ਦੀ ਸ਼ਰਨ 'ਚ ਚਲੇ ਜਾ ਪਾਏ, ਬਿਲਕੁਲ ਢਿਲੇ ਨਾ ਕਰ। ਸੁੱਖਾਂ ਤੋਂ ਸੁਖ ਲੈ ਲਾ ਪਾਏ, ਸੁਖੀ ਹੂੰ ਸੁਖ ਲੈ ਲਾ, ਹਮੇਸ਼ਾ ਵਾਸਤੇ ਸੁਖੀ ਹੋ ਜਾ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਬ੍ਰਹਮ ਗਿਆਨੀਆਂ ਦੀ ਗੱਲ ਮੰਨ ਲਾ, ਉਹਨਾਂ ਦੀ ਸੰਗਤ ਕਰ। ਸਾਰੇ ਦੁਨੀਆ ਦੇ ਕਰਮ ਧਰਮ ਤਤ ਗਿਆਨ ਤੈਨੂੰ ਪਤਾ ਲੱਗ ਜਾਏਗਾ ਭਾਈ। ਸਾਰੇ ਕਰਮ ਧਰਮ ਆ ਜਾਣਗੇ ਉਹਦੇ ਵਿੱਚ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਕੀ ਕਰਨਾ ਹੈ? ਜਪੀਏ ਅੰਮ੍ਰਿਤ ਨਾਮ ਬਿਗਨ ਨਾ ਲੱਗੈ ਕੋਏ। ਉਹ ਅੰਮ੍ਰਿਤ ਨਾਮ ਪਦਾਰਥ ਜੋ ਆਪਣੇ ਅੰਦਰ ਪਿਆ ਹੈ, ਰਸ, ਉਹਦੇ ਲਈ ਸਵਾਸ ਦੇ, ਉਹਦਾ ਧਿਆਨ ਕਰ। ਜਪੀਏ ਅੰਮ੍ਰਿਤ ਨਾਮ ਬਿਗਨ ਨਾ ਲੱਗੈ ਕੋਏ। ਜਿਸਨੂੰ ਆਪ ਦਿਆਲ ਤਿਸ ਮਨ ਉੱਠਿਆ। ਬਸ ਇਸ ਤਰ੍ਹਾਂ ਮਾਲਕ ਦਿਆਲ ਹੋ ਜਾਂਦਾ ਹੈ ਔਰ ਮਨ ਦੇ ਵਿੱਚ ਉੱਠ ਜਾਂਦਾ ਹੈ ਉਹ। ਬਸ ਜਿਹਦੇ ਮਨ 'ਚ ਉੱਠ ਗਿਆ, ਪਿਆਰ ਪੈਦਾ ਹੋ ਗਿਆ। ਉੱਠਣਾ ਕੀ ਹੈ? ਪਿਆਰ ਪੈਦਾ ਹੋ ਗਿਆ। ਪਿਆਰ ਪੈਦਾ ਹੋ ਗਿਆ ਤੇ ਫਿਰ ਜਿਹੜਾ ਹੈਗਾ ਉਹ ਧਿਆਨ ਸਿਮਰਨ ਕਰੂਗਾ। ਜਿਸਨੂੰ ਆਪ ਦਿਆਲ ਤਿਸ ਮਨ ਉੱਠਿਆ, ਪਾਈਨ ਸਭ ਨਿਦਾਨ ਸਾਹਿਬ ਤੁਠਿਆ। ਸਾਰੇ ਦੇ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਆ ਭਾਈ। ਉਹ ਮਾਲਕ ਪਰਮਾਤਮਾ ਜਿਸ ਦੇ ਉੱਤੇ ਟੁੱਟ ਜਾਂਦਾ ਹੈ, ਉਹ ਸਾਹਿਬ ਜਿਸ ਦੇ ਉੱਤੇ ਟੁੱਟ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ, ਉਹ ਬਿਲਕੁਲ ਠੀਕ ਕਹਿ ਰਹੇ ਨੇ। ਕਹਿੰਦੇ ਜੀ ਉਹ ਦੋਹਾਂ ਸਿਰਿਆਂ ਦਾ ਖਸਮ ਆਪ ਹੈ। ਉਹ ਕਹਿੰਦੇ ਅਰਾਧੋ, ਪਹਿਲੀ ਤਾਂ ਗੱਲ ਇਹੀ ਕਹਿੰਦੇ ਇਹਦਾ ਹੱਲ ਕੀ ਹੈ, ਇਹਦਾ ਸਲੂਸ਼ਨ ਕੀ ਹੈ? ਬਸ ਸਲੂਸ਼ਨ ਕਹਿੰਦੇ ਅਰਾਧੋ, ਜਪੋ, ਸਿਮਰਨ ਕਰੋ, ਯਾਦ ਕਰੋ ਜਿਹਨੂੰ ਤੁਸੀਂ ਭੁਲਾਈ ਬੈਠੇ ਹੋ। ਬਿਲਕੁਲ। ਕਿਉਂ ਕਰੋ? ਕਿਉਂ ਸਾਰਾ ਕੁਝ ਉਹਦੇ ਕੋਲ ਹੀ ਹੈ, ਉੱਥੋਂ ਹੀ ਆਇਆ ਸਾਰਾ ਕੁਝ। ਫਿਰ ਉਹ ਕਹਿੰਦੇ ਦੋਨੋਂ ਸਿਰਿਆਂ ਦਾ, ਉਹ ਜਿਹੜੇ ਇੱਧਰਲੇ ਸਿਰੇ ਕੀ ਹੈ, ਜਿਹਦੇ ਚ ਸੰਸਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਦੂਜਾ ਸਿਰਾ ਇਹਨਾਂ ਦੇ ਦੇਖੋ ਤੁਸੀਂ, ਕਾਮ ਦਾ ਦੂਜਾ ਸਿਰਾ ਪ੍ਰੇਮ, ਕ੍ਰੋਧ ਦਾ ਦੂਜਾ ਸਿਰਾ ਕਰੁਣਾ, ਲੋਭ ਦਾ ਦੂਜਾ ਸਿਰਾ ਦਾਨ, ਮੋਹ ਦਾ ਏਦਾਂ ਵੀ ਚਿੱਕੜ ਚੋਂ ਏਦਾਂ ਤਰਨਾ ਕਿ ਤੈਰਨਾ ਨਹੀਂ, ਤਿਰਨਾ ਹੈ ਬਸ। ਹੰਕਾਰ ਕਹਿੰਦੇ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਉਹ ਦੂਜਾ ਸਿਰਾ ਆ ਗਿਆ। ਉਹ ਕਹਿੰਦੇ ਉਹ ਆਪ ਹੀ ਖਿੰਨ ਦੇ ਵਿੱਚ ਰਾਸ ਕਰ ਦੇਣਾ ਨੇ। ਬਿਲਕੁਲ। ਕਰਨਾ ਕਦ ਨਾਲ ਹੈ? ਤੇ ਆਰਾਧਨਾ। ਉਹ ਕਿੱਦਾਂ? ਸਾਰੀ ਗੁਰਮੁਖ ਸਾਰੀ ਸੰਗਤ ਦੇ ਵਿੱਚ ਇਹੀ ਗੱਲ ਚੱਲ ਰਹੀ ਹੈ ਕਿ ਆਪਣੇ ਵਿਚਾਰਾਂ ਦੀ ਮੈਲ ਨੂੰ ਤੋਂ ਉੱਪਰ ਉੱਠ ਕੇ ਨਿਰਵਿਚਾਰ ਚ ਬੈਠੋ ਤੇ ਉੱਥੇ ਸਾਰੇ ਤੁਹਾਨੂੰ ਮਿਲਣੇ ਸਾਰੀਆਂ ਖਜ਼ਾਨੇ। ਤੇ ਆ ਜਿਹੜੇ ਹੋਰ ਉਲਟੇ ਪੁਲਟੇ ਹੀਲੇ ਸਭ ਕਹਿੰਦੇ ਛੱਡੋ। ਇੱਕ ਪ੍ਰਮਾਤਮਾ ਦਾ ਕਰਮਕਾਂਡ ਚ ਕਿਉਂ ਫਸਣਾ ਤੁਸੀਂ? ਬਿਲਕੁਲ। ਉਹਦੀ ਸ਼ਰਨ ਚ ਜਾਓ ਜਿੱਥੋਂ ਸੁੱਖ ਹੀ ਸੁੱਖ ਹੈ, ਪਰਮ ਸੁੱਖ ਹੈ, ਆਨੰਦ ਹੈ, ਸੱਚਿਤ ਆਨੰਦ ਹੈ। ਹਾਂ, ਕਹਿੰਦੇ ਤਤ ਗਿਆਨ ਦੇ ਵਿੱਚ ਸਾਰਾ ਕੁਝ ਆ ਜਾਊਗਾ, ਸਾਰਾ ਕੁਝ ਆ ਜਾਂਦਾ ਉਹਦੇ ਵਿੱਚ। ਤੇ ਕਰਮ ਤਾਂ ਸਾਰਾ ਇਹਦੇ ਤਤ ਗਿਆਨ ਦੇ। ਜਦੋਂ ਇਹ ਤਤ ਗਿਆਨ ਆ ਗਿਆ, ਆਤਮਾ ਦਾ ਗਿਆਨ, ਅੰਦਰ ਆਤਮਾ ਪ੍ਰਗਟ ਹੋ ਗਈ, ਆਪ ਅੰਦਰ ਜਦੋਂ ਤੁਸੀਂ ਆਪਣੇ ਆਪ ਨੂੰ ਦੇਖ ਲਿਆ ਤੇ ਉਹ ਕਰਮ ਧਰਮ ਵਿੱਚ ਹੀ ਆ ਗਏ। ਫਿਰ ਕਿਉਂ ਰਹਿ ਗਿਆ? ਹੋਣਾ ਕਿੰਨਾ ਨਾਲ ਹੈ ਉਹ ਸਾਧ ਸੰਗਤ ਦੇ ਵਿੱਚ ਜਿੱਥੇ ਬੈਠੇ ਆਪਾਂ ਰੋਜ਼ ਲੈ ਰਹੇ ਹਾਂ ਤੇ ਉਹਨੂੰ ਕਮਾ ਰਹੇ ਹਾਂ। ਉਹ ਇਹਦੇ ਨਾਲ ਕੀ ਹੁੰਦਾ ਕਿ ਉਹ ਫਿਰ ਉਹ ਜਿਹੜਾ ਇਹਨੂੰ ਜਦੋਂ ਆਪਾਂ ਸਿਮਰਦੇ ਹਾਂ ਅੰਮ੍ਰਿਤ ਨਾਮ ਦੇ ਨਾਲ, ਫਿਰ ਵਿਘਨ ਲੱਗਦਾ ਕੁਝ? ਨਹੀਂ ਲੱਗਦਾ ਕੁਝ। ਉਹ ਕਹਿੰਦੇ ਨਹੀਂ ਲੱਗਣਾ ਵਿਘਨ ਕੋਈ। ਤੇ ਉਹ ਤਾਂ ਤਿਆਰ ਹੀ ਹੈ ਜੀ, ਟੁੱਟਿਆ ਹੀ ਹੋਇਆ ਸਾਰਿਆਂ ਤੇ। ਜਦੋਂ ਅਸੀਂ ਇਹ ਸਾਰੀਆਂ ਕਾਰਵਾਈਆਂ ਕਰਾਂਗੇ ਤਾਂ ਉਹ ਤਾਂ ਟੁੱਟਿਆ ਹੀ ਹੈ ਤੇ ਸਭ ਕੁਝ ਆ ਗਿਆ। ਫਿਰ ਹੁਣ ਕਸਰ ਕੀ ਰਹਿ ਗਈ? ਜਪੀਏ ਅੰਮ੍ਰਿਤ ਨਾਮ ਦਾ ਮਤਲਬ ਆ ਨਾਮ ਧਨ ਇਕੱਠਾ ਕਰਨਾ।
माई मैं तन पायो हर नाम मन मेरो धावन ते छूटियो कर बैठो विश्राम। ਵਿਸਰਾਮ। ਹਾਂ। ਹਾਂਜੀ ਹਾਂਜੀ बिल्कुल ਬਿਲਕੁਲ ਠੀਕ ਹੈ ਜੀ। ਬਸ ਵਿਸਰਾਮ ਨੂੰ ਵਿਸਰਾਮ ਦੇ ਦੁਆਰਾ ਹੀ ਤੁਸੀਂ ਮਿਲ ਸਕਦੇ। बिल्कुल ਉਸੇ ਫ੍ਰੀਕੁਐਂਸੀ ਤੇ ਜਾਣਾ ਪਊਗਾ। ਹਾਂ। ਤੇ ਉਹ ਇਹੀ ਹੱਲ ਹੈ ਇਹਦਾ। ਉਹ ਫ੍ਰੀਕੁਐਂਸੀ ਤੇ ਜਾਣ ਲਈ ਸੁੰਨ ਚ ਵੜਨਾ ਪਊਗਾ। ਸੁੰਨ ਚ ਸੁੰਨ ਹੋ ਕੇ ਜਾਇਆ ਜਾਊਗਾ, ਜ਼ੀਰੋ ਹੋ ਕੇ ਜਾਇਆ ਜਾਣਾ। ਤੇ ਉਹ ਖਾਲੀ ਕਰਾਂਗੇ ਜਗ੍ਹਾ ਤੇ ਸਭ ਕੁਝ ਮਿਲੂਗਾ। ਵਾਹ, ਸਾਹਿਬ ਇਸੇ ਤਰ੍ਹਾਂ ਸਾਹਿਬ ਟੁੱਟ ਜਾਂਦਾ ਹੈ ਭਾਈ ਤੇ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ। ਜੀ ਗਿੱਲ ਸਾਹਿਬ ਕੁਝ ਕਹਿੰਦੇ? ਹਾਂਜੀ ਗਿੱਲ ਸਾਹਿਬ ਕੁਝ ਕਹਿਣਾ ਤੇ? ਹਾਂਜੀ ਵੀਰ ਜੀ, ਪਹਿਲੀਆਂ ਦੋ ਤੁਕਾਂ ਹੈ ਜੀ। ਰਾਧੋ ਸੱਚਾ ਸੋਏ ਸਭ ਕੁਝ ਜਿਸ ਪਾਸ, ਦੋ ਸਿਰਿਆਂ ਖਸਮ ਆਪ ਖਿਨਵੇਂ ਕਰੇ ਰਾਸ। ਮਤਲਬ ਦੋ ਸਿਰੇ ਹੈਗੇ, ਇੱਕ ਪ੍ਰਮਾਤਮਾ ਵਾਲਾ ਸਿਰਾ ਅੰਦਰਲਾ, ਇੱਕ ਬਾਹਰਲਾ ਸਿਰਾ ਮਾਇਆ ਵਾਲਾ। ਉਹ ਦੋਨਾਂ ਦਾ ਖਸਮ ਹੀ ਹੈ। ਬਾਹਰ ਵੀ ਖਸਮ ਹੀ ਦਿੰਦਾ ਗਾ, ਅੰਦਰ ਵੀ ਖਸਮ ਹੀ ਦਿੰਦਾ। ਬਿਲਕੁਲ। ਤੌਰ ਤੇ ਕੀ ਆ, ਅਸੀਂ ਜਿਹੜਾ ਅੰਦਰ ਸਾਨੂੰ ਪਤਾ ਨਹੀਂ ਹੈਗਾ ਕੁਛ ਮਿਲਣਾ ਕੀ ਹੈ, ਅਸੀਂ ਬਾਹਰ ਹੀ ਰਾਹਤ ਹੈ, ਮਾਇਆ ਨੂੰ ਹੀ ਰਾਹਤ ਹੈ। ਸੰਪੇ ਕਾਰਨ ਈਸ਼ਰ ਧਿਆਈ ਹੈ, ਸੰਪੈ ਪੂਰੂ ਲਿਖੇ ਕੀ ਪਾਈ ਹੈ। ਤੋ ਗੁਰੂ ਜੀ ਕਹਿ ਰਿਹਾ ਕਿ ਤੂੰ ਜਿਹੜਾ ਬਾਹਰ ਮਾਇਆ ਦੇ ਵਿੱਚ ਇਕੱਠੀ ਕਰਨ ਦੀ ਸਾਰੀ ਆਪਦੀ ਜ਼ੋਰ ਲਗਾ ਰਿਹਾਗਾ, ਇਹ ਤਾਂ ਤੈਨੂੰ ਜੋ ਤੇਰੇ ਪਹਿਲਾਂ ਕਰਮ ਲਿਖਿਆ ਉਹਦੇ ਹਿਸਾਬ ਨਾਲ ਹੀ ਮਿਲਣੀ ਆ। ਤੇ ਇਸ ਕਰਕੇ ਤੈਨੂੰ ਕੋਈ ਬਹੁਤਾ ਕੁਝ ਬਾਹਰੋਂ ਨਹੀਂ ਮਿਲਣਾ, ਪੂਰੂ ਲਿਖਿਆ ਹੀ ਤੈਨੂੰ ਮਿਲਣਾਗਾ। ਤੇ ਤੈਨੂੰ ਪਦਾਰਥ ਚਾਹੀਦੇ, ਤੂੰ ਅੰਦਰ ਚੱਲ, ਤੈਨੂੰ ਮੈਂ ਸਾਰੇ ਪਦਾਰਥ ਦਊਂਗਾ। ਚਾਰ ਪਦਾਰਥ ਜੇ ਕੋ ਮੰਗੇ ਸਾਧਨਾ ਕੀ ਸੇਵਾ ਲਾਗੇ। ਸਾਰੇ ਨਿਧਾਨ ਉੱਤੇ ਮਿਲਣਗੇ, ਸਾਰੇ ਖਜ਼ਾਨੇ ਮਿਲਣਗੇ। ਨੌਨ ਦਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿੱਚ ਨਾਮ। ਸਾਰੇ ਫਲ ਮਿਲ ਜਾਣਗੇ, ਸਾਰੀਆਂ ਇੱਛਾ। ਉਹ ਕਿਵੇਂ? ਫਿਰ ਗੁਰੂ ਜੀ ਕਹਿ ਰਿਹਾ ਕਿ ਉਹ ਤੂੰ ਸਾਰੇ ਜਿਹੜੇ ਸਗਲ ਭਾਵ ਆ, ਕਰਮ ਧਰਮ ਹੈਗੇ ਆ। ਕਰਮ ਧਰਮ ਅਸੀਂ ਕਰਦੇ ਆ ਕਿ ਸਾਡੇ ਕੁਛ ਮਤਲਬ ਪ੍ਰਮਾਤਮਾ ਸਾਨੂੰ ਮਿਲ ਜਾਏ, ਮਾਇਆ ਵੀ ਨਾ ਛੱਡੀਏ, ਪ੍ਰਮਾਤਮਾ ਵੀ ਮਿਲ ਜਾਏ। ਇਹ ਦੋਨੇ ਕੰਮ ਨਹੀਂ ਹੋਣੇ। ਇਹਦੇ ਵਾਸਤੇ ਤੈਨੂੰ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਣਾ ਪਊਗਾ। ਤੂੰ ਆਪਣੀਆਂ ਚਤਰਾਈਆਂ ਛੱਡ ਕੇ ਅੰਦਰੋਂ ਤੈਨੂੰ ਸਾਰਾ ਕੁਝ ਮਿਲਣਾ। ਤੈਨੂੰ ਆਪਣਾ ਸਮਰਪਣ ਕਰਨਾ ਪਊਗਾ ਗੁਰੂ ਜੀ ਦੇ ਚਰਨੀ, ਗੁਰੂ ਦੇ ਸ਼ਬਦ ਦੇ ਨਾਲ ਤੈਨੂੰ ਜੁੜਨਾ ਪਊਗਾ ਸਾਰੀਆਂ ਸਿਆਣਪਾਂ ਛੱਡ ਕੇ। ਔਰ ਫਿਰ ਤੈਨੂੰ ਸੁਖੀ ਸੁਖ ਲੋ। ਤੈਨੂੰ ਆਤਮਿਕ ਸੁੱਖ ਜੋ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ, ਉਹ ਆਨੰਦ ਤੈਨੂੰ ਮਿਲੂਗਾ। ਉਹਦੇ ਨਾਲ ਸਾਰੇ ਹੀ ਖਜ਼ਾਨੇ ਤੈਨੂੰ ਮਿਲ ਜਾਣਗੇ। ਔਰ ਤੇਰਾ ਕਰਮ ਧਰਮ ਵੀ ਉੱਥੇ ਹੀ ਹੋ ਜਾਊਗਾ। ਸੰਤਾਂ ਦੇ ਜਦੋਂ ਸੰਗਤ ਕਰੇਗਾ, ਸਰਨਾਈ ਵਿੱਚ ਜਾਏਗਾ ਆਪਣਾ ਛੱਡ ਕੇ, ਤੇ ਉਹ ਤੇਰਾ ਕਰਮ ਧਰਮ ਵੀ ਉੱਥੇ ਹੀ ਪੂਰਾ ਹੋ ਜਾਊ। ਜਿਹੜਾ ਤੂੰ ਬਾਹਰਲਾ ਕਰਮ ਧਰਮ ਕਰਨਾ ਹੈਗਾ, ਇਹ ਜ਼ਰੂਰੀ ਨਹੀਂ ਹੈ। ਇਹ ਸਾਰਾ ਕੁਝ ਤੇਰਾ ਤੂੰ ਅੰਦਰ ਜਾਏਗਾ, ਤੇਰਾ ਉੱਥੇ ਹੀ ਪੂਰਾ ਹੋ ਜਾਊਗਾ। ਤੇ ਉਹਦੇ ਵਾਸਤੇ ਤੈਨੂੰ ਉਹਦਾ ਨਾਮ, ਅੰਮ੍ਰਿਤ ਨਾਮ, ਨਾਮ ਰਸ, ਉਹ ਤੈਨੂੰ ਲੈਣਾ ਪਊਗਾ। ਉਹ ਤੂੰ ਰਾਧੇਗਾ ਤੇ ਹੌਲੀ 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 ਤੈਨੂੰ ਮਿਲ ਜਾਊਗਾ। ਔਰ ਫਿਰ ਪ੍ਰਮਾਤਮਾ ਖਿਆਲ ਰੱਖੂਗਾ ਕਿ ਤੇਰੇ ਕਿਸੇ ਵੀ ਕੰਮ ਦੇ ਵਿੱਚ ਵਿਘਨ ਨਹੀਂ ਹੋਊਗਾ। ਬਾਕੀ ਕੰਮ ਉਹਨੇ ਤੇਰੇ ਸਾਰੇ ਆਪ ਕਰੀ ਜਾਣੇ ਆ, ਬਸ ਤੂੰ ਉਹਦਾ ਇੱਕ ਕੰਮ ਕਰ। ਅਗਰ ਤੇਰੇ ਇਸ ਤਰ੍ਹਾਂ ਤੂੰ ਕਰੇਗਾ, ਅਗਰ ਠੀਕ ਰਸਤੇ ਤੇ ਚੱਲੇਗਾ, ਤੇ ਪ੍ਰਮਾਤਮਾ ਤੇਰੇ ਤੇ ਦਿਆਲ ਹੋ ਜਾਏਗਾ ਔਰ ਤੇਰੇ ਮਨ ਦੇ ਵਿੱਚ ਵਸ ਜਾਏਗਾ। ਔਰ ਫਿਰ ਜਦੋਂ ਪ੍ਰਮਾਤਮਾ ਤੇਰੇ ਮਨ ਦੇ ਵਿੱਚ ਆ ਗਿਆ, ਮਤਲਬ ਹਿਰਦੇ ਦੇ ਵਿੱਚ ਆ ਗਿਆ, ਤੇ ਤੈਨੂੰ ਨਾਲ ਖਜ਼ਾਨੇ ਵੀ ਸਾਰੇ ਲੈ ਆਏਗਾ। ਤੈਨੂੰ ਪੂਰੀ ਜਿਹੜਾ ਤੂੰ ਬਾਹਰ ਜਾਂਦਾ ਸੀ, ਉਹ ਤੇਰੀ ਤ੍ਰਿਪਤੀ ਹੋ ਜਾਣੀ ਹੈ, ਤੇਰੇ ਚ ਸੰਤੋਖ ਹੋ ਜਾਣਾ। ਔਰ ਸਾਰੇ ਗੁਣ ਤੈਨੂੰ ਸਤ ਸੰਤੋਖ ਦਇਆ ਧਰਮ ਉਹ ਸਾਰੇ ਹੀ ਤੈਨੂੰ ਮਿਲ ਜਾਣੇ। ਤੈਨੂੰ ਕਿਸੇ ਚੀਜ਼ ਦੀ ਵੀ ਭੁੱਖ ਨਹੀਂ ਰਹਿਣੀਗੀ। ਔਰ ਤੂੰ ਪ੍ਰਮਾਤਮਾ ਦੇ ਨਾਲ ਮਿਲ ਕੇ ਪ੍ਰਮਾਤਮਾ ਹੀ ਹੋ ਜਾਏਗਾ। ਹਾਂਜੀ ਵੀਰ ਜੀ। ਗੁਰਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਚਰ ਸਾਹਿਬ, ਅਸੀਂ ਅੱਜ ਫਿਰ ਧਰਮ ਸੰਕਟ ਆ ਗਿਆ, ਲੇਟ ਹੋ ਗਿਆ। ਕਿਉਂ ਨਹੀਂ, ਚਲੋ ਜਿੰਨੀ ਹਾਜ਼ਰੀ ਹੈਗੀ ਮੇਰੇ ਕਰਮਾਂ ਚ ਲਿਖਾਈ ਤੇ ਉਨੀ ਜਾਣੀ ਨਿਚਰ ਸਾਹਿਬ, ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾਂ। 12ਵੀਂ ਪੌੜੀ ਲਈ ਸੀ ਅਸੀਂ 12ਵੀਂ, ਤੇ ਅੱਗੇ ਜਾਂ ਤਾਂ ਇਸੇ ਨੂੰ ਵਾਪਸ ਰਿਪੀਟ ਕਰੀਏ ਕਿਉਂਕਿ ਆਪਾਂ ਇਹਨੂੰ ਰਿਪੀਟ ਕਰ ਲਓ। ਹਾਂਜੀ ਇਹਨੂੰ ਰਿਪੀਟ ਥੋੜਾ ਛੇਤੀ ਮੈਂ ਕਰ ਦਾਂਗਾ, ਜ਼ਿਆਦਾ ਨਹੀਂ ਸਮਾਂ ਲਾਵਾਂਗਾ ਤੁਹਾਡਾ। ਵਧੀਆ ਜੀ, ਆਪਾਂ ਨੂੰ ਕਾਹਲੀ ਨਹੀਂ ਹੈ ਗੋਰਖੀ ਸਾਹਿਬ, ਆਪਾਂ ਨੂੰ ਤਾਂ ਜਿਹੜਾ ਹੈਗਾ ਗਿਆਨ ਚਾਹੀਦਾ ਹੈ ਬਸ। ਕਾਹਲੀ ਉਹ ਬਾਣੀ ਅੱਗੇ ਚੱਲ ਜੋ ਪਿੱਛੇ ਚੱਲ ਜੋ, ਫਰਕ ਤੇ ਕੁਛ ਵੀ ਨਹੀਂ। ਅੱਗੇ ਜਾਇਆ ਤੇ ਇੱਕ ਹੀ ਕੁਆਂਟੀਟੀ ਲੱਗਣੀ ਆ, ਕੁਆਲਿਟੀ ਤੇ ਫਿਰ ਉਹ ਪਿੱਛੋਂ ਇਹਦੇ ਨਾਲ ਕੀ ਗੁਰੂ ਜੀ ਕੀ ਕਹਿ ਰਹੇ ਨੇ। ਹਾਂਜੀ, ਗੱਲ ਤਾਂ ਤੱਤ ਗਿਆਨ ਦੀ ਹੋਣੀ ਹੈ ਨਾ, ਜਿੱਥੇ ਮਰਜ਼ੀ ਭੱਜ ਲਈਏ। ਹਾਂ, ਗੱਲ ਘੁੰਮ ਕੇ ਤੇ ਆਤਮਾ ਤੇ ਰਹਿ ਜਾਣੀ ਹੈ। ਹਾਂਜੀ ਹਾਂਜੀ, ਠੀਕ ਹੈ ਜੀ। ਅਸੀਂ 521 ਅੰਗ ਦੇ ਉੱਤੇ ਹੈਗੇ ਆ। ਹਾਂਜੀ, ਤੇ ਅਸੀਂ ਲੈ ਰਹੇ ਹਾਂ ਪੌੜੀ ਜਿਹੜੀ ਹੈਗੀ ਆ ਮਤਲਬ 12ਵੀਂ ਪੌੜੀ ਦੇ ਉਸ ਤੋਂ ਪਹਿਲਾਂ ਸ਼ਲੋਕ ਲੈ ਰਹੇ ਹਾਂ। ਸ਼ਲੋਕ ਮਹੱਲਾ ਪੰਜਵਾਂ। ਕੜਛੀਆਂ ਫਿਰਨ ਸੁਆਵ ਨਾ ਜਾਣਨ ਸੁੰਜੀਆਂ। ਕਹਿੰਦੇ ਇਨਸਾਨ ਜਿਹੜੇ ਹੈਗੇ, ਇਨਸਾਨ ਦਾ ਜਾਮਾ ਲੈ ਲਿਆ, ਚਲੋ ਮਾਇਆ ਦੇ ਵੱਲ ਨੂੰ ਤਾਂ ਜਿਹੜੇ ਚੱਲ ਰਹੇ, ਜਿਹਨਾਂ ਨੂੰ ਭਗਤੀ ਜਾਂ ਪਰਮਾਤਮਾ ਵਾਲੇ ਪਾਸੇ ਜਿਹੜਾ ਹੈਗਾ, ਲਿਵ ਵਾਲੇ ਪਾਸੇ, ਆਤਮਾ ਵਾਲੇ ਪਾਸੇ ਜਿਹਨਾਂ ਨੂੰ ਕੋਈ ਇੰਟਰਸਟ ਨਹੀਂ, ਉਹਨਾਂ ਦੀ ਗੱਲ ਛੱਡੋ। ਪਰ ਕਹਿੰਦੇ ਜਿਹੜੇ ਧਰਮ ਵੱਲ ਨੂੰ ਚੱਲਣਾ ਵੀ ਚਾਹੁੰਦੇ ਆ, ਮਾਲਕ ਵੱਲ ਨੂੰ ਚੱਲਣਾ ਵੀ ਚਾਹੁੰਦੇ ਆ, ਕਹਿੰਦੇ ਉਹ ਵੀ ਜਿਹੜੇ ਹੈਗੇ ਸਿਰਫ ਕਰਮ ਕਾਂਡਾਂ ਦੇ ਵਿੱਚ ਹੀ ਘੁੰਮੀ ਜਾ ਰਹੇ ਆ। ਕੜਛੀਆਂ ਮੰਗਰ ਜਿਹੜਾ ਹੈ ਗਿਆਨ ਲੈ ਕੇ, ਤੇ ਉਹ ਗਿਆਨ ਨੂੰ ਜਿਹੜਾ ਹੈਗਾ ਖਾਲੀ ਜਿਹੜਾ ਹੈਗਾ ਮੂੰਹ ਤੱਕ ਤੇ ਦਿਮਾਗ ਤੱਕ ਹੀ ਰੱਖਿਆ ਹੋਇਆ, ਔਰ ਜਿਹੜਾ ਹੈਗਾ ਉਹਦਾ ਗਿਆਨ ਦੀ ਕਮਾਈ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਨੂੰ ਜਿਹੜਾ ਹੈਗਾ ਉਹ ਗਿਆਨ ਉਹਨਾਂ ਦੇ ਹਿਰਦੇ ਤੱਕ ਜਾਂਦਾ ਹੀ ਨਹੀਂ ਹੈ ਭਾਈ। ਉਹਨਾਂ ਨੂੰ ਪਿਆਰ ਹੀ ਨਹੀਂ ਪੈਦਾ ਹੁੰਦਾ। ਇਹ ਗੁਰੂ ਦਾ ਗਿਆਨ, ਗੁਰੂ ਦੀ ਮੱਤ ਜਿਹੜੀ ਇਹ ਗਿਆਨ ਲੈ ਕੇ ਗੁਰਬਾਣੀ ਗੁਰੂ ਦੀ ਇਹਨੂੰ ਜਿਹੜਾ ਹੈਗਾ ਪੜ੍ਹ ਕੇ ਬੁੱਝ ਕੇ ਉਹਨਾਂ ਨਾਲ ਪਿਆਰ ਨਹੀਂ ਪੈਂਦਾ, ਸੱਚ ਦੇ ਨਾਲ, ਆਤਮਾ ਦੇ ਨਾਲ, ਪਰਮਾਤਮਾ ਦੇ ਨਾਲ। ਕੜਛੀਆਂ ਮੰਗਰ ਹੈਗੇ ਜਿਨ੍ਹਾਂ ਦੇ ਮੂੰਹ ਹੀ ਹੈ ਨਹੀਂ ਕੜਛੀਆਂ ਦੇ, ਕੜਛੀ ਸਵਾਦ ਲੈ ਨਹੀਂ ਸਕਦੀ। ਕੜਛੀਆਂ ਫਿਰਨ, ਇਸ ਤਰ੍ਹਾਂ ਕੜਛੀਆਂ ਮੰਗਰ ਫਿਰ ਰਹੇ ਆ ਭਾਈ, ਫਟਾਫਟ ਟਕਰ ਕਰੀ ਜਾਂਦੇ ਆ। ਸੁਆਵ ਨਾ ਜਾਣਨ ਸੁੰਜੀਆਂ, ਪਰ ਸੁੰਜੀਆਂ ਹੈਗੀਆਂ, ਸਵਾਦ ਨਹੀਂ ਲੈ ਸਕਦੀਆਂ। ਕੜਛੀ ਸਵਾਦ ਨਹੀਂ ਲੈ ਸਕਦੀ, ਕਿਉਂ? ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਕਹਿੰਦੇ ਉਹਨਾਂ ਦੇ ਮੂੰਹ ਹੈਗਾ ਭਾਈ ਸਵਾਦ ਲੈਣ ਦਾ, ਕਿਉਂਕਿ ਉਹਨਾਂ ਨੂੰ ਪ੍ਰੇਮ ਆ ਗਿਆ ਮਾਲਕ ਪਰਮਾਤਮਾ ਦੇ ਨਾਲ, ਸੱਚ ਦੇ ਨਾਲ, ਤੇ ਉਹ ਰਸ ਲੈਣਗੇ, ਅੰਮ੍ਰਿਤ ਰਸ, ਕਿਉਂਕਿ ਪਿਆਰ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਨਾਂ ਦੇ ਮੁਖ ਹੈਗੇ ਪਾਏ, ਉਹ ਸਵਾਦ ਲੈਣਗੇ। ਬਸ ਇੰਨੀ ਕੀ ਗੱਲ ਹੈ ਭਾਈ, ਆਪਾਂ ਕੜਛੀ ਨਾ ਬਣੀਏ। ਹਾਂਜੀ ਗੋਰਖੀ ਸਾਹਿਬ। ਹਾਂਜੀ, ਠੀਕ ਹੈ। ਸਾਧ ਸੰਗਤ ਜੀ, ਆਪ ਨਾਲ ਪਹਿਲਾਂ ਵੀ ਵਿਚਾਰ ਕੀਤੀ ਸੀ ਕਿ 3 ਕਿਸਮ ਦੇ ਧਾਰਮਿਕ ਲੋਕ ਹਨ। ਪਹਿਲੇ ਤੇ ਉਹ ਹਨ ਜਿਹੜੇ ਇੱਕ ਕੰਨ ਥਣੀ ਸੁਣਦੇ ਆ ਤੇ ਦੂਜੇ ਕੰਨ ਥਣੀ ਬਾਹਰ ਕੱਢ ਦਿੰਦੇ ਆ। ਫਿਰ ਦੂਜੇ ਉਹ ਨੇ ਜਿਹੜੇ ਵਿਚਾਰੇ ਕੰਨ ਥਣੀ ਸੁਣਦੇ ਆ, ਮੂੰਹ ਥਣੀ ਬਾਹਰ ਕੱਢ ਦਿੰਦੇ ਆ। ਇਹ ਕੜਛੀਆਂ ਵਾਲੇ ਬੰਦੇ, ਕੜਛੀਆਂ ਹੀ ਨੇ। ਬਿਲਕੁਲ, ਇਹ ਇੱਕ ਕੈਟਾਗਰੀ ਸੀ। ਇੱਕ ਕੈਟਾਗਰੀ ਹੋਰ ਹੈਗੀ ਹੈ ਜਿਹਨਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਜਿਹੜੇ ਸੁਣਦੇ ਕੰਨ ਥਾਣੀ ਆ, ਨਾ ਮੂੰਹ ਥਾਣੀ ਬਾਹਰ ਕੱਢਦੇ ਆ, ਨਾ ਕੰਨ ਥਾਣੀ ਬਾਹਰ ਕੱਢਦੇ ਆ, ਉਹਨੂੰ ਜੀਵਨ ਚ ਢਾਲ ਲੈਂਦੇ ਆ। ਵਾਹ ਬਈ ਵਾਹ। ਇਹ 3 ਕਿਸਮ ਦੇ ਲੋਕ ਨੇ ਧਰਮ ਦੇ ਵਿੱਚ। ਗੁਰੂਆਂ ਨੇ ਬੜੀ ਵਧੀਆ ਪੁਆਇੰਟ ਦੀ ਗੱਲ ਕੀਤੀ ਹੈ ਕਿ ਇੱਕ ਬੰਦੇ ਹੈਗੇ ਨੇ ਕੇਵਲ ਕੜਛੀਆਂ, ਪਤੀਲੇ ਚੋਂ ਕੱਢ ਕੇ ਦੂਜੇ ਚ ਪਾਤੀ, ਦੂਜੇ ਚ ਕੱਢ ਕੇ ਤੀਜੇ ਚ ਪਾਤੀ। ਏਦਾਂ ਦੇ ਕਈ ਬੰਦੇ ਮਿਲਣਗੇ ਵਿਚਾਰੇ ਗਰੁੱਪਾਂ ਦੇ ਵਿੱਚ ਮੈਸੇਜ ਫਾਰਵਰਡ ਕਰੀ ਜਾਂਦੇ। ਇਹ ਸਭ ਕੜਛੀਆਂ ਨੇ। ਬਹੁਤ ਵਧੀਆ ਜੀ। ਠੀਕ ਹੈ ਜੀ। ਜਦੋਂ ਆਪਾਂ ਕਿਸੇ ਮੈਸੇਜ ਨੂੰ, ਕਿਸੇ ਗੱਲ ਨੂੰ ਆਪਾਂ ਅੱਗੇ ਫਾਰਵਰਡ ਕਰਦੇ ਆ, ਸਭ ਤੋਂ ਪਹਿਲਾਂ ਇੱਕ ਸੋਚ ਵਿਚਾਰ ਵਾਲੀ ਗੱਲ ਆ। ਜੋ ਚੀਜ਼ ਦਾ ਮੈਂ ਅਨੁਭਵ ਨਹੀਂ ਕੀਤਾ, ਮੈਂ ਦੂਜੇ ਨੂੰ ਕਿੱਦਾਂ ਦੱਸਾਂਗਾ? ਦੱਸੋ। ਮੈਂ ਦੂਜੇ ਨੂੰ ਦੱਸਣ ਦਾ ਮਤਲਬ ਕੀ ਹੈਗਾ ਗੋਰਖੀ ਸਾਹਿਬ? ਇਹੋ ਤੇ ਪ੍ਰੋਬਲਮ ਹੈ ਨਾ। ਫਿਰ ਕੜਛੀਆਂ ਵਾਲਾ ਹੀ ਕੰਮ ਹੈ। ਫਿਰ ਹਾਂ, ਕੜਛੀਆਂ ਵਾਂਗੂ ਉਹ ਕੜਛੀ ਸਾਰੀ ਜ਼ਿੰਦਗੀ ਵਰਤਾਉਂਦੀ ਰਹਿੰਦੀ ਆ, ਪਰ ਕੜਛੀ ਨੂੰ ਪਤਾ ਹੀ ਨਹੀਂ ਕਿ ਦਾਲ ਦਾ ਸਵਾਦ ਕੀ ਹੈ। ਕਿਉਂ? ਕਿਉਂਕਿ ਉਹ ਹੈ ਹੀ ਨਹੀਂ, ਸੋਰਸ ਨਹੀਂ ਹੈਗਾ ਉਰਕੋ, ਹੈ ਨਾ। ਇਸ ਲਈ ਬਾਣੀ ਚ ਕਹਿ ਰਹੇ ਨੇ ਕਿ ਪਲੀਜ਼ ਕੜਛੀ ਨਹੀਂ ਬਣਨਾ, ਤੁਸੀਂ ਬਣਨਾ ਵਾ ਆ ਦੂਜੀ ਤੋਕ ਵਾਲੇ ਬੰਦੇ। ਸਹੀ ਮੁਖ ਦਿਸੰਦੇ ਨਾਨਕ ਰਤੇ ਪ੍ਰੇਮ ਰਸ। ਉਹਨਾਂ ਦੇ ਮੁਖ ਹੈਗੇ ਭਾਈ, ਸਹੀ ਮੁਖ ਦਿਸਣ, ਉਹਨਾਂ ਦੇ ਮੂੰਹ ਲੱਗੇ ਹੋਏ ਆ ਭਾਈ ਸਵਾਦ ਲੈਣ ਦੇ ਵਾਸਤੇ, ਜਿਹਨਾਂ ਨੂੰ ਪ੍ਰੇਮ ਹੈਗਾ। ਹਾਂ,
ਜਿਨ੍ਹਾਂ ਦੇ ਪ੍ਰੇਮ ਤੋਂ ਭਾਵ ਆ ਕਿ ਜਿਹੜੇ ਅੰਦਰੋਂ ਹੈਗੇ ਨੇ ਉਦਾਂ ਦੀ ਕੈਟਾਗਰੀ, ਜਿਹੜੇ ਮੁੱਖੋਂ ਹੋਰ ਅੰਦਰੋਂ ਹੋਰ, ਉਹ ਡੁਪਲੀਕੇਟ ਪਰਸਨੈਲਿਟੀ ਲੋਕ ਨੇ। ਉਹ ਲੋਕ ਜਿਹੜੇ ਹੁੰਦੇ ਨੇ ਉਹ ਧਾਰਮਿਕ ਨਹੀਂ ਹੁੰਦੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਹਾਂ, ਫਿਰ ਬਾਣੀ ਕਹਿੰਦੀ ਆ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਜਿਹੜਾ ਬੰਦਾ ਆਚਾਰਾਂ ਦੇ ਵਿੱਚ ਜ਼ੀਰੋ ਹੈ ਤੇ ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਕਰੇ, ਭਾਵੇਂ ਉਹਨੂੰ ਕਰੋੜ ਕੀ ਬੰਦਾ ਉਹਨੂੰ ਸਾਰੀ ਧਰਤੀ ਵੀ ਸੁਣਦੀ ਹੋਵੇ ਨਾ, ਤੇ ਉਹ ਪਰਮਾਤਮਾ ਦੇ ਦਰ ਦੇ ਵਿੱਚ ਉਹਦੀ ਦੁੱਕੀ ਵੈਲਿਊ ਨਹੀਂ। ਕਿਉਂਕਿ ਜਿਸ ਚੀਜ਼ ਨੂੰ ਉਹ ਪ੍ਰਮੋਟ ਕਰ ਰਿਹਾ ਉੱਥੇ ਉਹਦੀ ਪ੍ਰੋਗਰੈਸ ਜ਼ੀਰੋ ਆ। ਬਿਲਕੁਲ, ਉੱਥੇ ਉਹਨੂੰ ਕੁਛ ਨਹੀਂ ਪਤਾ, ਉਹਨੂੰ ਨਹੀਂ ਪਤਾ ਵਿਚਾਰੇ ਨੂੰ। ਚਲੋ ਉਹ ਚੱਲ ਜਾਵੇ, ਉਹ ਡੁੱਬ ਜਾਵੇ, ਕੋਈ ਫਰਕ ਨਹੀਂ ਪੈਂਦਾ। ਪਰ ਉਹ ਕੀ ਕਰਦਾ ਹੈ, ਉਹ ਏਦਾਂ ਦਾ ਦਿਖਾਵਾ ਕਰਦਾ ਹੈ। ਬ੍ਰਾਂਡਿੰਗ ਦਾ ਪਤਾ ਹੈ ਤੁਹਾਨੂੰ, ਕਈ ਲੋਕ ਐਸੇ ਘਟੀਆ ਸਮਾਨ ਵੇਚਦੇ ਨੇ ਪਰ ਉਹਨਾਂ ਦਾ ਦਿਖਾਵਾ ਬੜਾ ਖੂਬਸੂਰਤ, ਬਹੁਤ ਡੈਕੋਰੇਸ਼ਨ ਕੀਤੀ ਹੁੰਦੀ ਆ। ਉਹਨੂੰ ਕਹਿੰਦੇ ਨੇ, ਆਪਣੀ ਪੰਜਾਬੀ ਚ ਕਹਾਵਤ ਹੈ, ਉੱਚੀ ਦੁਕਾਨ ਫੀਕਾ ਪਕਵਾਨ। ਬ੍ਰਾਂਡਿੰਗ, ਬੜੇ ਕੱਪ ਕੁੱਪ, ਬੜੇ ਵਧੀਆ ਥਾਲੀਆਂ ਛਾਲੀਆਂ ਲਾ ਕੇ ਬੈਠੇ ਹੁੰਦੇ ਆ, ਪਰ ਜੇ ਵਿੱਚ ਖਾਣ ਵਾਲਾ ਭੋਜਨ ਹੀ ਸਵਾਦੀ ਨਹੀਂ ਆ ਤੇ ਬਰਤਨਾਂ ਨੂੰ ਆਪਾਂ ਕੀ ਕਰਨਾ ਹੈ। ਨਾਲੇ ਗੋਰਖੀ ਸਾਹਿਬ, ਜੇ ਉਹ ਆਪ ਡੁੱਬਦਾ ਹੈ ਨਾ, ਜੋ ਕੁਛ ਆਪ ਕਰਦਾ ਹੈ ਕਰ ਲੈ, ਸਾਨੂੰ ਕੋਈ ਮਤਲਬ ਨਹੀਂ ਹੈ। ਪਰ ਜਿਹੜੀ ਭੋਲੀ ਭਾਲੀ ਸੰਗਤ ਜਿਹੜੀ ਹੈ, ਭੋਲੇ ਭਾਲੇ ਜਿਹੜੇ ਇਨਸਾਨ ਦੇ ਜਾਮੇ 'ਚ, ਉਹਨਾਂ ਨੂੰ ਵਿਚਾਰਿਆਂ ਨੂੰ ਲੈ ਕੇ ਜਾਂਦਾ ਹੈ, ਉੱਥੇ ਜਿਹੜੀ ਪ੍ਰੋਬਲਮ ਹੈਗੀ ਆ। ਹਾਂਜੀ, ਬਿਲਕੁਲ ਠੀਕ ਹੈ ਜੀ। ਪਰ ਪ੍ਰਕਿਰਤੀ ਦਾ ਨਿਯਮ ਹੈਗਾ। ਹਾਂਜੀ ਹਾਂਜੀ, ਸੱਚ ਨੂੰ ਵੀ ਪ੍ਰਚਾਰ ਕਰਨਾ ਪਵੇਗਾ। ਜਦੋਂ ਨਕਲੀ ਕਰੰਸੀ ਆ ਜਾਂਦੀ ਹੈ ਨਾ ਮਾਰਕੀਟ ਦੇ ਵਿੱਚ, ਤੇ ਫਿਰ ਅਸਲੀ ਕਰੰਸੀ ਨੂੰ ਵੀ ਪ੍ਰਚਾਰ ਕਰਕੇ ਆਪਣੇ ਆਪ ਨੂੰ ਸਟੇਬਲ ਕਰਨਾ ਪੈਂਦਾ ਕਿ ਮੈਂ ਅਸਲੀ ਹਾਂ। ਉਹ ਫਿਰ ਉਹ ਵੀ ਮਾਰਕੀਟ 'ਚ ਆਪਣੇ ਆਪ ਦੇ ਪ੍ਰਚਾਰ ਕਰਾਉਂਦਾ ਹੈ। ਫਿਰ ਦੱਸਦਾ ਹੈ ਇਹ ਨੋਟ ਨਕਲੀ ਹੈ। ਉਹ ਫਿਰ ਕਹਿੰਦੇ ਕਿੱਦਾਂ ਹੀ ਮੰਨੀਏ ਵੀ ਨਕਲੀ ਨੋਟ ਆ। ਉਹ ਕਹਿੰਦੇ ਦੇਖੋ ਜੀ, ਆਹ ਜਿਹੜੇ ਸਾਈਨ ਹੈਗੇ ਮਿਰਚ ਹੈਗੇ ਆ, ਪਰ ਇਹਦੇ 'ਚ ਨਹੀਂ ਹੈਗੇ। ਨਿਜਰ ਸਾਹਿਬ, ਬਿਲਕੁਲ। ਗੁਰੂ ਨਾਨਕ ਪਾਤਸ਼ਾਹ ਨੇ ਫਿਰ ਦਿਖਾਇਆ ਨਾ, ਫਿਰ ਲੰਗਰ ਲਾਇਆ ਕੇ ਆਪਣੇ ਪੱਲੋਂ ਪੈਸੇ ਦਿੱਤੇ, ਲੰਗਰ ਲਾਇਆ। ਫਿਰ ਉਹਨਾਂ ਨੇ ਆਪਣੇ ਨੋਟ ਦੀ ਕੁਆਲਿਟੀ ਵੀ ਦਿਖਾਈ, 4 ਉਦਾਸੀਆਂ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਆਪਣੇ ਨੋਟ ਦੀ ਪਰਖ ਕਰਾਈ, ਆਪਣੇ ਬੱਚੇ ਵਾਰ ਦਿੱਤੇ, ਆਪਣਾ ਮਾਂ-ਬਾਪ ਵਾਰ ਦਿੱਤਾ, ਆਪਣੇ ਆਪ ਨੂੰ ਵੀ ਵਾਰ ਦਿੱਤਾ। ਇਹ ਸਭ ਅਸਲੀ ਨੋਟਾਂ ਨੇ ਫਿਰ ਕੀ ਕੀਤਾ ਹੈ, ਉਸ ਚੀਜ਼ ਨੂੰ ਪ੍ਰੂਵ ਕੀਤਾ ਹੈ। ਹਾਂਜੀ, ਬਿਲਕੁਲ ਪ੍ਰਮੋਟ ਕੀਤਾ ਹੈ। ਹਾਂ, ਕਿਉਂਕਿ ਨਕਲੀ ਬਹੁਤ ਜ਼ਿਆਦਾ ਹੈ, ਵੈਰੀ ਪਾਵਰਫੁਲ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖੋ, ਜਦੋਂ ਇੱਥੋਂ ਦਰਬਾਰ ਸਾਹਿਬ ਚੋਂ ਮੂਵ ਆਊਟ ਹੋਣਾ ਪਿਆ, ਕਿਉਂਕਿ ਨਕਲੀ ਲੋਕ ਇੰਨੇ ਜ਼ਿਆਦਾ ਪਾਵਰਫੁਲ ਹੋ ਗਏ, ਉਹਨਾਂ ਦੀ ਸਰਕਾਰ ਨਾਲ ਵੀ ਇੱਕ-ਮਿਕ ਹੋ ਗਈ। ਅੱਜ ਵੀ ਵੇਖੋ ਤੁਸੀਂ, ਇਹ ਜਿਹੜੇ ਵੱਡੇ ਵੱਡੇ ਲੋਕ ਹੈਗੇ ਨੇ, ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਨੇ, ਇਹ ਸਭ they are very very good attachment with the political powers। ਗੁਰੂ ਤੇਗ ਬਹਾਦਰ ਜੀ ਨੂੰ ਤਾਂ ਗੋਰਖੀ ਸਾਹਿਬ ਇਹਨਾਂ ਨੇ ਹਰਮੰਦਰ ਸਾਹਿਬ ਦੇ ਵਿੱਚ ਵੜਨ ਹੀ ਨਹੀਂ ਦਿੱਤਾ। ਹਾਂਜੀ, ਤੇ ਇਸੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਇੱਧਰ ਆਏ। ਕਿਉਂ ਨਹੀਂ ਆਏ? ਆਉਣਾ, ਇਹਨਾਂ ਨੂੰ ਸਮਝਾਉਣਾ ਜਾਂ ਇਹਨਾਂ ਨੂੰ ਸੋਧਣਾ ਕੋਈ ਔਖਾ ਕੰਮ ਨਹੀਂ ਸੀ, ਬਟ ਗੁਰੂਆਂ ਨੇ ਕਿਹਾ ਕਿ ਅਨਨੈਸੈਸਰੀ ਡਿਸਪਿਊਟ ਪੈ ਜਾਏਗਾ, ਇਤਿਹਾਸ ਦੇ ਵਿੱਚ ਲਿਖਿਆ ਜਾਏਗਾ। ਇਸ ਕਰਕੇ ਗੁਰੂਆਂ ਨੇ ਲੀਵ ਆਊਟ ਕਰਤਾ। ਪਰ ਨਿਜਰ ਸਾਹਿਬ, ਨਹੀਂ ਤੇ ਇਹ ਚੀਜ਼ ਦੇਖੋ, ਇਹਨਾਂ ਲੋਕਾਂ ਦੀ ਇੰਨੀ ਪਾਵਰ ਸੀ। ਮੁੜ ਕੇ ਫਿਰ ਵੇਖੋ ਜਿਹੜਾ ਇੱਥੇ ਕਿੱਥੇ ਪਈ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਪਿਆ ਨਾ, ਇੱਥੇ ਪਿਆ ਆਪਣੇ, ਕੀ ਕਹਿੰਦੇ ਉਹਨੂੰ, ਉਹ ਕਿੱਥੇ ਪਿਆ ਹੈਗੀ, ਉਹ ਦਮਦਮਾ ਸਾਹਿਬ ਹੈ ਜੀ। ਨਹੀਂ, ਦੂਸਰਾ ਜਿਹੜਾ ਪਹਿਲੀ ਜਿਹੜੀ ਖਾਰੀ ਬੀੜ ਜਿਹੜੀ। ਹਾਂ, ਫਿਰ ਗੁਰੂਆਂ ਨੇ ਜਦੋਂ ਮੰਗਾਈ ਉਹ ਬੀੜ ਸਾਹਿਬ, ਤੇ ਫਿਰ ਉਹਨੇ ਦਿੱਤੀ ਨਹੀਂ। ਫਿਰ ਉਹ ਕਹਿੰਦੇ ਕਿ ਇਹਨੂੰ ਪੜ੍ਹਨ ਵਾਲੇ ਅੰਨੇ ਰਹਿਣਗੇ, ਅਕਲ ਤੋਂ ਅੰਨੇ ਰਹਿਣਗੇ। ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਪੜੂਗਾ ਤੇ ਉਹ ਅੰਨਾ ਹੋ ਜਾਏਗਾ। ਉਹਦੇ ਚ ਦਵਾਈ ਥੋੜੀ ਪਾਤੀ ਹੈ ਬਾਬੇ ਨੇ। ਉਹ ਤੇ ਕੇਵਲ ਉਹਨਾਂ ਨੇ ਕਿਹਾ ਵਾ ਕਿ ਗਿਆਨ ਨੂੰ ਤੁਸੀਂ ਏਦਾਂ ਕਬਜ਼ਾ ਕਰਕੇ ਰੱਖ ਵੀ ਲਓਗੇ, ਪਰ ਇਹਦੇ ਅੰਦਰ ਕੀ ਲਿਖਿਆ ਹੈ ਉਹ ਤੁਸੀਂ ਨਹੀਂ ਲੈ ਪਾਓਗੇ, ਮਿਲੇਗਾ ਨਹੀਂ। ਕਿਉਂਕਿ ਕਿਉਂ ਨਹੀਂ ਲੈ ਪਾਓਗੇ? ਉਹਨਾਂ ਨੇ ਕਹਿਣਾ
ਜਿਹੜਾ ਤੁਹਾਡਾ ਰੇਡੀਓ ਹੈ ਨਾ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਫ੍ਰੀਕੁਐਂਸੀ ਦੇ ਵਿੱਚ ਸੈੱਟ ਆ, ਮਾਇਆ ਦੇ ਵਿੱਚ ਸੈੱਟ ਆ। ਇਹ ਤੇ ਆਤਮਾ ਦੀ ਗੱਲ ਕੀਤੀ ਹੈ, ਪਰ ਤੁਹਾਨੂੰ ਕਿੱਥੋਂ ਸਮਝ ਆਊਗਾ ਜਦ ਕਿ ਤੁਸੀਂ ਚੈਨਲ ਹੀ ਉਲਟਾ ਲਾ ਕੇ ਬੈਠੇ ਜੋ। ਠੀਕ ਹੈ ਜੀ, ਬਿਲਕੁਲ। ਹਾਂਜੀ, ਅਗਲੇ ਬੰਨੇ ਚੱਲੀਏ ਪਲੀਜ਼। ਅੱਗੇ ਫਿਰ ਇਹੀ ਗੱਲ ਤਾਂ ਅੱਗੇ ਅਗਲੇ ਸ਼ਲੋਕ 'ਚ ਕਹਿ ਰਹੇ ਆ ਮਹਾਰਾਜ ਪੰਜਵੀਂ ਪਾਤਸ਼ਾਹੀ, ਖੋਜੀ ਲੱਦਮ ਖੋਜ ਛੱਡਿਆ ਉਜਾੜ। ਕਹਿੰਦੇ ਮੇਰੇ ਗੁਰੂ ਨੇ, ਬ੍ਰਹਮ ਗਿਆਨੀਆਂ ਨੇ, ਖੋਜੀ ਨੇ ਮੈਨੂੰ ਦੱਸਤਾ। ਬ੍ਰਹਮ ਗਿਆਨੀਆਂ ਨੂੰ ਪਤਾ ਸੀਗਾ, ਉਹ ਤਾਂ ਖੋਜੀ ਸੀਗੇ ਬਈ ਆਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹੈਗੇ ਇਹ ਤੇਰੇ ਵਿਚਾਰਾਂ ਦੇ ਵਿੱਚ ਆਉਂਦੇ ਆ। ਤੇਰੀਆਂ ਜਿਹੜੀਆਂ ਗਿਆਨ ਇੰਦਰੀਆਂ ਦੇ ਥਰੂ ਆਉਂਦੇ ਤੇਰੇ ਵਿਚਾਰਾਂ ਦੇ ਵਿੱਚ। ਇੱਥੇ ਲਗਾ ਆ ਤੇਰੀ ਖੇਤੀ ਉਜਾੜ ਜਾਂਦੇ ਆ। ਰੋਜ਼ ਜਿਹੜਾ ਤੂੰ ਜਿਹੜਾ ਭਗਤੀ ਵੀ ਕਰਦਾ ਹੈ, ਰੋਜ਼ ਜਿਹੜਾ ਹੈਗਾ ਫੇਰ ਜਿਹੜਾ ਹੈਗਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ, ਮਾਇਆ ਦੇ ਵਿੱਚ ਫੇਰ ਉਹਨਾਂ ਨੇ ਉਜਾੜ ਕੇ ਰੱਖ ਦੇਣੀ ਹੈ। ਉੱਥੇ ਹੀ ਔਸੀਲੇਟ ਹੋ ਰਿਹਾ ਹੈ, ਅੱਗੇ ਪਿੱਛੇ ਹੋ ਰਿਹਾ, ਤੇ ਤੇਰੀ ਚੜ੍ਹਾਈ ਤਾਂ ਹੋ ਨਹੀਂ ਰਹੀ। ਕਹਿੰਦੇ ਇੱਥੇ ਵਾੜ ਲਗਾ ਪਹਿਲਾਂ, ਖੋਜੀ ਲੱਦਮ ਖੋਜ ਛੱਡਿਆ ਉਜਾੜ। ਕਹਿੰਦੇ ਉਜਾੜ ਤੇ ਉਹ ਤਾਂ ਅੰਗੂਰੀ ਨੂੰ ਉੱਪਰ ਉੱਠਣ ਹੀ ਨਹੀਂ ਦਿੰਦੇ। ਤੈਂ ਸ਼ਹਿ ਦਿੱਤੀ ਵਾੜ, ਨਾਨਕ ਖੇਤ ਨਾ ਛਿਜਈ। ਕਹਿੰਦੇ ਮਾਲਕਾ ਤੂੰ ਬਹੁਤ ਹੀ ਮੇਰੇ ਉੱਤੇ ਮਿਹਰ ਕਰ ਦਿੱਤੀ, ਮੈਨੂੰ ਇਹ ਬ੍ਰਹਮ ਗਿਆਨੀ ਮਿਲਾਤੇ, ਬ੍ਰਹਮ ਗਿਆਨ ਮਿਲ ਗਿਆ ਮੈਨੂੰ। ਤੇ ਉਹਨਾਂ ਨੇ ਕਿਹਾ ਭਈ ਇੱਥੇ ਲਗਾ ਵਾੜ ਭਾਈ, ਜਾਗਦੇ ਰਹਿ, ਨਾਲੇ ਚੌਕਸ ਰਹਿ, ਜਿਹੜਾ ਹੈਗਾ ਆਪਣੀ ਖੇਤੀ ਨੂੰ ਦੇਖ। ਤੈਂ ਸ਼ਹਿ ਦਿੱਤੀ ਵਾੜ, ਨਾਨਕ ਖੇਤ ਨਾ ਛਿਜਈ। ਹੁਣ ਮੇਰਾ ਖੇਤ ਨਹੀਂ ਛਿਜਦਾ ਪਾਏ, ਹੁਣ ਨਾਮ ਦੀ ਖੇਤੀ ਜਿਹੜੀ ਹੈ ਭਰਪੂਰ ਹੋ ਰਹੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਭ ਤੋਂ ਪਹਿਲਾਂ ਤੇ ਇਹ ਚੀਜ਼ ਨੂੰ ਸਮਝੋ ਕਿ ਜਿਹੜੀ ਭਗਤੀ ਹੈ ਨਾ, ਭਗਤੀ ਦਾ ਮਤਲਬ ਕੀ ਹੈ? ਖੋਜ। ਜਿਹੜੀ ਚੀਜ਼ ਅੰਦਰ ਲੁਕੀ ਹੋਈ ਹੈ, ਬਾਣੀ ਕਹਿੰਦੀ ਹੈ ਕਿ ਮਿਟੇ ਨਾ ਭਰਮ ਕੀ ਕਾਈ। ਜਿਹੜੀ ਭਰਮ ਦੀ ਕਾਈ ਆ ਉਹ ਆ ਗਈ ਹੈ ਤੇ ਸੱਚ ਨੂੰ ਉਹਨੇ ਲੁਕਾ ਲਿਆ। ਹੁਣ ਉਸ ਕਾਈ ਨੂੰ ਆਪਾਂ ਪਰੇ ਕਰਨਾ ਹੈ। ਹੁਣ ਪਰੇ ਕਰਨ ਦਾ ਮਤਲਬ ਤੇ ਇਹੋ ਹੀ ਹੈ ਕਿ ਕਾਈ ਤੋਂ ਆਪਣੇ ਆਪ ਨੂੰ ਅਲੱਗ ਕਰੀਏ ਜਾਂ ਕਾਈ ਨੂੰ ਚੁੱਕ ਕੇ ਪਰੇ ਕਰੀਏ, ਦੂਰ ਕਰੀਏ। ਤੇ ਕਾਈ ਹੈਗੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ, ਹੈ ਨਾ। ਬਿਲਕੁਲ। ਹੁਣ ਬਾਣੀ ਚ ਇੱਕ ਚੀਜ਼ ਹੋਰ ਲਿਖੀ ਹੈ, ਕਹਿੰਦੇ ਗੁਰਮੁਖ ਹੋਵੇ ਤੇ ਕਾਇਆ ਖੋਜੇ, ਹੋਰ ਸਭ ਭਰਮ ਭੁਲਾਏ। ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਇਹਦਾ ਮਤਲਬ ਗੁਰੂ ਜੀ ਬਾਰ-ਬਾਰ ਖੋਜ ਦੀ ਗੱਲ ਕਰਦੇ ਆ। ਉਹ ਕਹਿੰਦੇ ਚੀਜ਼ ਗਵਾਚੀ ਆ, ਲੱਭਣੀ ਆ। ਗਵਾਚੀ ਦਾ ਮਤਲਬ ਤੇਰੇ ਕੋਲ ਚੀਜ਼ ਸੀ, ਪਰ ਤੂੰ ਕੀ ਕੀਤਾ ਹੈ ਕਿ ਤੂੰ ਰੱਖ ਕੇ ਭੁੱਲ ਗਿਆ। ਹੁਣ ਤੂੰ ਲੱਭਣਾ। ਹੁਣ ਘਰ 'ਚ ਕੋਈ ਚੀਜ਼ ਹੋਵੇ, ਦੇਖੋ ਹੁਣ ਆਪਾਂ ਕਈ ਵਾਰੀ ਕੋਈ ਕੀਮਤੀ ਚੀਜ਼ ਰੱਖ ਲੈਂਦੇ ਆ, ਕੋਈ ਮੋਬਾਈਲ ਹੋਇਆ ਜਾਂ ਐਰਾ ਵਗੈਰਾ, ਕੋਈ ਪਰਸ ਹੋ ਗਿਆ ਜਾਂ ਪੈਸੇ। ਮੁੜ ਕੇ ਆਪਾਂ ਕੀ ਕਰਦੇ ਆ? ਉਹਨਾਂ ਪੈਸਿਆਂ ਨੂੰ ਲੱਭਦੇ ਆ। ਕਿਉਂ? ਕਿਉਂਕਿ ਆਪਾਂ ਰੱਖੇ ਨੇ। ਇਸੇ ਕਰਕੇ ਗੁਰਬਾਣੀ 'ਚ ਬਾਰ-ਬਾਰ ਇਸ ਗੱਲ ਦਾ ਵਿਚਾਰ ਆਉਂਦੀ ਹੈ ਕਿ ਜਿਹੜੀ ਚੀਜ਼ ਤੂੰ ਖੁਆ ਬੈਠਾ ਹੈ, ਜਿਹੜੀ ਚੀਜ਼ ਨੂੰ ਖੋ ਬੈਠਾ, ਉਹਨੂੰ ਖੋਜ ਕਰ। ਬਾਣੀ 'ਚ ਵੀ ਕਿਹਾ ਬੰਦੇ ਖੋਜ ਦਿਲ ਹਰ ਰੋਜ਼। ਨਿਜਰ ਸਾਹਿਬ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। हाँ ना परेशानी माए कि मतलब ये जो मेला दस्तगिरी, ये जो दुनिया शहर मेला दस्तगिरी ना है, ये सच नहीं है। हाँ जी। वो कहते कि खोज। हुण तुसीं कहोगे खोजीए की? हर दिन कहते खोज, हर दिन। कबीर साहब कहते कि तू मेन काम ना भुल जा, और काम ਉਹ ਵੀ ਕਰੀ ਜਾ। ਮਨਾ ਥੋੜੀ ਕਰਨੇ ਤੈਨੂੰ, ਕੀ ਕੰਮ ਛੱਡ ਦੇ। ਅਸੀਂ ਤੇ ਆਪ ਇੱਥੇ ਖੱਡੀਆਂ ਤੇ ਬਹਿ ਕੇ ਉਹ ਕੱਤਨੇ ਆ, ਰੂਹ ਕੱਤ ਰਹੇ। ਅਸੀਂ ਵੀ ਕੱਪੜੇ ਬਣਾ ਰਹੇ ਆ। ਤੇ ਰਵੀਦਾਸ ਜੀ ਵੀ ਕਹਿੰਦੇ ਆ ਕਿ ਮੈਂ ਵੀ ਚਮੜੇ ਦਾ ਕੰਮ ਕਰ ਰਹੇ ਹਾਂ। ਰਵਿਦਾਸ ਜੀ ਚਮੜੇ ਦਾ ਕੰਮ ਕਰ ਰਹੇ ਸੀ। ਗੋਰਗੀ ਸਾਹਿਬ ਤੁਹਾਡੀ ਆਵਾਜ਼ ਬੰਦ ਹੋ ਗਈ। ਨਹੀਂ, ਤੁਹਾਡਾ ਦੇਖੋ ਮਾਈਕ ਵਗੈਰਾ। ਉਹ ਫੋਨ ਆ ਗਿਆ ਹੋਣਾ ਵੀਰ ਜੀ ਉਹਨਾਂ ਦਾ। ਨਹੀਂ ਫੋਨ ਨਹੀਂ ਆਇਆ। ਇਹ ਉਹਨਾਂ ਦਾ ਮਿਊਟ ਤਾਂ ਕੀਤਾ ਹੀ ਨਹੀਂ ਉਹਨਾਂ ਨੇ। ਇੱਕ ਬਣੇ ਲੱਗਿਆ ਹੋਵੇ। ਹਾਂ ਇਹ ਹਜੇ ਵੀ। ਹਾਂ ਹੁਣ ਆਈ ਹੈ, ਹੁਣ ਆ ਗਈ ਆਵਾਜ਼। ਤੁਹਾਡਾ ਮਾਈਕ ਹੀ ਨਿਕਲ ਗਿਆ ਸੀਗਾ। ਉਹ ਮੈਨੂੰ ਤਾਂ ਲੱਗਦਾ ਹੁਣ ਆਉਂਦੀ ਆ। ਹਾਂਜੀ ਉਹ ਕਹਿੰਦੇ
ਕਹਿੰਦੇ ਨੇ ਕਿ ਜਿਹੜਾ ਮੇਰਾ ਪ੍ਰੋਫੈਸ਼ਨਲ ਹੈਗਾ ਨਾ, ਮੇਰਾ ਕਿੱਤਾ ਹੈਗਾ, ਉਹ ਇੱਕ ਅਲੱਗ ਚੀਜ਼ ਆ, ਪਰ ਇਸ ਤੋਂ ਇਲਾਵਾ ਵੀ ਮੈਂ ਬੰਦਗੀ ਕਰਦਾ, ਭਗਤੀ ਕਰਦਾ, ਮੈਂ ਆਪਣੇ ਜੀਵਨ ਨੂੰ ਦੇਖਦਾ ਹਾਂ, ਮੈਂ ਜੀਵਨ ਦੀ ਗਹਿਰਾਈ ਚ ਉਤਰਨਾ ਚਾਹੁੰਦਾ ਹਾਂ। ਮੈਂ ਦੇਖਣਾ ਚਾਹੁੰਦਾ ਹਾਂ ਕਿ ਜਿਹੜੀ ਗ੍ਰੰਥਾਂ ਦੇ ਵਿੱਚ ਗੱਲ ਕੀਤੀ ਹੈ, ਆਤਮਾ ਦੀ ਗੱਲ, ਪ੍ਰਮਾਤਮਾ ਦੀ ਗੱਲ, ਮਨ ਦੀ ਗੱਲ, ਸੱਚੀ ਮੈਂ ਮਨ ਤੋਂ ਅੱਗੇ ਜਾ ਸਕਦਾ। ਹੁਣ ਗੱਲਾਂ ਹੀ ਸੁਣੀਆਂ ਸੀ। ਆਮ ਤੌਰ ਤੇ ਬੰਦਾ ਸੋਚਦਾ ਕਿ ਮੈਂ ਵਿਚਾਰ ਕਰਦਾ। ਹੁਣ ਤੁਸੀਂ ਸਾਰੇ ਸਾਧਨਾ ਕਰਦੇ ਜੋ, ਤੁਹਾਨੂੰ ਪਤਾ ਲੱਗ ਗਿਆ ਵਿਚਾਰ ਜਿਹੜਾ ਵਾ ਉਹ ਇੱਕ ਤੁਹਾਡੇ ਅੰਦਰ ਇੱਕ ਪੁਰਜਾ ਲੱਗਾ ਹੋਇਆ ਹੈ। ਤੁਸੀਂ ਤੇ ਕਰਦੇ ਹੀ ਨਹੀਂ ਪਏ। ਬਿਲਕੁਲ। ਫਿਰ ਇੱਥੇ ਇੱਕ ਹੋਰ ਪ੍ਰੋਬਲਮ ਹੋ ਗਈ। ਜਦੋਂ ਇਹ ਪਤਾ ਲੱਗਾ ਕਿ ਵਿਚਾਰ ਜਿਹੜੇ ਮੇਰੇ ਅੰਦਰ ਚੱਲਦੇ ਪਏ ਆ, ਉਹ ਵਿਚਾਰ ਮੈਂ ਨਹੀਂ ਕਰਦਾ, ਹੁਣ ਇਹ ਚੀਜ਼ ਦਾ ਤਾਂ ਕਲੀਅਰਿਟੀ ਹੋ ਗਈ। ਉਸ ਤੋਂ ਬਾਅਦ ਇੱਕ ਚੀਜ਼ ਦਾ ਹੋਰ ਗਿਆਨ ਹੋਇਆ ਕਿ ਜਿਹੜਾ ਵਿਚਾਰ ਜੇ ਆ ਵੀ ਰਹੇ ਨੇ ਤੇ ਉਹ ਉਹਨਾਂ ਚ ਸਹੀ ਕਿੰਨੇ ਆ ਤੇ ਗਲਤ ਕਿੰਨੇ ਆ, ਇਹ ਡਿਸੀਜਨ ਕਿਹਨੇ ਲੈਣਾ ਹੈ। ਬਿਲਕੁਲ। ਪਹਿਲਾਂ ਤੇ ਆਪਾਂ ਸੋਚਦੇ ਸੀ ਨਾ ਕਿ ਜਿਹੜਾ ਵੀ ਚਿੱਤ ਚ ਵਿਚਾਰ ਆਇਆ, ਹੁਣ ਦੇਖੋ, ਹੁਣ ਜਿੱਦਾਂ ਥਾਲੀ ਦੇ ਵਿੱਚ ਤੁਹਾਡੇ ਘਰ ਦੇ ਤੁਹਾਨੂੰ ਰੋਟੀ ਦਿੰਦੇ ਆ, ਠੀਕ ਹੈ, ਤੁਸੀਂ ਮੈਨੂੰ ਦੇਖੋ ਵਿਚਾਰ ਦਾ ਮਤਲਬ ਹੋਰ ਸਰਲ ਕਰੀਏ। ਆਪਾਂ ਇੱਕ ਰੈਸਟੋਰੈਂਟ ਦੇ ਵਿੱਚ ਗਏ, ਉੱਥੇ 400-500 ਡਿਸ਼ ਹੈਗੀ। 400-500 ਡਿਸ਼ ਚੋਂ ਆਪਾਂ ਕੀ ਆਰਡਰ ਕਰਦੇ ਹਾਂ? ਆਪਾਂ ਕੇਵਲ ਉਹ ਫੂਡ ਆਰਡਰ ਕਰਦੇ ਹਾਂ ਜਿਹੜਾ ਆਪਾਂ ਖਾ ਸਕਦੇ ਹਾਂ, ਜਿਹੜਾ ਸਾਡੇ ਨਾਲ ਰਿਲੇਟਡ ਆ, ਜਿਹੜਾ ਸਾਨੂੰ ਪਤਾ ਹੈ। ਆਪਾਂ ਕੇਵਲ ਉਹ ਆਰਡਰ ਕਰਦੇ ਹਾਂ। ਉਸ ਤੋਂ ਬਾਅਦ ਹੁਣ ਮਨ ਦੇ ਵਿੱਚ ਵੀ ਜਿੱਦਾਂ ਮੈਨੂੰ ਹੈਗਾ, ਤੁਹਾਡੇ ਵੱਡਾ ਮੈਨੂੰ, ਹੁਣ ਉਹਦੇ ਵਿੱਚ ਕਈ ਚੀਜ਼ਾਂ ਏਦਾਂ ਦੀਆਂ ਹੈਗੀਆਂ ਜਿਹੜੀਆਂ ਸਾਨੂੰ ਆਰਡਰ ਨਹੀਂ ਕਰਨੀਆਂ ਚਾਹੀਦੀਆਂ। ਬਿਲਕੁਲ ਸਹੀ ਹੈ ਜੀ। ਤੇ ਜੇ ਆਪਾਂ ਨੂੰ ਆਰਡਰ ਕਰਦੇ ਆ ਤੇ ਫਿਰ ਉਹ ਕਹਿੰਦੇ ਤੈਨੂੰ ਖਾਣੀਆਂ ਪੈਣੀਆਂ, ਪੰਗਾ ਤੇ ਆ। ਇਸੇ ਕਰਕੇ ਚਿੱਤ ਦੇ ਵਿੱਚ ਕੋਈ ਚੀਜ਼ ਆ ਗਈ ਹੈ, ਬ੍ਰਹਮ ਗਿਆਨੀ ਤੇ ਵੈਸੇ ਚਿੱਤ 'ਚ ਕੁਝ ਆਉਂਦਾ ਨਹੀਂ ਆ, ਪਰ ਜਦੋਂ ਬੰਦਾ ਬ੍ਰਹਮ ਗਿਆਨੀ ਤੇ ਜਿੱਦਾਂ ਪੁਲ ਨਹੀਂ ਚੜਦਾ, ਪ੍ਰੋਸੈਸ 'ਚ ਹੁੰਦਾ, ਪੁਲ ਤਾਂ ਚੜਦਾ। ਉਹਨੂੰ ਟ੍ਰਾਂਜੀਸ਼ਨ ਕਹਿੰਦੇ ਆ। ਟ੍ਰਾਂਜੀਸ਼ਨ ਦਾ ਮਤਲਬ ਹੁੰਦਾ ਕਿ ਵੱਡੇ ਤੋਂ ਛੋਟਾ ਜਾਂ ਛੋਟੇ ਤੋਂ ਵੱਡਾ ਇੱਕ ਜੁਆਇੰਟ ਹੁੰਦਾ। ਪੁਲ ਜਦੋਂ ਟ੍ਰਾਂਜੀਸ਼ਨ 'ਚ ਜਾਂਦੇ ਆਪਾਂ ਤੇ ਐਲੀਵੇਸ਼ਨ ਅਪ ਹੁੰਦੀ, ਉਦੋਂ ਬ੍ਰਹਮ ਗਿਆਨੀ ਦਾ ਜਿਹੜਾ ਜੀਵਨ ਹੁੰਦਾ ਨਾ, ਉਹ ਬੁਰਾਈ ਤੇ ਚੰਗਿਆਈ ਦੇ ਵਿੱਚ ਆ ਜਾਂਦਾ। ਬਿਲਕੁਲ। ਦੇਖੋ ਬ੍ਰਹਮ ਗਿਆਨੀ ਇੱਕ ਮਿੰਟ 'ਚ ਨਹੀਂ ਬਣ ਸਕਦਾ। ਜੇ ਕੋਈ ਕਵੇ ਕਿ ਜਸਟ ਸਮਬਡੀ ਕਮ ਐਂਡ ਬਿਕਮ ਅ ਬ੍ਰਹਮ ਗਿਆਨੀ, ਇਟ ਇਜ਼ ਨਾਟ ਪੋਸੀਬਲ। ਤੁਹਾਡਾ ਨਾ ਮਾਈਕ ਗੋਰਕੀ ਸਾਹਿਬ, ਤੁਹਾਡਾ ਉੱਠਣਾ ਪਊਗਾ, ਹੈਨਾ? ਤੁਹਾਡਾ ਮਾਈਕ ਹਿਲ ਰਿਹਾ ਗੋਰਕੀ ਸਾਹਿਬ। ਮਾਈਕ ਫਿਰ ਹਿਲ ਰਿਹਾ। ਹੁਣ ਦੇਖੋ, ਹੁਣ ਵੀ ਉਦਾਂ ਦਾ ਹੀ ਕਰ ਰਿਹਾ। ਉਹ ਕੱਟ ਕਰਦਾ ਵਿੱਚ। ਹਾਂਜੀ, ਮੈਨੂੰ ਲੱਗਦਾ ਕਿ ਮੈਂ ਡਾਟਾ ਤੇ ਨਹੀਂ ਗਲਤ। 1 ਸੈਕਿੰਡ ਨਹੀਂ ਜੱਸਾ, 1 ਸੈਕਿੰਡ, ਕੁਛ ਗੜਬੜ ਤੇ ਨਹੀਂ? ਹਾਂ, ਗੜਬੜ ਹੀ ਹੈ ਕਿ ਠੀਕ ਹੈ ਜੀ। ਹਾਂਜੀ ਉਹੀ ਨੈਟਵਰਕ ਹੀ ਮਾੜਾ ਹੀ, ਡਾਟਾ ਮੁੱਕ ਗਿਆ ਨਾ ਵਿਚਾਰੇ ਦਾ। ਅੱਛਾ, ਇਹਦੇ ਵਿੱਚ ਬ੍ਰਹਮ ਗਿਆਨੀ ਕੀ ਕਰਦਾ ਹੈ ਕਿ ਬ੍ਰਹਮ ਗਿਆਨੀ ਜਦੋਂ ਬ੍ਰਹਮ ਗਿਆਨੀ ਅਵਸਥਾ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਜੀਵਨ 'ਚ ਇੱਕ ਐਸੀ ਅਵਸਥਾ ਆਊਗੀ, ਤੁਹਾਡੀ ਜ਼ਿੰਦਗੀ 'ਚ ਵੀ ਆਉਣੀ ਹੈ, ਉੱਥੇ ਚੰਗਿਆਈ ਤੇ ਬੁਰਾਈ ਤੁਹਾਡੇ ਚਿੱਤ 'ਚ ਬਰਾਬਰ ਹੀ ਆ ਜਾਣੀ ਆ, ਬਰਾਬਰ ਤੇ ਹੋਵੇਗੀ। ਬਿਲਕੁਲ। ਪਹਿਲਾਂ ਜਿਹੜੀ ਹੈਗੀ ਬੁਰਾਈ ਉੱਪਰ ਹੁੰਦੀ ਆ, ਚੰਗਿਆਈ ਥੱਲੇ ਹੁੰਦੀ ਆ, ਫਿਰ ਜਿਹੜਾ ਹੈਗਾ ਆਹ ਤੁਹਾਡਾ ਲੈਵਲ ਜਿਹੜਾ ਕਹਿ ਰਹੇ ਹੋ ਤੁਸੀਂ, ਦੋਨੋਂ ਇੱਕ ਬਰਾਬਰ ਆ ਜਾਣਗੇ। ਹਾਂਜੀ, ਇਹ ਦੋ ਥਾਲੀਆਂ ਹੋਣੀਆਂ ਜੋ ਪਹਿਲਾਂ। ਇੱਕ ਤੇ ਪਹਿਲਾਂ ਏਦਾਂ ਹੀ ਨਾ ਕਿ ਪਹਿਲਾਂ ਥਾਲੀ ਆਉਂਦੀ ਸੀ ਮਾਇਆ ਦੀ। ਹੁਣ ਜਦੋਂ ਬ੍ਰਹਮ ਗਿਆਨੀ ਜਦੋਂ ਭਗਤੀ ਕਰਦਾ ਹੈ, ਉਹ ਬ੍ਰਹਮ ਗਿਆਨੀ ਬਣਨਾ ਚਾਹੁੰਦਾ। ਹੁਣ ਇੱਕ ਦਿਨ 'ਚ ਤੇ ਕੋਈ ਡਾਕਟਰ ਨਹੀਂ ਬਣ ਸਕਦਾ ਤੇ ਨਾ ਹੀ ਇੱਕ ਦਿਨ 'ਚ ਕੋਈ ਬ੍ਰਹਮ ਗਿਆਨੀ ਬਣ ਸਕਦਾ, ਕਿਉਂਕਿ ਪ੍ਰਕਿਰਤੀ ਨੇ ਏਦਾਂ ਦਾ ਸਿਸਟਮ ਬਣਾਇਆ ਵਾ, ਸਲੋ, ਬਿਲਕੁਲ, ਵੈਰੀ ਸਲੋ, ਕਿਉਂਕਿ ਪ੍ਰਕਿਰਤੀ ਨੂੰ ਕੋਈ ਜਲਦੀ ਨਹੀਂ। ਨਿਜਰ ਸਾਹਿਬ ਬਿਲਕੁਲ ਸਹੀ ਹੈ ਜੀ। ਹੁਣ ਇੱਥੇ ਫਿਰ ਬ੍ਰਹਮ ਗਿਆਨੀ ਕੋਲ 2 ਆਪਸ਼ਨ ਆਉਂਦੇ ਆ, ਚੰਗਾ ਤੇ ਬੁਰਾਈਆਂ। ਬਾਣੀ ਕਹਿੰਦੀ ਆ ਚੰਗਿਆਈਆਂ ਤੇ ਬੁਰਾਈਆਂ ਵਾਚੇ ਧਰਮਾ ਦੂਰ। ਕਹਿੰਦੇ ਜਦੋਂ ਤੇਰੇ ਸਾਹਮਣੇ 2 ਸਾਲੀਆਂ ਆਈਆਂ, ਇੱਕ ਚੰਗਿਆਈ ਦੀ ਹੈ, ਇੱਕ ਬੁਰਾਈ ਦੀ ਹੈ, ਹੁਣ ਤੂੰ ਕਿਹਨੂੰ ਗ੍ਰਹਿਣ ਕਰਦਾ ਹੈ? ਇਹ ਪ੍ਰਮਾਤਮਾ ਵੇਖਣ ਦੇ ਪੰਗਾ ਪੈ ਜਾਣਾ ਹੀ। ਉਹ ਵੇਖੋ, ਇਹ ਗੱਲ ਨੂੰ ਬਾਣੀ ਮੇਰੀ ਗੱਲ ਨੂੰ 101% ਤਸਦੀਕ ਕਰਦੀ ਹੈ। ਬਾਣੀ ਕਹਿੰਦੀ ਹੈ ਚੰਗਿਆਈਆਂ ਤੇ ਬੁਰਾਈਆਂ ਵਾਚੇ ਧਰਮ ਹਦੂਰ। ਧਰਮ ਰਾਜ ਜਿਹੜਾ ਤੇਰਾ, ਉਹ ਤੈਨੂੰ ਦੇਖ ਰਿਹਾ ਕਿ ਤੂੰ ਥਾਲੀ ਕਿਹੜੀ 'ਚ ਚੁੱਕ ਰਿਹਾ। ਬਿਲਕੁਲ। ਪਰ ਫਿਰ ਕਹਿੰਦੇ ਆ ਕਰਮੀ ਆਪੋ ਆਪਣੀ ਦੇ ਕਿਹੜੇ ਜਿਹੜੇ ਕਿ ਦੂਰ। ਅਗਲੇ ਬੰਨੇ ਫਿਰ ਨਾਲ ਕਲੀਅਰ ਕਰ ਦਿੰਦੇ ਕਿ ਆ ਤੇ ਜਾਣਾ, ਕਿਸੇ ਨੂੰ ਛੇਤੀ ਮਿਲ ਜਾਣਾ, ਕਿਸੇ ਨੂੰ ਥੋੜਾ ਸਮੇਂ ਬਾਅਦ ਮਿਲੂਗਾ। ਪਰ ਪ੍ਰਕਿਰਤੀ ਦਾ ਨਿਯਮ ਹੈ, ਜੋ ਕੁਝ ਵੀ ਹੋ ਗਿਆ ਉਹ ਅਟਾਲਿਆ, ਗੋਲੀ ਨਿਕਲ ਗਈ ਆ। ਅੱਛਾ,
ਆ ਦੇਖੋ ਕਹਿੰਦੇ ਨੇ ਕਿ ਖੋਜ ਕਰਨੀ ਹੈ ਜੀ, ਆਪਾਂ ਲੱਭਾਂਗੇ ਜੀ, ਖੋਜ ਹੀ ਚੱਲ ਰਹੀ ਹੈ ਹਰ ਦਿਨ, ਆਪਾਂ ਖੋਜ ਕਰਦੇ ਆ। ਚਲੋ ਜਿੰਨੀ ਸਾਡੀ ਮੱਤ ਹੈ, ਜੋ ਸਾਡੇ ਕੋਲ ਥੋੜਾ ਬਹੁਤਾ ਗਿਆਨ ਹੈ, ਮੈਂ ਆਪਣੇ ਲੈਵਲ ਤੇ ਕਰ ਰਿਹਾ, ਤੁਸੀਂ ਆਪਣੇ ਲੈਵਲ ਤੇ ਕਰ ਰਹੇ। ਫਿਰ ਅਗਲੇ ਬੰਨੇ ਦੇਖੋ ਨਿੱਜਰ ਸਾਹਿਬ ਫਿਰ ਤੋਂ ਬੋਲੋ। ਖੋਜੀ ਲੱਦਮ ਖੋਜ ਛੱਡਿਆ ਉਜਾੜ, ਕਹਿੰਦੇ ਉਹਨਾਂ ਦੀ ਵੀ ਖੋਜ ਕਰਨੀ ਹੈ ਭਾਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿੱਧਰ ਦੀ ਆਉਂਦੇ ਆ, ਕਿਵੇਂ ਆਉਂਦੇ ਵਿਚਾਰਾਂ ਦੇ ਵਿੱਚ, ਕਹਿੰਦੇ ਉਹ ਤਾਂ ਖੇਤੀ ਉਜਾੜ ਰਹੇ ਆ। ਬਸ ਤੈਂ ਸ਼ਹਿ ਦਿੱਤੀ ਵਾੜ, ਉਹ ਮਾਲਕ ਪਰਮਾਤਮਾ ਨੇ ਕੀ ਕੀਤਾ, ਬ੍ਰਹਮ ਗਿਆਨ ਦਿੱਤਾ। ਬ੍ਰਹਮ ਗਿਆਨੀਆਂ ਦੀ ਸੰਗਤ ਦੇ ਨਾਲ, ਬ੍ਰਹਮ ਗਿਆਨੀਆਂ ਦੇ ਗਿਆਨ ਦੇ ਨਾਲ ਜਿਹੜਾ ਹੈਗਾ ਜਾਗ ਗਿਆ ਅਭਿਆਸੀ, ਉਹ ਜਿਹੜਾ ਹੈਗਾ, ਕਿਉਂਕਿ ਅਵੇਸਲਾ ਹੀ ਨਹੀਂ ਹੁੰਦਾ ਹੁਣ ਉਹਨਾਂ ਦੇ ਵਿਚਾਰ ਲੈਂਦਾ ਹੀ ਨਹੀਂ, ਜਿਹੜੇ ਮਾਇਆ ਦੇ ਜਿਹੜੇ ਹੈਗੇ ਆ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਚਾਰ ਜਿਹੜੇ ਹੈਗੇ ਉਸੇ ਵੇਲੇ ਕੱਟ ਕਰ ਦਿੰਦਾ। ਉਹ ਆਹ ਵਾੜ ਹੋ ਗਈ ਭਗਤੀ ਦੇ ਦੁਆਰਾ। ਤੈਂ ਸ਼ਹਿ ਦਿੱਤੀ ਵਾੜ, ਨਾਨਕ ਖੇਤ ਨਾ ਛਿਜਈ। ਹੁਣ ਖੇਤ ਜਿਹੜਾ ਹੈਗਾ, ਜਿਹੜਾ ਉਹ ਖੇਤੀ ਉੱਜੜਦੀ ਨਹੀਂ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਦੇਖੋ ਜੀ, ਇੱਥੇ ਹੁਣ ਬਾਣੀ ਇਹ ਕਹਿ ਰਹੀ ਹੈ ਕਿ ਵਾੜ ਕਰਨੀ ਬੜੀ ਜ਼ਰੂਰੀ ਹੈ। ਤੇ ਵਾੜ ਤੇ ਤੁਹਾਡੇ ਕੋਲ ਹੈਗੀ ਹੈ, ਉਹ ਹੈਗੀ ਹੈ ਸਬਰ ਤੇ ਸੰਤੋਖ। ਕੋਈ ਵੀ ਚੀਜ਼ ਆ, ਸਬਰ ਹੋਵੇ ਸਾਡੀ ਜ਼ਿੰਦਗੀ 'ਚ, ਸਾਡੀ ਜ਼ਿੰਦਗੀ ਸੰਤੋਖ ਹੋਵੇ, ਇਹ ਗੁਣ ਨੇ, ਇਹ ਪ੍ਰਮਾਤਮਾ ਲਾਉਂਦੇ ਨੇ। ਜੇ ਤੁਸੀਂ ਭਗਤੀ ਕਰੋਗੇ ਤੁਹਾਡੇ ਜੀਵਨ 'ਚ ਆ ਜਾਣਗੇ ਆਪਣੇ ਆਪ ਹੀ। ਹੁਣ ਇਹ ਜਦੋਂ ਪਾਣੀ ਮਰਿਆਦਾ ਵਿੱਚ ਚੱਲਦਾ ਹੈ, ਕਹਿਣ ਤੋਂ ਭਾਵ ਨਦੀ ਦਾ ਪਾਣੀ ਕਿਨਾਰਿਆਂ ਦੇ ਵਿੱਚ ਚੱਲਦਾ ਹੈ ਨਾ, ਤੇ ਉਹ ਪਾਣੀ ਬਹੁਤ ਕੰਮ ਵਾਲਾ ਹੁੰਦਾ ਹੈ। ਆਪਾਂ ਕਿ ਫਸਲ ਨੂੰ ਲਾ ਸਕਦੇ ਹਾਂ, ਜਿੱਥੇ ਲੋੜ ਹੈ ਪਾਣੀ, ਜਿੱਥੇ ਪਾਣੀ ਦੀ ਕਮੀ ਉੱਥੇ ਤੱਕ ਪਾਣੀ ਲੈ ਕੇ ਜਾ ਸਕਦੇ ਆ। ਪਰ ਜਦੋਂ ਕਿਨਾਰਾ ਨਹੀਂ ਹੁੰਦਾ ਤੇ ਨਦੀ ਫਿਰ ਡੇਂਜਰ ਹੋ ਜਾਂਦੀ ਆ, ਫਿਰ ਜਿੱਥੇ ਵੀ ਜਾਊਗੀ ਉਹ ਕੇਵਲ ਨੁਕਸਾਨ ਹੀ ਕਰੇਗੀ, ਉਹਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਜਿਹੜੇ ਬੰਦੇ ਦੇ ਜੀਵਨ ਦੇ ਵਿੱਚ ਕੋਈ ਮਰਿਆਦਾ ਨਹੀਂ ਆ, ਮਰਿਆਦਾ ਦਾ ਮਤਲਬ ਹੁੰਦਾ ਹੈ ਕਿ ਜਦੋਂ ਲక్ష్మణ ਨੇ ਰੇਖਾ ਖਿੱਚੀ ਨਾ, ਲక్ష్మణ ਰੇਖਾ ਕਹਿੰਦੇ ਨੇ ਉਹਨੂੰ, ਉਹਨਾਂ ਨੇ ਜਾਣ ਤੋਂ ਪਹਿਲਾਂ ਆਪਣੀ ਭਾਬੀ ਨੂੰ ਇੱਕ ਵਾਰਨਿੰਗ ਕੀਤੀ ਕਿ ਦੇਖੋ ਤੁਸੀਂ ਸੀਤਾ ਮਈਆ, ਇਹ ਜਿਹੜੀ ਲక్ష్మణ ਆ ਮਰਿਆਦਾ ਹੈ, ਇਹਨੂੰ ਤੁਸੀਂ ਉਲੰਘਣਾ ਨਹੀਂ ਕਰਨੀ। ਹੁਣ ਦੇਖੋ ਤੁਹਾਡੇ ਘਰਾਂ ਦੇ ਵਿੱਚ ਇੱਕ ਪਤੀ ਹੈ, ਇੱਕ ਪਤਨੀ ਹੈ, ਇਹ ਮਰਿਆਦਾ ਦੀਆਂ ਰੇਖਾ ਹੁੰਦੀਆਂ ਨੇ ਇਹਨਾਂ ਦੇ ਵਿਚਕਾਰ। ਬੱਚਿਆਂ ਦੇ ਵਿੱਚ ਵੀ ਹੁੰਦੀਆਂ ਨੇ, ਇਹ ਦਿਖਦੀਆਂ ਨਹੀਂ ਆ ਪਰ ਹੁੰਦੀਆਂ ਵਾ। ਮਰਿਆਦਾ ਦਾ ਮਤਲਬ ਇਹ ਨਹੀਂ ਕੋਈ ਸੜਕ, ਆਪਾਂ ਕੋਈ ਜਾਨਵਰ ਨਹੀਂ ਆਪਾਂ ਨੂੰ ਸੰਗਲ ਪਾਇਆ ਹੋਵੇ ਜਾਂ ਕੋਈ ਗਲ 'ਚ ਰੱਸਾ ਪਾ ਕੇ ਬੰਨਿਆ ਹੋਵੇ। ਮਰਿਆਦਾ ਦਾ ਮਤਲਬ ਹੁੰਦਾ ਭੈ, ਕਿ ਮੇਰਾ ਪਤੀ ਹੈ, ਮੇਰੀ ਪਤਨੀ ਆ, ਮੇਰੇ ਬੱਚੇ ਆ, ਜੇ ਮੈਂ ਆਹ ਕੰਮ ਕਰਾਂ ਤੇ ਕੱਲ ਨੂੰ ਇਹ ਮੈਨੂੰ ਕੀ ਕਹਿਣਗੇ। ਉਹ ਚੀਜ਼ਾਂ ਦਿਖਦੀਆਂ ਨਹੀਂ ਹੈ। ਮਰਿਆਦਾ ਦਾ ਮਤਲਬ ਸੀ, ਸੀਤਾ ਨੂੰ ਵੀ ਇਹੋ ਗੱਲ ਸਮਝਾਈ ਸੀ ਲక్ష్మణ ਨੇ ਕਿ ਇਹ ਮਰਿਆਦਾ ਹੈ, ਇਹ ਮਰਿਆਦਾ ਦੀ ਉਲੰਘਣਾ ਨਹੀਂ ਕਰਨੀ ਆਪਾਂ। ਹੁਣ ਇਸੇ ਤਰ੍ਹਾਂ ਆਪਣੇ ਕੋਲ ਵੀ ਇੱਕ ਲక్ష్మణ ਰੇਖਾ ਹੁੰਦੀ ਹੈ ਕਿ ਕੋਈ ਕੰਮ ਏਦਾਂ ਦਾ ਕਰਨਾ ਨਹੀਂ ਆ। ਕਿਉਂ ਨਹੀਂ ਕਰਨਾ? ਕਿਉਂਕਿ ਭੋਗ ਹੈਗਾ ਉਹ ਸ਼ਿਕਾਰੀ ਨੇ ਸੁੱਟਿਆ ਹੋਇਆ ਹੈ ਸਾਨੂੰ ਫੜਨ ਦੇ ਵਾਸਤੇ। ਬਿਲਕੁਲ। ਔਰ ਹੁਣ ਉਹ ਵੇਖੋ ਕੀ ਹੋਇਆ ਫਿਰ, ਜਦੋਂ ਸੀਤਾ ਨੂੰ ਉਹ ਚੁੱਕ ਕੇ ਲੈ ਗਿਆ, ਫਿਰ ਕਿੰਨਾ ਕਸ਼ਟ ਹੋਇਆ, ਕਿੰਨਾ ਯੁੱਧ ਹੋਇਆ। ਇਸੇ ਤਰ੍ਹਾਂ ਜਦੋਂ ਆਪਾਂ ਵੀ ਉਲੰਘਣਾ ਕਰਦੇ ਹਾਂ ਮਰਿਆਦਾ, ਤੁਸੀਂ ਕੁਛ ਵੀ ਕਰੋ, ਤੁਸੀਂ ਨਜ਼ਰ ਸੁਪਰਵਿਜ਼ਨ ਤੋਂ ਬਾਹਰ ਨਹੀਂ ਜਾਓਗੇ, ਤੁਹਾਨੂੰ ਫੜ ਲੈਣਾ ਧਰਮ ਰਾਜ ਨੇ। ਪਰ ਇਹ ਫਿਰ ਆਪਾਂ ਪਤਾ ਕਿ ਬੇਵਕੂਫ, ਏਡੇ ਵੱਡੇ ਬੇਵਕੂਫ ਆ ਆਪਾਂ। ਫਿਰ ਕਹਿੰਦੇ ਆ ਉਹ ਫਲਾਣੇ ਬੰਦੇ ਨੂੰ ਕੀ ਹੋ ਗਿਆ, ਉਹ ਤੇ ਬਥੇਰਾ ਟਾਕੇ ਮਾਰਨ ਦਿਆ ਹੈ, ਉਹ ਤੇ ਦਿਨੋਂ ਦਿਨ ਤਰੱਕੀ ਕਰਨ ਦਿਆ। ਪਰ ਬਾਣੀ ਕਹਿੰਦੀ ਹੈ ਹਮ ਦੇਖੇ ਤੈ ਡੁੱਬਿਆਲੇ, ਮੈਂ ਦੇਖ ਰਿਹਾ ਤੇ ਡੁੱਬ ਰਿਹਾ ਵਿਚਾਰਾ, ਬੜੀ ਸਪੀਡ ਨਾਲ ਡੁੱਬ ਰਿਹਾ। ਤੁਸੀਂ ਸੋਚਦੇ ਨਹੀਂ ਜੀ ਨਹੀਂ, ਚਰਨਜੀਤ ਨੇ ਤਾਂ ਵੇਖ ਮਹਿਲ ਪਾ ਲਿਆ। ਉਹ ਕਹਿੰਦੇ ਮਹਿਲ ਤੇ ਪਾਲਿਆ, ਪਹਿਲੇ ਵੇਖ ਲੋਕਾਂ ਨੇ ਮਹਿਲ ਪਾਏ ਸੀ ਇਸ ਤਰੀਕੇ ਨਾਲ, ਉਹਨਾਂ ਦਾ ਪਰਿਵਾਰ ਕਿੱਥੇ ਹੈ? ਇਹ ਚਰਨਜੀਤ ਵੀ ਖਤਮ ਹੋ ਜਾਣਾ ਵਾ, ਇੱਕ ਸਮਾਂ ਆਉਣਾ ਹੈ। ਪਾਣੀ ਤੇ ਖਿੱਚੀਆਂ ਲਕੀਰਾਂ ਤੋਂ ਵੱਧ ਆਪਾਂ ਨਹੀਂ ਹੈਗੇ, ਕੁਛ ਨਹੀਂ ਜੇ ਬਣਨਾ ਇੱਥੇ। ਪਰ ਇਹ ਆ ਕਿ ਜਿਹੜਾ ਜੀਵਨ ਆ, ਜੀਵਨ ਦੀ ਮਰਿਆਦਾ ਤੇ ਇਹੋ ਹੀ ਹੈ ਕਿ ਬਈ ਤੂੰ ਥੋੜਾ ਸੋਚ ਵਿਚਾਰ ਕਰ, ਤੂੰ ਜਾਨਵਰ ਥੋੜੀ ਹੈਗਾ ਕਿ ਤੇਰੇ ਗਲ 'ਚ ਰੱਸਾ ਪਾਇਆ ਹੋਏ ਅਗਲਾ ਬੰਦਾ ਤੇਰੇ ਤੇ ਸ਼ੱਕ ਕਰਦਾ ਫਿਰਦੇ ਕਿ ਬਈ ਮੇਰਾ ਬੰਦਾ ਕੀ ਕਰਦਾ ਫਿਰਦਾ, ਮੇਰੀ ਜਨਾਨੀ ਕੀ ਕਰਦੀ ਫਿਰਦੀ, ਮੇਰੇ ਬੱਚੇ ਕੀ ਕਰਦੇ ਫਿਰਦੇ। ਉਹ ਉਹਨਾਂ ਜੇ ਤੇਰੇ ਤੇ ਵਿਸ਼ਵਾਸ ਕਰਦੇ ਆ ਤੇ ਤੂੰ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰ। ਇਹੋ ਮਰਿਆਦਾ ਹੈ ਨਿੱਜਰ ਸਾਹਿਬ। ਬਿਲਕੁਲ।
ਤੁਸੀਂ ਮੈਨੂੰ ਕਿਹਾ ਚਰਨਜੀਤ ਲੈ ਕੱਟ ਲਓ ਬਿੱਲ ਤੁਹਾਡਾ ਜਿੰਨਾ ਦਿਲ ਕਰਦਾ। ਹੁਣ ਉੱਥੇ ਮੇਰੀ ਆਤਮਾ ਦੀ ਗੱਲ ਆ ਗਈ। ਮੈਂ ਦੇਖਾਂਗਾ ਨਿੱਜਰ ਸਾਹਿਬ ਨੇ ਤੇ ਕਹਿਤਾ ਪੈਸੇ ਰੱਖੇ ਮੇਰੇ ਗਾੜੀ, ਕੱਟ ਲਓ ਜੀ ਜਿੰਨਾ ਤੁਹਾਡਾ ਦਿਲ, ਜਿੰਨਾ ਤੁਹਾਡਾ ਬਣਦਾ। ਉੱਥੇ ਮੈਨੂੰ ਇਹ ਸੋਚ ਵਿਚਾਰ ਕਰਨੀ ਚਾਹੀਦੀ ਹੈ, ਜੋ ਮਰਿਆਦਾ ਬਣਦੀ, ਜੋ ਧਰਮ ਦੇ ਅਨੁਸਾਰ ਜੋ ਪੈਸੇ ਬਣਦੇ ਆ, ਮੈਂ ਕੇਵਲ ਉਹਨੇ ਲਵਾਂ। ਇਹੋ ਜੀਵਨ ਆ। ਗੁਰੂਆਂ ਨੇ ਕੁਛ ਨਹੀਂ ਸਿਖਾਇਆ। ਗੁਰੂਆਂ ਨੇ ਕੀ ਕਿਹਾ? ਉਹ ਕਹਿੰਦੇ ਆ ਕਿ ਦੱਦਾ ਦੋਸ਼ ਨਾ ਦਊਂ ਕਿਸੇ, ਦੋਸ਼ੇ ਆਪਣੇ ਕਰਮਾਂ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਆਵਰ ਜਨਾ। ਫਿਰ ਬਾਣੀ ਹੁਣ ਮੇਰੇ ਤੁੱਕ ਤੇ ਨਹੀਂ ਬੋਲਣੀਆਂ ਆਉਂਦੀਆਂ, ਬਟ ਉਹ ਥੋੜੀਆਂ ਥੋੜੀਆਂ ਮੈਨੂੰ ਦਾਵੀ ਤੁੱਕਾਂ ਤੇ ਆਉਂਦੀਆਂ ਹੀ ਆ। ਪਰ ਉੱਥੇ ਇਹ ਬਾਣੀ ਕਹਿੰਦੀ ਆ ਕਿ ਜੋ ਤੂੰ ਕਰੇਂਗਾ ਤੈਨੂੰ ਉਹ ਤੈਨੂੰ ਮਿਲ ਜਾਣਾ ਹੀ। ਜਿੱਦਾਂ ਤੂੰ ਬੱਸ ਸਟੈਂਡ 'ਚ ਗਿਆ, ਤੂੰ ਜਿੱਥੋਂ ਦੀ ਟਿਕਟ ਖਰੀਦੇਂਗਾ ਸੱਜਣਾ, ਤੈਨੂੰ ਇਸ ਧਰਮ ਰਾਜ ਨੇ ਉੱਥੇ ਭੇਜਣਾ ਹੀ। ਐਵੇਂ ਨਾ ਟਿਕਟਾਂ ਖਰੀਦੀ ਜਾ। ਹੁਣ ਕਈ ਬੰਦੇ ਡੁੱਬਦੇ ਪਏ ਨਿੱਜਰ ਸਾਹਿਬ, ਉਹਨਾਂ ਦੇ ਪੰਡਾ ਭਰੀਆਂ ਨੇ ਟਿਕਟਾਂ ਦੀਆਂ, ਤੇ ਉਹ ਫਿਰ ਕਹਿੰਦੇ ਆ ਬੜਾ ਲੰਮਾ ਸਫ਼ਰ ਤੇ ਜਾ ਰਿਹਾ ਹੈ। ਬਾਣੀ ਤੇ ਕਹਿੰਦੀ ਹੈ ਜੇ ਸਵਾਦ ਹੀ ਪੰਡ ਚੁੱਕ ਲਈ ਨੀ ਜ਼ਿਆਦਾ ਟਿਕਟ, ਹੁਣ ਇਹਨੇ ਪਤਾ ਨਹੀਂ ਕਿੱਥੇ ਚੱਲ ਜਾਣਾ ਪੀਰ ਧੂਰੀ। ਨਿੱਜਰ ਸਾਹਿਬ, ਗੋਰਖੀ ਸਾਹਿਬ, ਟਿਕਟਾਂ ਜਿਹੜੀਆਂ ਮਾਲਕ ਕਹਿੰਦਾ 84 ਲੱਖ ਜੀ ਉਹਨਾਂ ਦੀਆਂ ਟਿਕਟਾਂ ਆ, ਤੂੰ ਘਬਰਾ ਕਿਉਂ ਰਿਹਾ? ਲਾਲਾ ਜਿਹੜੀਆਂ ਮਰਜ਼ੀ ਲੈਣੀਆਂ। ਉਹ ਤੇ ਕਹਿੰਦੇ ਸਾਡਾ ਤੇ ਕੰਮ ਹੀ ਇਹੋ ਆ। ਬਿਲਕੁਲ, ਤੂੰ ਲੈ ਲਾ ਟਿਕਟਾਂ, ਅਸੀਂ ਮਨਾ ਕਰਨੇ ਆ। ਤੇ ਹੁਣ ਮੇਰੇ ਵਰਗਾ ਐਵੇਂ ਚੌੜਾ ਹੀ ਫਿਰੇ, ਵੇਖੋ ਜੀ ਫਲਾਣੇ ਬੰਦੇ ਨੇ ਕਿੰਨੀਆਂ ਟਿਕਟਾਂ ਇਕੱਠੀਆਂ ਕੀਤੀਆਂ ਤੇ ਮੈਂ ਉਸ ਤੋਂ ਵੱਧ ਕਰੂੰਗਾ। ਫਿਰ ਉਹਨੂੰ ਪੁੱਛੋ ਭਾਈ, ਓਏ ਉਹ ਤੇ ਆਪਣੀ, ਉਹਨੇ ਮੜੀ ਜਿੱਤੇ ਆਪ ਜਾਣਾ ਹੈ, ਤੂੰ ਉਹਦੇ ਨਾਲ ਪਏਗਾ ਲੰਮੇ? ਤੂੰ ਆਪਣੇ ਬਾਰੇ ਵਿਚਾਰ ਕਰਨਾ, ਤੂੰ ਇਹ ਤੋਂ ਕੀ ਲੈਣਾ ਦੇਣਾ? ਇੱਕ ਬੰਦੇ ਦਾ ਮੂੰਹ ਲਾ ਲਿਆ ਤੇ ਤੂੰ ਚਪੇੜ ਮਾਰ ਕੇ ਕਿਉਂ ਆਪਣਾ ਲਾਲ ਕਰੀ ਜਾ ਰਿਹਾ? ਇਹੋ ਹੀ ਪ੍ਰਕਿਰਤੀ ਦੇ ਵਿੱਚ ਇੱਕ ਖਾਸ ਗੱਲ ਆ ਕਿ ਜ਼ਿੰਦਗੀ ਦੇ ਵਿੱਚ ਦੇਖੋ, ਮੈਂ ਇੱਕ ਚੀਜ਼ ਆਪ ਜੀ ਨਾਲ ਡਿਸਕਸ ਕਰਦਾ, ਬੜੀ ਕੰਮ ਦੀ ਗੱਲ ਆ। ਮੈਂ ਕਦੇ ਵੀ ਜ਼ਿੰਦਗੀ 'ਚ ਕਿਸੇ ਦੇ ਨਾਲ ਮੈਂ ਆਪਣੇ ਆਪ ਨੂੰ ਕਦੇ ਵੀ ਨਹੀਂ ਤੋਲਿਆ, ਮਨ ਨਹੀਂ ਕਰਦਾ। ਮੈਂ ਹਮੇਸ਼ਾ ਹੀ ਜੇਕਰ ਤੋਲਦਾ ਹੈ ਨਾ, ਆਪਣੇ ਆਪ ਨਾਲ ਹੀ ਆਪਣੇ ਆਪ ਨੂੰ ਕੰਪੇਅਰ ਕਰਦਾ ਕਿ ਮੇਰਾ ਬੀਤਿਆ ਜੀਵਨ ਕਿੱਦਾਂ ਦਾ ਸੀ। ਜੋ ਗਲਤੀਆਂ ਕੀਤੀਆਂ, ਵੈਸੇ ਕਈ ਇਨਸਾਨ ਦੇ ਅੰਦਰ ਨਾ ਹੁੰਦੀਆਂ, ਕਈ ਏਦਾਂ ਦੀਆਂ ਕਮੀਆਂ ਹੁੰਦੀਆਂ ਨੇ, ਮੇਰੇ 'ਚ ਵੀ ਕਮੀਆਂ ਨੇ ਕਿ ਬਾਰ-ਬਾਰ ਮੈਂ ਗਲਤੀਆਂ ਕਰਦਾ, ਉਹ ਮੇਰੇ 'ਚ ਕੁਝ ਹੈਗੀਆਂ ਨੇ। ਪਰ ਉਹ ਸੁਭਾਅ ਆ ਮੇਰਾ, ਕਿ ਉਹ ਚਲੋ ਦੂਜਾ ਬੰਦਾ ਆ ਗਿਆ, ਉਹਦੀ ਹੈਲਪ ਕਰੀਏ। ਉਹ ਸੱਚੀ ਹੋ ਸਕਦਾ ਕਿ ਉਹ ਦੁੱਖ 'ਚ ਹੋਵੇ, ਉਹਨੂੰ ਕੋਈ ਪ੍ਰੋਬਲਮ ਹੋਵੇ, ਇਹਦੇ ਮਨ 'ਚ ਨਹੀਂ ਆਉਂਦਾ ਕਿ ਇਹ ਬੰਦਾ ਝੂਠ ਬੋਲ ਰਿਹਾ ਮੇਰੇ ਨਾਲ, ਏਦਾਂ ਹੈ ਮਨ 'ਚ। ਪਰ ਉਹ ਪਤਾ ਨਹੀਂ ਕਿਉਂ ਮੈਨੂੰ ਬੜੀ ਅਕਲ ਆਈ ਆ, ਬੜੀ ਵਾਰੀ ਜ਼ਿੰਦਗੀ 'ਚ ਮੁਸ਼ਕਲਾਂ ਵੀ ਵੇਖਣੀਆਂ ਪਈਆਂ, ਪਰ ਉਹ ਮੇਰੇ ਅੰਦਰੋਂ ਜਿਹੜੀ ਬੁਰਾਈ ਜਾਂਦੀ ਨਹੀਂ ਪਈ। ਪਰ ਮੈਂ ਇਹ ਗੱਲ ਕਰਦਾ ਕਿ ਜੇਕਰ ਤੁਹਾਡੇ ਅੰਦਰ ਇਹ ਥੋੜੀ ਬਹੁਤੀ ਏਦਾਂ ਦੀ ਬੁਰਾਈ ਹੈਗੀ ਨਾ, ਪਲੀਜ਼ ਉਹਨੂੰ ਮਰ ਨਾ ਦਿਓ। ਥੋੜੇ ਬੰਦੇ ਲੋਕ ਮਾੜੇ ਵੀ ਹੈਗੇ ਆ ਦੁਨੀਆ ਤੇ, ਚੰਗੇ ਲੋਕ ਵੀ ਹੈਗੇ ਆ ਜਿਨ੍ਹਾਂ ਨੂੰ ਲੋੜਾਂ ਨੇ। ਆਪ ਇਹ ਨਾ ਹੋ ਕਿ ਇੱਕ ਉਹ ਵੇਖਿਆ, ਉਹ ਗੱਲ ਯਾਦ 'ਚ ਇੱਕ ਬੰਦੇ ਨੇ ਉੱਥੇ ਪਤਾ ਨਹੀਂ ਐਕਟਿੰਗ ਕੀਤੀ, ਕਹਿੰਦਾ ਘੋੜਾ ਮੈਨੂੰ ਘੋੜੇ ਤੇ ਬਾਦੋ ਪਾਇਆ ਤੇ ਘੋੜਾ ਭਜਾ ਕੇ ਲੈ ਗਿਆ। ਉਹ ਫਿਰ ਬਾਬਾ ਭਾਰਤੀ ਆਪ ਤੋਂ ਬਾਅਦ ਦੇ ਵਿੱਚ ਉਹ ਕਹਿੰਦਾ ਕਿ ਉਹਨੇ ਆਵਾਜ਼ ਮਾਰੀ, ਕਹਿੰਦਾ ਗੱਲ ਯਾਦ ਰੱਖੀ, ਘੋੜਾ ਲੈ ਜਾ, ਕੋਈ ਗੱਲ ਨਹੀਂ, ਪਰ ਜਿਹਨੂੰ ਇਹ ਨਾ ਕਵੀ ਕਿ ਮੈਂ ਐਕਟਿੰਗ ਕੀਤੀ, ਝੂਠ ਬੋਲਿਆ ਕਿ ਮੈਂ ਬਿਮਾਰ ਆ, ਤਾਂ ਜੋ ਲੋਕਾਂ ਦਾ ਭਲਾ ਕਰਨੋਂ ਨਾ ਹਟ ਜਾਣ। ਇਸੇ ਤਰ੍ਹਾਂ ਮਾੜੇ ਲੋਕ ਵੀ ਹੈਗੇ ਨੇ, ਤੁਹਾਡਾ ਕੜਕੜ ਹੋਣ ਲੱਗ ਗਿਆ। ਲੋੜਵੰਦ ਹੈਗੇ ਨੇ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੈ, ਜਿਨ੍ਹਾਂ ਨੂੰ ਹੈਲਪ ਦੀ ਲੋੜ ਆ। ਸੋ ਉਹਨਾਂ ਲੋਕਾਂ ਦੇ ਲਈ ਆਪਾਂ ਜੇ 50% ਮਾੜੇ ਵੀ ਹੈ ਤੇ 50% ਚੰਗੇ ਲੋਕ ਵੀ ਨੇ ਜਿਨ੍ਹਾਂ ਨੂੰ ਸੱਚੀ ਜ਼ਰੂਰਤ ਹੈਗੀ ਆ। ਇਹ ਨਾ ਹੋਵੇ ਕਿ ਆਪਾਂ 50% ਕਰਕੇ ਨਿੱਜਰ ਸਾਹਿਬ ਤੇ ਸਾਰਿਆਂ ਨੂੰ ਆਪਾਂ ਜਰਨਲਾਈਜ਼ ਕਰ ਦਈਏ ਕਿ ਸਾਰੀ ਦੁਨੀਆ ਹੀ ਮਾੜੀ ਹੈ। ਬਿਲਕੁਲ ਉੱਥੇ ਗੜਬੜ ਹੋ ਜਾਏਗੀ। ਪਲੀਜ਼, ਥੋੜਾ ਟੌਪਿਕ ਤੋਂ ਬਾਹਰ ਗਿਆ ਸੀ ਪਰ ਜ਼ਰੂਰੀ ਸੀ, ਤੁਹਾਡੀ ਮਦਦ ਕਰੇਗਾ, ਥੋੜਾ ਲਾਈਫ 'ਚ ਤੁਹਾਡੇ ਵੈਲਿਊ ਐਡ ਕਰੇਗਾ। ਫਿਰ ਅਗਲੀ ਤੋਂ ਬੋਲੋ ਨਿੱਜਰ ਸਾਹਿਬ। ਅੱਗੇ ਪੌੜੀ ਆ ਗਈ। ਪੌੜੀ, ਆਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸ। ਕਹਿੰਦੇ ਉਹ ਮਾਲਕ ਪਰਮਾਤਮਾ ਦੀ ਆਰਾਧਨਾ ਕਰ ਪਿਆਰਿਓ, ਕਿਉਂਕਿ ਉਹ ਸੱਚੇ ਦੀ ਸੱਚ ਆ। ਉਹ ਮਾਲਕ ਪਰਮਾਤਮਾ, ਤੇਰੀ ਆਤਮਾ ਵੱਲ ਨੂੰ ਚੱਲ। ਸਾਰਾ ਕੁਛ ਉਸ ਮਾਲਕ ਪਰਮਾਤਮਾ ਦੇ ਕੋਲ ਹੈਗਾ। ਦੋਹਾਂ ਸਿਰਿਆਂ ਖਸਮ ਆਪ, ਖਿਨ ਮੈਂ ਕਰੇ ਰਾਸ। ਇਹ ਮਾਇਆ ਵਾਲਾ ਚੋਗਾ ਜਿਹੜਾ ਹੈਗਾ, ਇਹ ਸਾਰਾ ਖਿਲਾਰਿਆ ਪਿਆ। ਕੁੰਡੀਆਂ ਜਿਹੜੀਆਂ ਹੈਗੀਆਂ ਸਵਾਦਾਂ ਦੀਆਂ, ਇਹਨਾਂ ਦਾ ਵੀ
ਕ੍ਰੀਏਟਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੀ ਹੈਗਾ, ਔਰ ਇੱਧਰ ਜਿਹੜਾ ਹੈਗਾ ਇਹ ਜਿਹੜਾ ਹੈਗਾ ਮੋਹ, ਇਸ ਚੋਂ ਕੱਢਣ ਵਾਲਾ ਵੀ ਮਾਲਕ ਪਰਮਾਤਮਾ ਹੀ ਹੈਗਾ। ਦੋਨੋਂ ਸਿਰਿਆਂ ਦਾ ਖਸਮ ਉਹੀ ਹੈਗਾ ਮਾਲਕ ਪਰਮਾਤਮਾ। ਆਹੀ ਖੇਡ ਪਾਈ ਹੋਈ ਹੈ ਮਾਲਕ ਨੇ। ਤੂੰ ਸੱਚ ਦੇ ਨਾਲ ਜੁੜ, ਬਸ ਦੋਹਾਂ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ। ਉਸ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਚਲੇ ਜਾ। ਤਿਆਗੋ ਸਗਲ ਉਪਾਓ ਤਿਸ ਕੀ ਓਟ ਗਹੋ। ਉਸ ਮਾਲਕ ਪਰਮਾਤਮਾ ਦੀ ਓਟ ਲੈ ਲਾ ਭਾਈ। ਪਾਓ ਸਰਨਾਈ ਭੱਜ ਸੁਖੀ ਹੂੰ ਸੁਖ ਲਹੋ। ਓਟ ਲੈਣੀ ਕੀ ਆ ਬਈ? ਭਗਤੀ ਸ਼ੁਰੂ ਕਰ ਦੇ, ਧਿਆਨ ਸਿਮਰਨ ਸ਼ੁਰੂ ਕਰ, ਆਪਣੇ ਮਨ ਨੂੰ ਦੇਖ, ਉਹਦੀ ਸ਼ਰਨ 'ਚ ਪੈ ਜਾ। ਸੁੱਖਾਂ ਤੋਂ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਸੁਖੀ ਹੂੰ ਸੁਖ ਲਹੋ, ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਕਹਿੰਦੇ ਭਾਈ ਤਤ ਗਿਆਨ ਜਿਹੜਾ ਹੈਗਾ ਸਾਧ ਸੰਗਤ ਦੇ ਵਿੱਚ ਸੰਤਾਂ ਦੇ ਨਾਲ, ਬ੍ਰਹਮ ਗਿਆਨੀਆਂ ਦੀ ਸੰਗਤ ਦੇ ਨਾਲ ਹੁੰਦਾ ਹੈ, ਔਰ ਉਹਦੇ ਵਿੱਚ ਸਾਰੇ ਕਰਮ ਧਰਮ ਆ ਜਾਂਦੇ ਆ ਭਾਈ। ਉਹ ਤਤ ਗਿਆਨ ਲੈ ਲਾ ਔਰ ਤਤ ਗਿਆਨ ਨੂੰ ਕਮਾ। ਕੀ ਕਰੀਏ? ਜਪੀਏ ਅੰਮ੍ਰਿਤ ਨਾਮ ਬਿਗਨ ਨਾ ਲੱਗੇ ਕੋਏ। ਬਸ ਧਿਆਨ ਸਿਮਰਨ ਸ਼ੁਰੂ ਕਰ ਦੇ, ਮਾਇਆ ਨੂੰ ਜਪਣਾ ਬੰਦ ਕਰ ਦੇ। ਵਿਚਾਰ ਲੈਣੇ ਮਾਇਆ ਦੇ ਉਹ ਬੰਦ ਕਰ, ਉਹ ਵਿਚਾਰਾਂ ਦੇ ਉੱਤੇ ਕੰਟਰੋਲ ਕਰ, ਤਾਂ ਬਿਗਨ ਕੋਈ ਨਹੀਂ, ਤੇਰੇ ਜੀਵਨ ਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ। ਜਿਸਨੂੰ ਆਪ ਦਿਆਲ ਤਿਸ ਮਨੇ ਮੁੱਠਿਆ। ਜਿਸ ਤੇ ਮਾਲਕ ਪਰਮਾਤਮਾ ਦਿਆਲ ਹੁੰਦਾ ਹੈ, ਉਹਦੇ ਮਨ ਦੇ ਵਿੱਚ ਪਿਆਰ ਪੈਦਾ ਹੋ ਜਾਂਦਾ ਹੈ ਮਾਲਕ ਪਰਮਾਤਮਾ ਦੇ ਨਾਲ। ਮਨ 'ਚ ਉੱਠ ਜਾਂਦਾ ਹੈ, ਉਹਨੂੰ ਭਗਤੀ ਚੰਗੀ ਲੱਗਦੀ ਹੈ, ਉਹਨੂੰ ਸੱਚ ਚੰਗਾ ਲੱਗਦਾ ਹੈ। ਪਾਈਨ ਸਭ ਨਿਦਾਨ ਸਤਿਗੁਰ ਸਾਹਿਬ ਤੁੱਠਿਆ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਟੁੱਟ ਜਾਂਦਾ ਹੈ ਅਤੇ ਸਾਰੇ ਦੇ ਸਾਰੇ ਨਿਦਾਨ ਖਜ਼ਾਨੇ ਜਿਹੜੇ ਹੈਗੇ ਪ੍ਰਾਪਤ ਹੋ ਜਾਂਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਦੇਖੋ ਉੱਪਰ ਤੁਕ 'ਚ ਲਿਖਿਆ, ਪਹਿਲਾਂ ਤੇ ਲਿਖਿਆ ਟਾਈਮ ਬੜਾ ਹੋ ਗਿਆ 9:09। ਸਭ ਤੋਂ ਪਹਿਲਾਂ ਕਹਿ ਰਹੇ ਨੇ ਕਿ ਅਰਾਧਿਓ ਸੱਚਾ ਸੋਈ ਸਭ ਕੁਝ ਜਿਸ ਪਾਸ। ਪਹਿਲੀ ਗੱਲ ਤੇ ਕਹਿੰਦੇ ਕਿ ਭਗਤੀ ਕਿਹਦੀ ਕਰਨੀ ਹੈ? ਜਿਹਦੇ ਕੋਲ ਸਭ ਕੁਝ ਹੈ। ਇੱਥੇ ਕਿਸੇ ਬਾਬੇ ਦੀ ਫੋਟੋ ਅੱਖਾਂ ਗੜੀ ਧਿਆਨ ਲਿਆ ਕੇ ਨਹੀਂ ਕਰਨੀ ਭਗਤੀ। ਨਿਜਾ ਸਾਹਿਬ ਸਮਝਾਓ ਆਪ। ਬਿਲਕੁਲ ਸਹੀ ਗੱਲ ਹੈ ਜੀ। ਇੱਥੇ ਕੇਵਲ ਪ੍ਰਮਾਤਮਾ ਦੀ ਭਗਤੀ ਦੀ ਗੱਲ ਹੋਈ ਹੈ। ਇੱਥੇ ਕਈ ਲੋਕ ਏਦਾਂ ਦੇ ਹੈਗੇ ਨੇ ਜਿਹੜੀ ਆਪਣੀ ਪੂਜਾ ਕਰਾ ਲੈਂਦੇ ਨੇ, ਪਰ ਬਾਣੀ 'ਚ ਮਨਾ ਕੀਤਾ ਜੇ ਕੋਈ ਆਪਣੀ ਪੂਜਾ ਕਰਾਉਂਦਾ ਹੈ, ਆਪਣਾ ਧਿਆਨ ਕਰਾਉਂਦਾ ਹੈ, ਇੱਥੇ ਫਲਾਨਾ ਵੇਖੋ, ਢਿਮਕਾ ਵੇਖੋ, ਇਹ ਫਲਾਨਾ ਬਾਬਾ ਤੇ ਫਲਾਨੀ ਬੀਬੀ, ਨਹੀਂ ਵੇਖਣਾ। ਬਾਣੀ 'ਚ ਮਨਾ ਕੀਤਾ ਜੇ। ਕਹਿੰਦੇ ਅਰਾਧਨਾ ਦਾ ਮਤਲਬ ਹੈ ਉਸ ਦੀ ਸ਼ਕਤੀ ਦੀ ਭਗਤੀ ਕਰਨੀ ਆ ਜਿਸਦੇ ਹੱਥ ਦੇ ਵਿੱਚ ਸਭ ਕੁਝ ਹੈ, ਤੇ ਉਹ ਹੈ ਪਰਮਾਤਮਾ। ਉਸ ਤੋਂ ਇਲਾਵਾ ਕੁਝ ਨਹੀਂ। ਠੀਕ ਹੈ ਜੀ। ਪਰਮਾਤਮਾ ਕਹਿੰਦੇ ਅਗਲੇ ਬੰਦੇ ਦੋਹਾਂ ਸਿਰਿਆਂ ਦੇ ਵਿੱਚ ਆਪ ਹੀ ਬੈਠਾ ਜੀ। ਮਾਇਆ ਦੇ ਰੂਪ 'ਚ ਵੀ ਉਹ ਬੈਠਾ ਹੈ ਤੇ ਸੱਚ ਦੇ ਰੂਪ 'ਚ ਵੀ ਉਹ ਬੈਠਾ ਹੈ। ਸੱਚ ਤੇ ਝੂਠ ਦੇ ਵਿਚਕਾਰ ਜੋ ਹੈਗਾ ਨਾ, ਜਿੰਨੀ ਵੀ ਖੇਡ ਖੇਡੀ ਜਾ ਰਹੀ ਹੈ, ਇਹ ਉਸਦੇ ਅੰਦਰ ਹੋ ਰਹੀ ਹੈ। ਬਿਲਕੁਲ। ਔਰ ਉਸ ਤੋਂ ਕੋਈ ਚੀਜ਼ ਲੁਕੀ ਨਹੀਂ ਜੇ। ਆਪ ਜਸਟ ਸੋਚੋ ਕਿ ਪ੍ਰਮਾਤਮਾ ਕਿੰਨਾ ਪਾਵਰਫੁਲ ਹੈ। ਮੈਨੂੰ ਇਹ ਨਹੀਂ ਪਤਾ ਕਿ ਮੇਰੇ ਅੰਦਰ ਕੀ ਚੱਲਦਾ, ਤੇ ਪ੍ਰਮਾਤਮਾ ਨੂੰ ਇੰਨਾ ਪਤਾ ਕਿ ਸਾਰੇ ਬ੍ਰਹਿਮੰਡ ਦੇ ਵਿੱਚ ਜੋ ਕੀੜੇ ਮਕੌੜੇ, ਜੋ ਧਰਤੀਆਂ, ਜੋ ਹਵਾ ਪਾਣੀ, ਇਹਦੇ ਅੰਦਰ ਕੀ ਹੋ ਰਿਹਾ ਉਹਨੂੰ ਪਤਾ ਜੀ। ਆਪ ਜਸਟ ਸੋਚੋ ਕਿ ਕਿੰਨਾ ਪਾਵਰਫੁਲ ਹੈ। ਇਜ਼ ਵੈਰੀ ਬਿਗ, ਵੈਰੀ ਪਾਵਰਫੁਲ। ਠੀਕ ਹੈ ਜੀ। ਹੁਣ ਅਗਲੇ ਬੰਨੇ ਦੇਖੋ, ਉਹ ਕਹਿੰਦੇ ਦੋਨੋਂ ਸਿਰਿਆਂ ਦੇ ਆਪ ਹੀ ਹੈ। ਫਿਰ ਅੱਗੇ ਕਹਿੰਦੇ ਤਿਆਗੋ ਸਗਲ ਉਪਾਓ ਤਿਸਕੀ ਓਟ ਗਾਓ। ਕਹਿੰਦੇ ਕਿ ਆਪਣੀ ਅਕਲ ਦਾ ਜਿਹੜਾ ਤੇਰਾ ਬਹੁਤੀ ਅਕਲ ਹੈ ਨਾ, ਦੇਖੋ ਅਕਲ ਦੇ ਨਾਲ ਤੁਸੀਂ ਪ੍ਰਮਾਤਮਾ ਦੇ ਕੋਲ ਕਦੇ ਨਹੀਂ ਪਹੁੰਚ ਸਕਦੇ, ਪਰ ਅਕਲ ਦੇ ਨਾਲ ਇਹ ਹੋ ਸਕਦਾ ਕਿ ਤੁਸੀਂ ਦੂਰ ਜਾ ਬਹੁਤ ਸਾਰੇ ਨਹੀਂ ਉਹ ਦੂਰ ਦੇ ਜਾਣਾ। ਨਿਜਾ ਸਾਹਿਬ ਕਈ ਪਖੰਡੀ ਜਿਹੜੇ ਹੈਗੇ ਆ ਤੁਹਾਨੂੰ ਬੇਵਕੂਫ ਬਣਾਉਣਾ ਚਾਹੁੰਦੇ ਆ। ਜਿੱਦਾਂ ਕੋਈ ਨਕਲੀ ਚੀਜ਼ ਵੇਚਣਾ ਚਾਹਵੇ ਤੇ ਤੁਹਾਡੇ ਕੋਲ ਜੇਕਰ ਥੋੜੀ ਬਹੁਤੀ ਬੁੱਧੀ ਹੈਗੀ ਨਾ, ਨਿਜਾ ਸਾਹਿਬ ਤੁਸੀਂ ਉਹ ਚੀਜ਼ ਦਾ ਖੰਡਨ ਕਰ ਸਕਦੇ ਜੋ। ਬਿਲਕੁਲ ਸਹੀ ਗੱਲ ਹੈ। ਪਰ ਉੱਥੇ ਪ੍ਰਮਾਤਮਾ ਦੇ ਕੋਲ ਅਕਲ ਦੀ ਨਹੀਂ ਲੋੜ ਹੈਗੀ। ਉੱਥੇ ਤੇ ਕੇਵਲ ਤੁਹਾਡੇ ਸਮਰਪਣ ਦੀ ਲੋੜ ਹੈ। ਜੇ ਤੁਸੀਂ ਭਗਤੀ ਕਰਦੇ ਉੱਥੇ ਅਕਲ ਕੀ ਕਰਨੀ ਆ? ਉੱਥੇ ਕਿਹੜਾ ਆਪਾਂ ਕੋਈ ਜਮਾ ਕਢਾਓ ਕਰਨਾ ਹੈ ਜਾਂ ਕੋਈ ਉੱਥੇ ਅਲਜਬਰਾ ਪੜ੍ਹਨਾ ਹੈ। ਉੱਥੇ ਆਪਾਂ ਨਿਰਵਿਚਾਰ ਹੋਣਾ। ਠੀਕ ਹੈ ਜੀ। ਉੱਥੇ ਅਕਲ ਦਾ ਮਤਲਬ ਹੁੰਦਾ ਹੈ ਬੁੱਧੀ ਮੰਡਲ ਤੱਕ ਗੱਲ। ਉਹ ਬੁੱਧੀ ਮੰਡਲ ਦਾ ਵਿਸ਼ਾ ਨਹੀਂ ਹੈ ਪ੍ਰਮਾਤਮਾ। ਪਰ ਜ਼ਿਆਦਾਤਰ ਲੋਕ ਜਿਹੜੇ ਹੁੰਦੇ ਨੇ ਬੁੱਧੀ ਦੇ ਵਿੱਚ ਹੀ ਬੈਠੇ ਹੁੰਦੇ ਆ।
ਬੁੱਧੀ ਮੰਡਲ ਦੇ ਵਿੱਚ ਰਹਿੰਦੇ ਨੇ, ਉੱਥੋਂ ਦੀਆਂ ਗੱਲਾਂ ਕਰਦੇ ਨੇ, ਕੜਛੀਆਂ ਕੱਢ ਕੇ ਕਿਤੇ ਇਹ ਪਤੀਲੇ 'ਚ ਉੱਧਰ ਤੇ ਉੱਧਰੋਂ ਚੁੱਕ ਕੇ ਇੱਧਰ, ਉਹ ਬਸ ਇਹੋ ਹੀ ਕੋਈ ਕਰਦੇ ਰਹਿੰਦੇ ਆ ਜ਼ਿੰਦਗੀ ਭਰ। ਜਿੱਦਾਂ ਕੜਛੀ ਨੂੰ ਸਵਾਦ ਦਾ ਨਹੀਂ ਨਾ ਪਤਾ ਲੱਗਦਾ, ਉਸੇ ਹੀ ਤਰ੍ਹਾਂ ਕਈ ਬੰਦੇ ਹੁੰਦੇ ਨੇ ਸਾਰੀ ਜ਼ਿੰਦਗੀ ਉਹ ਬਾਣੀ ਪੜ੍ਹਦੇ ਆ, ਗ੍ਰੰਥਾਂ ਦਾ ਰਟਨ ਕਰਦੇ ਆ, ਉਹਨਾਂ ਨੂੰ ਸਮਝਦੇ ਨੇ, ਫਿਰ ਅੱਗੇ ਪੜ੍ਹਾਉਣ ਦੀ ਵੀ ਕੋਸ਼ਿਸ਼ ਕਰਦੇ ਆ, ਬਟ ਉਹ ਕਦੇ ਵੀ ਅੰਡਰਸਟੈਂਡ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦਾ ਜੀਵਨ ਕੀ ਹੈ, ਕੜਛੀ ਦੇ ਵਾਂਗੂ ਹੈ। ਉਹਨਾਂ ਦੀ ਗੱਡੀ ਗੋਰਖੀ ਸਾਹਿਬ ਗੱਡੀ ਜੈਕ ਤੇ ਲੱਗੀ ਹੁੰਦੀ ਹੈ ਨਾ, ਗੱਲ ਤਾਂ ਇੱਥੇ ਆ ਜਾਂਦੀ। ਹਾਂਜੀ, ਉਹਨਾਂ ਦਾ ਜੀਵਨ ਜਿਹੜਾ ਹੁੰਦਾ ਨਾ ਉਹ ਉਲਟਾ ਹੁੰਦਾ। ਫਿਰ ਅਗਲੇ ਬੰਨੇ ਕੀ ਕਹਿ ਰਹੇ ਨੇ, ਪਾਓ ਸਰਨਾਈ ਭੱਜ ਸੁਖ ਹੋ ਸੁਖੀ ਨੂੰ ਸੁਖ ਲਓ। ਕਹਿੰਦੇ ਸ਼ਰਨ ਮਾਲਕ ਪਰਮਾਤਮਾ ਦੀ ਸ਼ਰਨ 'ਚ ਚਲੇ ਜਾ ਭਾਈ, ਟਾਈਮ ਜਾਇਆ ਨਾ ਕਰ, ਤੇਰੇ ਕੋਲ ਟਾਈਮ ਬਹੁਤ ਥੋੜਾ ਹੈਗਾ, ਬਸ ਸੁੱਖਾਂ ਤੋਂ ਸੁੱਖ ਲੈ ਲਾ, ਸਾਰੇ ਸੁੱਖ ਜੀਵਨ 'ਚ ਸੁਖੀ ਹੋ ਜਾਣਗੇ ਜੇ ਮਾਲਕ ਦੀ ਸ਼ਰਨ 'ਚ ਚਲੇ ਜਾਏਗਾ ਤੇ। ਹਾਂ, ਹੁਣ ਇਹ ਨਾ ਸੋਚਿਓ ਕਿਤੇ ਗੁਰਦੁਆਰੇ ਜਾਣ ਨਾਲ ਪ੍ਰਮਾਤਮਾ ਦੇ ਤੁਸੀਂ ਸ਼ਰਨ 'ਚ ਚੱਲ ਜਾਓ। ਇੱਥੇ ਹੋਈ ਹੈ ਗੱਲ ਆਤਮਾ ਦੀ, ਠੀਕ ਹੈ, ਬਿਲਕੁਲ। ਇੱਥੇ ਤੇ ਜਾਣਾ ਬੜਾ ਆਸਾਨ ਹੈ, ਭਾਵੇਂ ਮੈਂ ਸਾਰਾ ਦਿਨ ਉੱਥੇ ਬੈਠਾ ਰਹਾਂ, ਨਾਲ ਹੀ ਤੇ ਗੁਰਦੁਆਰੇ ਤੇ ਮੇਰੇ ਘਰ ਦੇ ਲਾਗੇ 2-4 ਹੋਣੇ ਆ, ਪਰ ਇੱਥੇ ਲਿਖੀ ਹੈ ਆਤਮਾ ਦੀ ਸ਼ਰਨ, ਠੀਕ ਹੈ। ਪਰਮਾਤਮਾ ਦੀ ਸ਼ਰਨ 'ਚ ਜਾਣ ਦਾ ਮਤਲਬ ਨਿਰਵਿਚਾਰ ਹੋਣਾ, ਬਿਲਕੁਲ। ਉਹਦੀ ਸ਼ਰਨ ਉਹੀ ਹੈ, ਹੋਰ ਕੋਈ ਪਰਮਾਤਮਾ ਦੀ ਸ਼ਰਨ ਨਹੀਂ ਹੈ, ਠੀਕ ਹੈ ਜੀ। ਇਹ ਤੇ ਮੈਂ ਇਹ ਧਰਤੀ 'ਚ ਪਰਮਾਤਮਾ ਦੇ ਵਿੱਚੋਂ ਆਇਆ ਹੈ, ਇਹ ਪਰਮਾਤਮਾ ਨਹੀਂ ਹੈਗਾ। ਪਰਮਾਤਮਾ ਦੇ ਅੰਦਰ ਬੈਠਾ ਹੈ, ਔਰ ਉਹ ਉੱਤੇ ਸੁਨ ਸਮਾਦ ਦੇ ਵਿੱਚ ਜਾਣਾ ਹੈ ਆਪਾਂ, ਉਹਨੂੰ ਤਾਂ ਹੀ ਅਨੁਭਵ ਕਰਾਂਗੇ। ਉਹਦੀ ਸ਼ਰਨ 'ਚ ਜਾਣ ਦਾ ਮਤਲਬ ਇਹੋ ਹੀ ਹੈ। ਫਿਰ ਅਗਲੇ ਬੰਨੇ ਬੋਲੋ ਨਿਜਰ ਸਾਹਿਬ। ਕਰਮ ਧਰਮ ਤਤ ਗਿਆਨ, ਆਹੀ ਤਤ ਗਿਆਨ ਆ ਭਾਈ, ਇਹੀ ਜਿਹੜਾ ਹੈ ਉਹਦੀ ਸ਼ਰਨ 'ਚ ਜਾਣਾ, ਇਹੀ ਤਤ ਗਿਆਨ ਆ। ਤੇ ਇਹ ਤਤ ਗਿਆਨ ਜਿਹੜਾ ਹੈਗਾ ਸਾਧ ਸੰਗਤ ਦੇ ਵਿੱਚ ਮਿਲਦਾ ਆ, ਸੰਤਾਂ ਸੰਗ ਹੋਏ ਉੱਥੇ ਮਿਲਣਾ ਇਹ ਤਤ ਗਿਆਨ। ਹਾਂਜੀ ਵੀਰ, ਜੇ ਉੱਥੇ ਤੁਹਾਨੂੰ ਗਿਆਨ ਹੋਵੇਗਾ ਜੀ ਕੀ ਕਰਨਾ ਕੀ ਨਹੀਂ ਕਰਨਾ। ਜੇ ਤੁਸੀਂ ਗਲਤ ਜਗ੍ਹਾ ਤੇ ਆਪਣੀ ਕਿਸ਼ਤੀ ਬੰਨੀ ਹੋਈ ਹੈ ਔਰ ਤੁਸੀਂ ਚੱਪੂ ਤੇ ਚੱਪੂ ਮਰੀ ਜਾ ਰਹੇ ਜੋ, ਉਹ ਤੁਹਾਡੀ ਫਿਰ ਕਿਸ਼ਤੀ ਜਿਹੜੀ ਚੱਲੇਗੀ ਨਹੀਂ, ਉਹ ਫਿਰ ਕੀ ਕਿੱਦਾਂ ਪਤਾ ਲੱਗੇਗਾ ਕਿ ਤੁਹਾਡੀ ਕਿਸ਼ਤੀ ਨਹੀਂ ਚੱਲੀ। ਫਿਰ ਤੁਸੀਂ ਸੰਗਤ ਕਰੋ। ਸੰਗਤ 'ਚ ਕਹਿੰਦੇ ਨੇ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੇਕਰ ਤੇਰੇ ਜੀਵਨ 'ਚ ਬੈਠੇ ਨਾ ਚਰਨਜੀਤ, ਤੇ ਤੈਨੂੰ ਆਪਣੀ ਕਿਸ਼ਤੀ ਦੇ ਪਿੱਛੇ ਜਿਹੜੀ ਬੰਨੀ ਹੋਈ ਰੱਸੀ ਆ ਉਧਰ ਵੇਖਣ ਦੀ ਲੋੜ ਹੈ। ਹਾਂ ਬਿਲਕੁਲ ਸਹੀ ਗੱਲ ਹੈ। ਔਰ ਗੋਰਖੀ ਸਾਹਿਬ ਦੇਖ ਲਓ ਵੀ ਇੰਨੇ ਸਾਲ ਹੋ ਗਏ, 10-10 20-20 30-30 40-40 ਸਾਲ ਹੋ ਗਏ ਬਈ ਕਾਮ ਕ੍ਰੋਧ ਲੋਭ ਹੰਕਾਰ ਉੱਥੇ ਹੀ ਬਰਕਰਾਰ ਹੈ, ਉਸ ਤੋਂ ਵੱਧ ਹੋ ਗਏ, ਘਟੇ ਹੈ ਨਹੀਂਗੇ। ਤੇ ਫਿਰ ਆਪਾਂ ਬੋਟ ਬਦਲਦੇ ਨਹੀਂ ਆ, ਰੱਸੀ ਦੇਖਦੇ ਨਹੀਂ ਆ। ਹਾਂ, ਉਹ ਵੀਰ ਇੱਥੇ ਆਇਆ ਸੀ ਆਪਣੇ ਗਰੁੱਪ 'ਚ, ਕਹਿੰਦਾ ਸੀ ਕਿ ਵੀਰ ਜੀ ਵਿਚਾਰ ਬਦਲ ਗਏ ਨੇ, ਫਿਰ ਗਏ ਨੇ, ਚੰਗੇ ਵਿਚਾਰ ਬਣ ਗਏ। ਮੈਂ ਵੀਰੇ ਬਿਮਾਰੀ ਦੇ ਬਿਮਾਰੀ ਆ, ਚਾਹੇ ਚੰਗੀ ਆ ਤੇ ਭਾਵੇਂ ਮਾੜੀ ਆ। ਮੈਂ ਬਿਮਾਰੀ ਕਿਤੇ ਚੰਗੀ ਥੋੜੀ ਹੁੰਦੀ, ਮੈਂ ਵਿਚਾਰ ਚੰਗੇ ਵੀ ਮਾੜੇ ਤੇ ਬੁਰੇ ਵੀ ਮਾੜੇ, ਵਿਚਾਰ ਤੇ ਹੈ ਹੀ ਮਾੜੇ ਹੈ ਨਾ। ਉਹਦੇ ਚਿੱਤ ਦੀ ਮਲੀਨਤਾ, ਮਨ ਦੇ ਵਿੱਚ ਬੁਰਾਈ ਦਾ ਕਾਰਨ ਹੈ ਇਹ ਵਿਚਾਰ। ਬਿਲਕੁਲ ਸਹੀ ਹੈ ਜੀ। ਮੈਂ ਮਸ਼ੀਨ ਖਰਾਬ ਹੋ ਗਈ ਹੈ ਤਾਂ ਹੀ ਉਹ ਤੇ ਆਉਂਦੇ ਵਿਚਾਰੇ ਆਪਣੇ ਆਪ ਹੀ ਤੁਰੇ ਆਉਂਦੇ ਆ। ਤੂੰ ਥੋੜੀ ਕਰ ਰਿਹਾ, ਕਹਿੰਦਾ ਨਹੀਂ ਮੈਂ ਖੁਦ ਕਰ ਰਿਹਾ। ਮੈਂ ਭਾਜੀ ਤੇ ਖੁਦ ਕਰ ਰਹੇ ਤੇ ਬੰਦ ਕਰ ਦੋ ਇਹਨਾਂ ਨੂੰ। ਬਿਲਕੁਲ, ਬਾਣੀ ਕਹਿੰਦੀ ਹੈ ਗੋਰਖੀ ਸਾਹਿਬ, ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੇਚਲ ਨਹੀਂ ਚੀਤ, ਚਾਹੇ ਚੰਗੇ ਵਿਚਾਰ ਆ ਜਾਣ ਚਾਹੇ ਮੰਦੇ, ਤਦ ਤੱਕ ਤਾਂ ਤੁਹਾਡਾ ਚਿੱਤ ਘੁੰਮਣਾ ਹੈ ਨਾ। ਹਾਂ, ਚਿੱਤ ਨੇ ਤੇ ਤੁਹਾਡੀ ਮਸ਼ੀਨ ਚੱਲਣ ਦੀ ਗਲਤ ਮਸ਼ੀਨ ਹੈਗੀ ਆ, ਆਟੋ ਪਾਇਲਟ ਤੇ ਲੱਗ ਗਈ, ਉਹ ਆਪਣੇ ਆਪ ਹੀ ਚੱਲ ਰਹੀ ਵਿਚਾਰੀ। ਬਸ ਫਿਰ ਮਨ ਦੇ ਵਿੱਚ ਘੁੰਮ ਰਹੇ ਆ, ਅੰਦਰ ਆਤਮਾ ਤੱਕ ਤਾਂ ਪਹੁੰਚਾਂਗੇ ਹੀ ਨਹੀਂ ਆਪਾਂ ਵਿਚਾਰਾਂ ਦੇ ਨਾਲ। ਹਾਂ, ਉਹਨਾਂ ਵਿਚਾਰਿਆਂ ਨੇ ਉਹ ਬੁੱਧੀ ਮੰਡਲ 'ਚ ਹੀ ਰਹਿ ਜਾਓਗੇ ਤੁਸੀਂ। ਬੁੱਧੀ ਮੰਡਲ 'ਚ ਤੇ ਉਹ ਸੁੱਖ ਹੈ ਨਹੀਂ, ਆਹ ਨਹੀਂ ਜੋ ਮਿਲਣਾ ਜਿਹੜਾ ਸੁੱਖ ਲਿਖਿਆ ਉੱਤੇ। ਫਿਰ ਆਹ ਕਹਿੰਦੇ ਨੇ, ਫਿਰ ਅਗਲੇ ਬੰਨੇ ਨਿੱਜੇ ਸਾਹਿਬ ਅਗਲੀ ਤੁਕ ਬੋਲੋ, ਕਰਮ ਧਰਮ ਤਤ ਗਿਆਨ ਇਹ ਨਹੀਂ ਜੋ ਲੱਭਣਾ। ਇਹ ਤੇ ਨਿੱਜੇ ਸਾਹਿਬ ਸੰਗਤ ਕਰੋਗੇ, ਬਾਣੀ ਦੀ ਸੰਗਤ ਕਰ ਰਹੇ ਆ, ਇਹਦੇ ਵਿੱਚ ਤੇ ਮਨਾ ਕੀਤੀਆਂ ਜਿਹੜੀਆਂ ਗੱਲਾਂ, ਸਾਨੂੰ ਉਹਨਾਂ ਦਾ ਤਿਆਗ ਕਰਨਾ ਪਊਗਾ। ਬਿਲਕੁਲ, ਹਾਂ, ਜਪੀਏ ਅੰਮ੍ਰਿਤ ਨਾਮ ਵਿਗਨ ਨਾ ਲੱਗੇ ਕੋਈ। ਬਸ ਕਹਿੰਦੇ ਮਨ ਨੂੰ ਜਿਹੜਾ ਤਕੜਾ ਕਰਨਾ ਆ ਤੇ ਭਾਈ ਅੰਮ੍ਰਿਤ ਨਾਮ ਜਿਹੜਾ ਹੈਗਾ ਤੇਰੇ ਅੰਦਰ ਗੁਪਤ ਪਿਆ ਆ, ਉਹਦੇ ਵਾਸਤੇ ਨਾਮ ਧਨ ਇਕੱਠਾ ਕਰ, ਨਾਮ ਧਨ ਮਿਲੂਗਾ ਵਿਚਾਰ ਸ਼ੂન્ય ਹੋਣ ਦੇ ਨਾਲ। ਬਸ ਆ ਕੰਮ ਕਰਨ ਵਾਲਾ। ਹਾਂਜੀ ਵੀਰ ਜੀ, ਸਹੀ ਹੈ, ਸਹੀ ਹੈ। ਹੁਣ ਕਹਿੰਦੇ ਆ ਕਿ ਜਪੀਏ ਅੰਮ੍ਰਿਤ ਨਾਮ ਵਿਗਨ ਨਾ ਲਾਗੇ ਕੋਈ। ਹੁਣ ਦੇਖੋ, ਜੇਕਰ ਆਪਾਂ ਬੰਦਗੀ ਕਰਦੇ ਆ ਤੇ ਫਿਰ ਤੇ ਆਤਮਾ ਤੱਤ ਤੱਕ ਪਹੁੰਚਣ ਦੇ ਲਈ ਸਾਨੂੰ ਕੋਈ ਚੀਜ਼ ਰੋਕ ਨਹੀਂ ਸਕਦੀ। ਬਿਲਕੁਲ, ਜਿੱਦਾਂ ਪਾਣੀ ਨੂੰ ਕੋਈ ਰੋਕ ਸਕਦਾ ਹੈ? ਪਾਣੀ ਵੇਖੋ ਜਦੋਂ ਨਦੀ ਦੇ ਰੂਪ ਚ ਚੱਲਦਾ ਹੈ
ਤੇ ਪੱਥਰ ਆ ਜਾਂਦੇ ਨੇ, ਉਹ ਸਾਈਡਾਂ ਬਦਲ ਕੇ ਤੁਰਿਆ ਜਾਂਦਾ। ਪਰ ਇੱਕ ਚੀਜ਼ ਹੈਗੀ ਆ, ਜੇਕਰ ਪਾਣੀ ਰੁਕ ਗਿਆ ਤੇ ਫਿਰ ਰਾਹ 'ਚ ਹੀ ਰਹਿ ਜਾਂਦਾ, ਫਿਰ ਸਮੁੰਦਰ ਤੱਕ ਨਹੀਂ ਉਹ ਪਹੁੰਚਦਾ। ਉਹਦੇ ਅੰਦਰ ਬਦਬੂ ਆਉਣ ਲੱਗ ਜਾਂਦੀ ਹੈ, ਸੜਿਆਨ ਹੋ ਜਾਂਦੀ। ਹਾਂ, ਇਸੇ ਤਰ੍ਹਾਂ ਕਈ ਬੰਦੇ ਨੇ, ਉਹ ਵਿਚਾਰੇ ਪਾਣੀ ਇਕੱਠਾ ਕਰ ਲੈਂਦੇ ਨੇ, ਇੱਥੋਂ ਬਾਲਟੀ ਭਰੋ, ਇੱਥੋਂ ਆ ਫਲਾਣੇ ਗ੍ਰੰਥ 'ਚੋਂ ਪੜ੍ਹ ਲੈਂਦਾ, ਉਹ ਫਲਾਣੇ ਗ੍ਰੰਥ 'ਚੋਂ ਕੁਝ ਪੜ੍ਹ ਲੈਂਦਾ। ਏਦਾਂ ਕਰਦਿਆਂ ਉਹਨੇ ਟੈਂਕੀ ਤੇ ਭਰ ਲਈ। ਹੁਣ ਟੈਂਕੀ ਭਰ ਲਈ, ਉਹ ਟੈਂਕੀ 'ਚ ਤਾਜ਼ਾ ਪਾਣੀ ਤੇ ਹੈ ਨਹੀਂ। ਪਾਣੀ ਕਹਿੰਦੀ ਆ ਕਿ ਤੇਰਾ ਜੀਵਨ ਖੂਹ ਹੋਣਾ ਚਾਹੀਦਾ ਹੈ, ਕਿ ਤੂੰ ਦੇਖੋ, ਕਹਿੰਦੇ ਖੂਹ ਦੀ ਖੁਦਾਈ ਕਰ, ਤੇਰੇ ਅੰਦਰ ਇੱਕ ਖੂਹ ਹੈਗਾ। ਉਹ ਭੋਲਿਆ ਕਾਹਨੂੰ ਮੰਗਦਾ ਫਿਰਦਾ, ਲੋਕਾਂ ਦੇ ਗ੍ਰੰਥ ਪੜ੍ਹਦਾ ਫਿਰਦਾ, ਤੇਰੇ ਅੰਦਰ ਹੀ ਤੇ ਗ੍ਰੰਥਾਂ ਦਾ ਸੋਰਸ ਹੈਗਾ, ਆਤਮਾ। ਬਿਲਕੁਲ। ਉਥੋਂ ਨਿਰਮਲ ਜਲ ਦੇ ਨਾਲ ਜਦੋਂ ਤੇਰਾ ਕਨੈਕਸ਼ਨ ਜੁੜ ਗਿਆ, ਫਿਰ ਜਿੱਦਾਂ ਖੂਹ ਚੋਂ ਪਾਣੀ ਕੱਢੀਦਾ ਨਾ ਤੇ ਨਵਾਂ ਪਾਣੀ ਆਈ ਜਾਂਦਾ ਵਾ। ਉੱਥੇ ਧਰਤੀ ਮਾਤਾ ਦਾ ਕੰਮ ਆ। ਬਿਲਕੁਲ। ਉਹਨੂੰ ਪਾਣੀ ਨੂੰ ਪ੍ਰੋਵਾਈਡ ਕਰਨਾ। ਤੂੰ ਜਿੰਨੀ ਮਰਜ਼ੀ ਟਿੰਡ ਚਲਾ, ਹੁਣ ਜਿੱਦਾਂ ਆਪਾਂ ਮੋਟਰਾਂ ਚਲਾਉਂਦੇ, ਕਿੱਦਾਂ ਪਾਣੀ ਥੱਲੋਂ ਮੰਡ 'ਚ ਤੁਰਿਆ ਆਉਂਦਾ। ਬਿਲਕੁਲ ਸਹੀ ਹੈ। ਇਸੇ ਤਰ੍ਹਾਂ ਜਦੋਂ ਸਾਡੀ ਆਤਮਾ ਦੇ ਨਾਲ ਸਾਡੀ ਦੋਸਤੀ ਹੋ ਜਾਂਦੀ ਆ, ਔਰ ਆਤਮਾ ਦੀ ਦੋਸਤੀ ਕਿੱਥੋਂ ਹੋਊਗੀ? ਗੱਲਾਂ ਨਾਲ ਥੋੜੀ ਹੋਣੀ ਆ। ਤੁਹਾਡੀਆਂ ਹਰਕਤਾਂ, ਤੁਹਾਡੇ ਕਰਮ, ਤੁਸੀਂ ਕੀ ਕਰਦੇ ਫਿਰਦੇ, ਚਿੱਤ 'ਚ ਜੋ ਮਰਜ਼ੀ ਪ੍ਰਗਟ ਹੋ ਗਿਆ, ਤੁਸੀਂ ਕੀ ਕਰ ਰਹੇ ਜੋ? ਉਸ ਲੈਵਲ ਤੇ ਫਿਰ ਆਤਮਾ ਵੇਂਦੀ ਹੈ। ਫਿਰ ਆਤਮਾ ਨੇ ਜਦੋਂ ਤੁਹਾਡੇ ਕਰਮਾਂ ਨੂੰ ਵੇਖਿਆ, ਪਤਾ ਲੱਗ ਗਿਆ ਯਾਰ ਇਹ ਤਾਂ ਬੰਦਾ ਬੜਾ ਵਧੀਆ ਹੈ, ਤੇ ਬੰਦਾ ਯਾਰ ਸਾਹਮਣੇ ਵੇਖ ਕਿੱਦਾਂ ਪੈਸੇ ਪਏ ਨੇ, ਚੁੱਕਦਾ ਨਹੀਂ ਪਿਆ। ਆ ਦੇਖ, ਇੱਥੇ ਰਿਸ਼ਵਤ ਕਰਨ ਦਾ ਕਿੱਡਾ ਵਧੀਆ ਮੌਕਾ, ਅਗਲਾ ਫਸਿਆ ਵਾ, ਲੈ ਲਾ ਪੈਸੇ, ਨਹੀਂ ਲੈਣ ਦਿਆ। ਫਿਰ ਏਦਾਂ ਕਰਕੇ ਆਤਮਾ ਨੂੰ ਨਾ ਤੁਹਾਡੀਆਂ ਹਰਕਤਾਂ ਚੰਗੀਆਂ ਲੱਗਣ ਡੈ ਪੈਂਦੀਆਂ। ਫਿਰ ਆਤਮਾ ਕੀ ਕਰਦੀ ਆ? ਤੁਹਾਨੂੰ ਸੰਗਤ 'ਚ ਲੈ ਕੇ ਜਾਂਦੀ ਹੈ। ਆ ਜਾ, ਤੇਰੇ 'ਚ ਹੁਣ ਯੋਗਤਾ ਹੈਗੀ ਹੈ। ਦੇਖੋ, ਚੰਗਾ ਉਸਤਾਦ ਹੋਵੇ ਨਾ, ਸਭ ਤੋਂ ਪਹਿਲਾਂ ਤੁਹਾਡੀ ਯੋਗਤਾ ਵਹਿੰਦਾ। ਕਿਉਂ? ਉਹਨੂੰ ਪਤਾ ਹੈ ਕਿ ਜੇ ਮੇਰੇ ਕੋਲ ਗਿਆਨ ਹੈਗਾ, ਇਸ ਗਿਆਨ ਨੂੰ ਲੈਣ ਦੇ ਲਾਇਕ ਮੇਰੇ ਕੋਲ ਬਰਤਨ ਹੈਗਾ। ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਸੇ ਲਈ ਤਾਂ ਬਾਣੀ ਕਹਿੰਦੀ ਹੈ, ਸੰਗਤ ਬਿਨਾਂ ਤੁਹਾਨੂੰ, ਤੁਹਾਡੀ ਹੈਸੀਅਤ ਤੋਂ ਬਿਨਾਂ ਤੁਹਾਨੂੰ ਕਿੱਥੋਂ ਸੰਗਤ ਮਿਲ ਜੂਗੀ? ਪਹਿਲਾਂ ਤਾਂ ਜਗ੍ਹਾ ਹੀ ਨਹੀਂ ਹੁੰਦੀ ਨਾ, ਗਿਆਨ ਲੈਣ ਵਾਸਤੇ ਜਗ੍ਹਾ ਹੈ ਕਿ ਨਹੀਂ ਹੈਗੀ ਪਹਿਲਾਂ ਹੀ। ਨਿੱਜਰ ਸਰ, ਰੁਪਈਏ 2 ਬੁੱਚ ਹੋਣ ਤੇ ਆਪਾਂ ਚੱਲ ਜੀ ਬਦਾਮ ਲੈਣ, ਅਗਲੇ ਲੈਣ ਦਿੰਦੇ ਆ 2 ਰੁਪਈਆਂ 'ਚ। ਹਾਂ, ਉਹ ਤਾਂ ਮਹਿੰਗੀ ਵਸਤੂ ਖਰੀਦਣੀ ਆ, ਤੇ ਤੁਹਾਡੇ ਬੁੱਚ ਚਾਹੀਦਾ ਵਾ, ਉਹਨੂੰ ਖਰੀਦਣ ਦੇ ਲਈ ਕੁਛ ਨਾ ਕੁਛ ਤੇ ਚਾਹੀਦੀ ਆ ਉਹਦੀ ਕੀਮਤ। ਸੋ ਇੱਥੇ ਇਹੋ ਗੱਲ ਹੈ, ਆਪਾਂ ਸਮਝੀਏ। ਤੇ ਅਗਲੇ ਬੰਨੇ ਬੋਲੋ ਨਿੱਜਰ ਸਾਹਿਬ। ਗੋਰਖੀ ਸਾਹਿਬ, ਮੈਂ ਨਾ ਜਿੱਦਣ ਆਇਆ ਆ, ਉਸ ਤੋਂ ਅਗਲੇ 2 ਦਿਨ ਮੈਂ ਨਾ ਬਲੱਡ ਟੈਸਟ ਕਰਾਉਣਾ ਸੀਗਾ, ਤੇ ਉੱਥੇ ਮੈਨੂੰ ਨਾ ਭੁੱਖ ਲੱਗੀ, ਤੇ ਮੈਂ ਉੱਥੇ ਉਹ ਛੋਲੇ ਜੇ ਸੀਗੇ ਕਿਸੇ ਕੋਲ, ਤੇ ਮੈਂ ਕਿਹਾ ਵੀ ਆਹ 5 ਰੁਪਏ ਦੇ ਛੋਲੇ ਦੇ ਦੇ। ਕਹਿੰਦਾ ਸਰਦਾਰ ਜੀ ਕਿੱਥੋਂ ਆਏ ਹੋ? ਮੈਂ ਕਿਹਾ ਕੀ ਗੱਲ? ਕਿ ਮੈਂ ਕਿਹਾ ਜਿੰਨੇ ਦੇ, ਕਹਿੰਦੇ 5 ਰੁਪਏ ਦਾ ਕੁਛ ਨਹੀਂ ਮਿਲਦਾ। ਮੈਂ ਕਿਹਾ ਜਿੰਨੇ ਦੇ ਮਿਲਦੇ ਉਹਨੇ ਤੇ ਦੇ ਦੇ ਭਾਈ, ਮੈਨੂੰ ਤਾਂ ਪਤਾ ਨਹੀਂ ਆ, ਅੱਗੇ ਤਾਂ ਮਿਲਦੇ ਸੀ। ਕਹਿੰਦਾ ਉਹ ਗੱਲਾਂ ਗਈਆਂ ਹੁਣ। ਆਹ ਤੇ ਬਦਾਮ 5 ਰੁਪਏ ਦੇ ਬਦਾਮ ਕਿੱਥੋਂ ਦੇਣੇ ਉਹਨੇ? ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਸੋ ਕਿ ਹੁਣ ਇਹਨਾਂ ਲਈ ਯੁੱਗ ਬਦਲ ਗਿਆ। ਉਹ ਜਦੋਂ ਨਿੱਜਰ ਸਾਹਿਬ ਗਏ ਹੋਏ ਆ, 5 ਰੁਪਏ ਵਾਹ ਕੋਈ ਆਈ ਨਾ, ਹੁਣ 5 ਰੁਪਏ ਦੀ ਵੈਲਿਊ ਬੜੀ ਡੀਗ੍ਰੇਡ ਹੋ ਗਈ। ਤੇ ਸਾਡਾ 5 ਰੁਪਏ ਦਾ ਪ੍ਰਸ਼ਾਦ ਵੀ ਨਹੀਂ ਦੇਣੇ ਦਰਬਾਰ ਸਾਹਿਬ, ਹੁਣ 10 ਰੁਪਏ ਦਾ ਕਰ ਦੇਣਾ ਘੱਟੋ ਘੱਟ। ਨਾ ਬਿਲਕੁਲ, ਮੈਂ ਤਾਂ ਗਿਆ ਨਹੀਂ, ਜਾਵਾਂਗੇ ਹੁਣ। ਸੋ ਇਹ ਚੀਜ਼ਾਂ ਜਿਹੜੀਆਂ ਨੇ ਜ਼ਿੰਦਗੀ 'ਚ ਬਦਲਾਅ ਉਹ ਆਉਂਦਾ ਹੈ। ਸੋ ਇਸ ਕਰਕੇ ਆਪਣੀ ਹਮੇਸ਼ਾ ਹੀ ਕੀਮਤ ਬਣਾ ਕੇ ਰੱਖੋ। ਆਪਣੇ ਆਪ ਨੂੰ ਬਹੁਤ ਸਸਤਾ ਨਾ ਵੇਚੋ। ਪਰ ਕਈ ਵਾਰੀ ਬੰਦਾ ਏਡਾ ਕਮਜ਼ੋਰ ਹੋ ਜਾਂਦਾ, ਇੰਨਾ ਨਲਾਇਕ ਹੋ ਜਾਂਦਾ ਨਾ, ਮਾੜੀਆਂ ਚੀਜ਼ਾਂ ਬਦਲੇ ਆਪਣੇ ਆਪ ਨੂੰ ਵੇਚਦਾ। ਇਸ ਕਰਕੇ ਬਾਣੀ ਕਹਿੰਦੀ ਨਾ ਵੇਚ, ਕਿਉਂਕਿ ਤੇਰੇ ਕੋਲ ਜਿਹੜਾ ਹੀਰਾ ਹੈ ਨਾ, ਉਹ ਆਤਮਾ ਹੈ। ਕਿਉਂ ਵੇਚ ਰਿਹਾ ਇਹਨੂੰ? ਉਹ ਤੈਨੂੰ ਨਹੀਂ ਪਤਾ ਲੱਗਦਾ ਇਹ ਚੰਦਨ ਦੀ ਲੱਕੜ ਆ, ਤੂੰ ਇਹਦੇ ਕੋਲੇ ਬਣਾ ਵੇਚੀ ਜਾਂਦੇ ਆ। ਇਹਦੀ ਕੀਮਤ ਹੈ। ਇਹਦੇ ਬਦਲੇ ਤੈਨੂੰ ਪ੍ਰਮਾਤਮਾ ਮਿਲ ਸਕਦਾ ਹੈ। ਇਹਨੂੰ ਕਿਉਂ, ਇਹਨੂੰ ਵਿਚਾਰੀ ਨੂੰ ਤੋੜ ਕੇ ਹਰ ਦਿਨ ਵੇਚਦਾ ਹੈ। ਔਰ ਬੰਦਾ ਬੜਾ ਬੇਸ਼ਰਮ ਹੈ, ਜਦ ਤੱਕ ਮਰਦਾ ਨਹੀਂ ਤਦ ਤੱਕ ਇਹਨੂੰ ਵੇਚਦਾ। ਫਿਰ ਵੇਚਦਾ ਵੀ ਹੈ, ਤੇ ਫਿਰ ਤੁਹਾਨੂੰ ਪਤਾ ਜਿੰਨੀ ਤੁਸੀਂ ਉਹਦੀ ਚੀਜ਼ ਦੀ ਵੈਲਿਊ ਡੀਗ੍ਰੇਡ ਕੀਤੀ ਹੈ, ਤੁਹਾਨੂੰ ਭੋਗੀ ਜੂਨਾਂ 'ਚ ਜਾ ਕੇ ਉਹਨੂੰ ਰਿਕਵਰ ਕਰਨਾ ਪੈਣਾ। ਬਿਲਕੁਲ ਸਹੀ ਹੈ ਜੀ, ਬਿਲਕੁਲ। ਤੁਸੀਂ ਬੈਂਕ 'ਚ ਨਹੀਂ ਵੇਖਿਆ, ਬੈਂਕ 'ਚ ਲੋਨ ਮਿਲਦਾ ਨਾ, ਅਗਲੇ ਕਹਿੰਦੇ ਆ ਜਾਓ ਬਈ, ਕਿੱਦਾਂ ਤੁਹਾਨੂੰ ਕੋਲਡ ਡਰਿੰਕ ਉਹ ਪਿਆ ਕੇ ਬੈਠੋ, ਆਹ ਲਓ ਜੀ ਲੋਨ ਲਿਆਓ, ਕਰੋ ਸਾਈਨ ਕਰੀ ਜਾਓ। ਫਿਰ ਕਹਿੰਦੇ ਚਲੋ ਲਓ ਪੈਸੇ ਤੇ ਨਜ਼ਾਰੇ ਲਓ। ਫਿਰ ਕਿਸ਼ਤਾਂ ਲਿਖੇ ਹੁੰਦੇ, ਬਰੀਕ ਲਿਖਿਆ ਹੁੰਦਾ ਵੀ ਕੋਈ ਪੜ੍ਹ ਨਾ ਲਏ।
ਇੰਨੇ ਸਾਈਨ ਕਰਾਉਂਦੇ ਤੁਹਾਨੂੰ ਪਤਾ ਨਹੀਂ ਲੱਗਣਾ ਕੀ ਲਿਖਿਆ। A to Z ਚੀਜ਼ ਤੇ ਸਾਈਨ ਕਰਾ, ਫਿਰ ਅਗਲੇ ਕਹਿੰਦੇ ਪਾ ਜਾ ਭਾਈ। ਹੁਣ ਧਰਮਰਾਜ ਵੀ ਹੀ ਕਹਿੰਦਾ ਕਿੱਥੇ ਕਿੱਥੇ ਸਾਈਨ ਕੀਤੇ, ਆ ਜਾ ਚੱਲ ਲਿਆ ਫਾਈਲ ਕੱਢੋ ਇਹਦੀ। ਤੇ ਮੁੜ ਕੇ ਜਦੋਂ ਭੱਜ ਜਾਂਦੇ ਬੰਦੇ, ਫਿਰ ਨਜਰ ਸਾਹਿਬ ਪੁਲਿਸ ਆਉਂਦੀ ਫੰਡ ਰਿਕਵਰੀ ਵਾਸਤੇ। ਬਿਲਕੁਲ ਸਹੀ ਗੱਲ ਹੈ ਜੀ। ਹੁਣ ਦਾ ਤਾਂ ਪਤਾ ਨਹੀਂ, ਉਦੋਂ ਤੇ ਬਥੇਰੀ ਆਉਂਦੀ ਪਿੰਡਾਂ ਪੁੰਡਾਂ ਚ, ਤੇ ਲੋਕੀ ਵਿਚਾਰੇ ਘਰ ਛੱਡ ਕੇ ਭੱਜ ਜਾਂਦੇ ਸੀ। ਸੋ ਏਦਾਂ ਦੀਆਂ ਗੱਲਾਂ ਬਾਤਾਂ ਨੇ। ਏਦਾਂ ਦਾ ਕੰਮ ਨਾ ਕਰੋ ਬਈ ਕਿ ਤੁਹਾਨੂੰ ਜਮਦੂਤ ਲੱਭਦੇ ਫਿਰ ਮੁੜ ਕੇ। ਫਿਰ ਅਗਲੇ ਬੰਨੇ ਬੋਲੋ ਨਜਰ ਸਾਹਿਬ ਜਪੀ ਅੰਮ੍ਰਿਤ ਨਾਮ, ਅਗਲੇ ਬੋਲੋ ਤੁਖ ਜਿਸਨੂੰ ਆਪ ਦਿਆਲ ਤਿਸ ਮਨੇ ਉੱਠਿਆ। ਬਸ ਜਿਹਦੇ ਤੇ ਦਿਆਲ ਹੈ ਮਾਲਕ ਪਰਮਾਤਮਾ, ਉਹ ਆਤਮਾ ਵੱਲ ਨੂੰ ਹੋ ਲੈਂਦਾ ਹੈ ਭਾਈ। ਉਹਨੂੰ ਆਤਮਾ ਦੀ ਖਿੱਚ ਪੈਦਾ ਹੋ ਜਾਂਦੀ ਹੈ, ਸੱਚ ਦੇ ਨਾਲ ਜੁੜ ਜਾਂਦਾ ਹੈ। ਤੇ ਪਾਈਨ ਸਭੇ ਨਿਧਾਨ ਸਾਹਿਬ ਟੁੱਟਿਆ, ਆਤਮ ਦਰਸ਼ਨ ਦੇ ਨਾਲ ਸਾਰੇ ਖਜ਼ਾਨੇ ਲੱਭ ਜਾਂਦੇ ਆ ਭਾਈ। ਇਸ ਤਰ੍ਹਾਂ ਉਹ ਸਾਹਿਬ ਟੁੱਟ ਜਾਂਦਾ ਹੈ, ਮਾਲਕ ਪਰਮਾਤਮਾ ਪਰਮਾਤਮਾ ਵੀ ਟੁੱਟ ਜਾਂਦੀ ਹੈ। ਹਾਂਜੀ ਵੀਰ ਜੀ। ਇੱਕ ਗੱਲ ਯਾਦ ਰੱਖਿਓ ਸਾਧ ਸੰਗਤ ਜੀ, ਸਭ ਤੋਂ ਕੰਮ ਦੀ ਗੱਲ ਆ ਤੁਕ ਦੇ ਵਿੱਚ ਆਈ ਜੋ। ਜਦੋਂ ਪਰਮਾਤਮਾ ਦਿਆਲ ਹੋ ਜਾਂਦਾ ਹੈ ਨਾ, ਤੇ ਤੁਹਾਡੇ ਜੀਵਨ ਚ ਕਿੱਦਾਂ ਪਤਾ ਲੱਗੂ ਪਰਮਾਤਮਾ ਦਿਆਲ ਹੋ ਗਿਆ? ਤੁਸੀਂ ਸੱਚ ਨੂੰ ਖਰੀਦਣਾ ਸ਼ੁਰੂ ਕਰ ਦੋਗੇ। ਉਦੋਂ ਨੂੰ ਪਤਾ ਲੱਗੂਗਾ ਕਿ ਹਾਂ ਬਈ ਇਹ ਪਰਮਾਤਮਾ ਦਿਆਲ ਹੋ ਗਿਆ, ਮੈਂ ਸੱਚ ਨੂੰ ਖਰੀਦਣ ਡਿਆ ਪਿਆ। ਮੈਂ ਤੇ ਹੈ ਹੀ ਬੜਾ ਕਮਜ਼ੋਰ ਸਾਂ। ਚਰਨਜੀਤ ਇੱਕ ਨੰਬਰ ਦਾ ਨਲਾਇਕ ਬੰਦਾ ਸੀ, ਜੋ ਝੂਠ, ਜੋ ਮਾੜੀਆਂ ਚੀਜ਼ਾਂ, ਜੋ ਨਿੰਦਿਆ ਚੁਗਲੀ, ਲੀਰ ਖਾ, ਪਤਾ ਨਹੀਂ ਕੀ ਕੁਝ ਕਰ ਰਿਹਾ ਸੀ। ਇਹ ਚੰਗੀਆਂ ਚੀਜ਼ਾਂ ਕਿੱਥੋਂ ਖਰੀਦ ਲਈਆਂ? ਦਇਆ, ਸੰਤੋਖ, ਸੱਤ ਹੈ ਇਹ ਕਿੱਥੋਂ ਆ ਗਿਆ? ਔਰ ਜਿੱਦਾਂ ਤੁਸੀਂ ਖਰੀਦਣਾ ਸ਼ੁਰੂ ਕਰਤਾ ਨਾ, ਚੈਲੰਜ ਇਹ ਬਾਣੀ ਕਹਿ ਰਹੀ ਹੈ, ਪਰਮਾਤਮਾ ਤੇ ਤੁਹਾਡੇ ਤੇ ਮਿਹਰ ਕਰਦੀ ਹੈ, ਤੁਹਾਡੀ ਸੁਣੀ ਗਈ ਹੈ। ਅਨੰਤ ਜਨਮਾਂ ਤੋਂ ਪਤਾ ਨਹੀਂ ਕੀ ਖਰੀਦ ਲਿਆ ਤੁਸੀਂ, ਅੱਜ ਹੁਣ ਤੇ ਚੰਗੀ ਕੀ ਖਰੀਦਣ ਡੇ ਭੇਜੋ। ਬਿਲਕੁਲ ਇਹ ਨਿਸ਼ਾਨੀ ਇਹਦੀ ਕਿ ਪਰਮਾਤਮਾ ਨੇ ਤੁਹਾਡੇ ਤੇ ਆਸ਼ੀਰਵਾਦ ਰੱਖਿਆ। ਫਿਰ ਮੋਢੇ ਮਾਢੇ ਲੱਗ ਜਾਣ, ਪ੍ਰਵਾਹ ਨਾ ਕਰਿਓ। ਫਿਰ ਇਹ ਨਾ ਹੋਏ ਕਿ ਨਹੀਂ ਯਾਰ ਬਸ ਮੈਂ ਥੱਕ ਗਿਆ, ਮੈਂ ਇਹ ਹੋ ਗਿਆ, ਬਹਾਨੇ ਬੁਨੇ ਮਾਰ ਕੇ ਭੱਜਿਓ ਨਾ। ਫਿਰ ਬਾਣੀ ਫਿਰ ਕਹਿੰਦੀ ਆ, ਖਾਲਸਾ ਜੋ ਕਰੇ ਨਿਤ ਜੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਬਿਲਕੁਲ ਸਹੀ ਗੱਲ ਹੈ। ਹਾਂ ਫਿਰ ਦੂਜੇ ਬੰਨੇ ਹੋਰ ਤੋਖ ਆਉਂਦੀ ਜੋ, ਖੰਡਿਓ ਤਿੱਖੀ ਵਾਲੋਂ ਨਿੱਕੀ ਇਹ ਮਾਰਗ ਹਾਂ ਹੈ ਇਹ ਮਾਰਗ ਜਾਣਾ ਚੱਲਣਾ। ਹਾਂ ਏਦਾਂ ਦਾ ਮਰ ਗਿਆ ਉੱਥੇ ਤੁਹਾਡੀ ਇਮਤਿਹਾਨ ਹੋਣਾ ਵਾ। ਅਗਲਾ ਰਾਹ ਹੀ ਨਹੀਂ ਹੈਗਾ ਤੇ ਸੱਚ ਤੇ ਚੱਲਣਾ, ਸੱਚ ਤੇ ਫਿਰ ਖੰਡੇ ਤਿੱਖੀ ਧਾਰਿਆ। ਫਿਰ ਪ੍ਰਵਾਹ ਨਾ ਕਰਿਓ, ਜੋ ਮਰਜ਼ੀ ਹੋ ਜੇ, ਜਾਂ ਹੰਨੇ ਜਾਂ ਬੰਨੇ। ਇਹ ਗੁਰੂਆਂ ਨੂੰ ਨਹੀਂ ਦਿਖਿਆ ਹੀ, ਇਹ ਛੋਟੇ ਛੋਟੇ ਬੱਚੇ ਹੀ ਉਹ ਕਹਿੰਦੇ ਦੋ ਜੀ ਤੁਹਾਨੂੰ ਹੀ ਰਾਜ ਭਾਗ ਦਿੰਦੇ, ਸਾਡੀਆਂ ਕੁੜੀਆਂ ਨਾਲ ਵਿਆਹ ਕਰ ਲਓ। ਉਹ ਕਹਿੰਦੇ ਨਾ, ਅਸੀਂ ਨਹੀਂ ਝੂਠ ਬੋਲਣਾ, ਅਸੀਂ ਜਿਸਨ ਛੱਡੇਗਾ ਵੀ ਤੇ ਅਸੀਂ ਫਿਰ ਜਾਵਾਂਗੇ ਵਾਪਸ, ਫੌਜਾਂ ਤਿਆਰ ਕਰਾਂਗੇ, ਤੇਰੇ ਤੇ ਅਟੈਕ ਕਰਾਂਗੇ। ਆਪ ਜਸਟ ਸੋਚੋ, ਉਹਨਾਂ ਨੇ ਅੱਗੇ ਆਤਮਾ ਨੂੰ ਰੱਖਿਆ ਹੋਇਆ, ਕਿੰਨਾ ਸਟੈਪ ਬੈਕ ਕਰ ਦੇਣ ਯਾਰ। ਬਿਲਕੁਲ ਸਹੀ ਹੈ ਜੀ। ਹਾਂ ਇਹ ਕਾਫੀ ਮਹਿੰਗੀ ਗੇਮ ਹੈ, ਇਸ ਕਰਕੇ ਕੋਈ ਵਿਰਲਾ ਹੀ ਇਹਨੂੰ ਤੁਰਦਾ ਵਾ, ਜ਼ਿਆਦਾ ਭੀੜ ਦਾ ਵਿਸ਼ਾ ਨਹੀਂ ਹੈਗਾ। ਇਸੇ ਲਈ ਬਾਣੀ ਕਹਿੰਦੀ ਕੋਟਨ ਮੇ ਏਕ, ਔਰ ਕੋਟਨ ਮੇ ਏਕ ਦਾ ਮਤਲਬ ਇਹੋ ਹੀ ਹੈ ਕਿ ਕੋਈ ਬੰਦਾ ਤੁਰਨ ਨੂੰ ਤਿਆਰ ਹੀ ਨਹੀਂ ਹੈ। ਗੱਲਾਂ ਹੀ ਗੱਲਾਂ, ਕੇਵਲ ਗੱਲਾਂ। ਗੁਰਦੁਆਰੇ ਜਾਂਦੇ, ਮੱਥਾ ਟੇਕਦੇ, ਪ੍ਰਸ਼ਾਦ ਖਾਂਦੇ ਆ, ਉੱਥੇ ਝਾੜੂ ਪੋਚਾ ਮਾਰਿਆ, ਬਸ ਠੀਕ ਹੈ। ਬਹੁਤੀ ਗੱਲ ਬਾਹਰੀ ਜਿਹੜਾ ਆਊਟਫਿਟ ਕਾਸਟਿਊਮ ਹੈਗੇ ਉਹ ਚੇਂਜ ਕਰ ਲੈਂਦਾ ਬੰਦਾ, ਕੋਈ ਹਿੰਦੂ ਬਣ ਜਾਂਦਾ, ਕੋਈ ਸਿੱਖ, ਕੋਈ ਮੁਸਲਮਾਨ ਤੇ ਕੋਈ ਈਸਾਈ, ਪਰ ਅੰਦਰੋਂ ਕੋਈ ਵੀ ਨਹੀਂ ਬਦਲਣ ਨੂੰ ਤਿਆਰ, ਕੋਈ ਰੈਡੀ ਨਹੀਂ ਹੈ। ਚਲੋ ਲੋਕ ਕੀ ਕਰਦੇ ਆ, ਇਟ ਡਜ਼ਨਟ ਮੈਟਰ। ਆਪਾਂ ਕੀ ਕਰਦੇ ਆ, ਇਟ ਇਜ਼ ਅ ਬਿਗ ਮੈਟਰ। ਮੈਂ ਤੁਹਾਡਾ ਤੇ ਨਹੀਂ ਕੁਝ ਕਹਿ ਸਕਦਾ, ਪਰ ਮੈਂ ਜੋ ਆਪਣੇ ਲਈ ਕਰ ਰਿਹਾ, ਜੋ ਮੈਂ ਕਰ ਰਿਹਾ, ਮੇਰੇ ਲਈ ਬਹੁਤ ਮੈਟਰ ਕਰਦਾ ਹੈ। ਕੋਈ ਅੱਖ ਕਿ ਵੀ ਚਮਕਾਂ ਤੇ ਕੋਈ ਗਲਤੀ ਦੀ ਗੁੰਜਾਇਸ਼ ਨਾ ਹੋਵੇ। ਕੋਸ਼ਿਸ਼ ਤੇ ਏਦਾਂ ਦੀ ਹੈ, ਕੁਦਰਤੀ ਤੌਰ ਤੇ ਆਤਮਾ ਤੁਹਾਨੂੰ ਝੁਕਣ ਨਹੀਂ ਦੇਗੀ, ਨਹੀਂ ਝੁਕਣ ਦੇਗੀ, ਤੁਹਾਡੇ ਮੋਢੇ ਨਹੀਂ ਲੱਗਣ ਦਿੰਦੀ। ਫਿਕਰ ਨਾ ਕਰੋ, ਨਾ ਤੁਹਾਡਾ ਕੰਮ ਰੁਕਣਾ ਕੋਈ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਇਹ ਗਰੰਟੀ ਮੈਂ ਲਿਖ ਕੇ ਦਿੰਦਾ। ਜ਼ਿੰਦਗੀ 'ਚ ਗੱਲ ਯਾਦ ਰੱਖਿਓ, ਪ੍ਰਕਿਰਤੀ ਤੁਹਾਡੇ ਤੇ ਨਜ਼ਰ ਕੱਢ ਕੇ ਬੈਠੀ ਆ, ਭੱਜ ਨਾ ਜਾਇਓ। ਆਖਰ ਤੱਕ ਤੁਹਾਡਾ ਇੰਤਜ਼ਾਰ ਕਰਦੀ ਵੇਂਦੀ ਰਹਿੰਦੀ ਕਿ ਤੂੰ ਕੀ ਕਰ ਰਿਹਾ। ਜਦੋਂ ਸਾਰੇ ਰਸਤੇ ਬੰਦ ਹੋ ਗਏ, ਪ੍ਰਕਿਰਤੀ ਨੇ ਰਸਤਾ ਖੋਲ ਦੇਣਾ ਹੈ ਉਸੇ ਟਾਈਮ। ਤੁਸੀਂ ਉਹਨੂੰ ਕਹੋ, ਮੈਨੂੰ ਮੇਰਾ ਰਿਜ਼ਕ ਦਿਓ, ਮੇਰੀ ਕਮਾਈ ਦਿਓ, ਮੇਰੀ ਨੇਕ ਕਮਾਈ ਦਿਓ। ਮੈਂ ਉਹੀ ਕਮਾਈ ਕਰਨਾ ਚਾਹੁੰਦਾ। ਮੈਂ ਇੱਕ ਚੰਗੀ ਪਤਨੀ ਬਣਾਂਗਾ, ਮੈਂ ਇੱਕ ਚੰਗਾ ਪਤੀ ਬਣਾਂਗਾ, ਮੈਂ ਇੱਕ ਚੰਗਾ ਬੱਚਾ ਬਣਾਂਗਾ, ਮੈਂ ਚੰਗੇ ਮਾਂ ਬਾਪ ਬਣਾਂਗਾ, ਮੈਂ ਚੰਗਾ ਨੌਕਰ ਬਣਾਂਗਾ। ਜਿੱਥੇ ਵੀ ਜੌਬ ਕਰਦੇ ਜੋ ਉਹ ਕੋ ਡਿਮਾਂਡ ਕਰੋ, ਜੇ ਮੇਰੇ ਅੰਦਰ ਮਾੜੀ ਚੀਜ਼ ਹੈਗੀ ਆ ਅਰਦਾਸ ਕਰੋ, ਮੇਰੇ ਪਿਤਾ ਮੇਰੇ ਅੰਦਰ ਇਹ ਬੁਰਾਈ ਹੈਗੀ ਆ, ਮੇਰੇ ਤੋਂ ਨਹੀਂ ਖਤਮ ਹੋ ਰਹੀ। ਤੁਸੀਂ ਕਰ ਵੀ ਨਹੀਂ ਸਕਦੇ, ਨਾ ਮੈਂ ਕਰ ਸਕਦਾ, ਇਹ ਕੇਵਲ ਪਰਮਾਤਮਾ ਖਤਮ ਕਰ ਸਕਦਾ, ਕਿਉਂਕਿ ਮਾਇਆ ਉਹਦੀ ਆ। ਔਰ ਉਹਦੀ ਮਾਇਆ ਦੇ ਵਿੱਚ ਜੋ ਵੀ ਹੋਏਗਾ ਉਹਦੀ ਇਜਾਜ਼ਤ ਤੋਂ ਬਿਨਾਂ ਨਹੀਂ ਹੋਏਗਾ।
ਪਰ ਜੇ ਤੁਸੀਂ ਕਾਮ ਮੰਗਿਆ ਤੁਹਾਨੂੰ ਮਿਲ ਜਾਣਾ ਜੇ, ਕ੍ਰੋਧ ਮੰਗਿਆ ਤੇ ਤੁਹਾਨੂੰ ਮਿਲ ਜਾਣਾ ਜੇ, ਲੋਭ ਮੋਹ ਹੰਕਾਰ। ਪਰ ਆਪਾਂ ਸੱਚ ਨਹੀਂ ਮੰਗਦੇ, ਇਸੇ ਕਰਕੇ ਨਹੀਂ ਮਿਲ ਰਿਹਾ। ਜਿੱਦਣ ਆਪਾਂ ਸੱਚ ਮੰਗ ਲਿਆ, ਆਟੋਮੈਟਿਕ ਜਿਹੜੇ ਪੰਜੇ ਭੂਤ ਹੈਗੇ ਆ ਇਹ ਤੁਹਾਡੇ ਤੋਂ ਅਲੱਗ ਹੋ ਜਾਣਗੇ। ਤੁਸੀਂ ਆਤਮਾ ਦੇ ਰੂਪ ਚ ਪ੍ਰਗਟ ਹੋ ਜਾਓਗੇ, ਸੱਚ ਹੋ ਜਾਓਗੇ, ਨਿਰੰਜਨ ਹੋ ਜਾਓਗੇ। ਇਹੋ ਬਾਣੀ ਕਹਿ ਰਹੀ ਆ ਕਿ ਯੂ ਹੈਵ ਟੂ ਆਸਕ। ਬਹੁਤ ਜਨਮ ਵਿਛੜੇ ਥੇ ਮਾਧੋ, ਕਈ ਅਨੰਤ ਜਨਮਾਂ ਤੋਂ ਮੈਂ ਇਹ ਡਿਮਾਂਡ ਨਹੀਂ ਕੀਤੀ, ਇਸੇ ਕਰਕੇ ਸਪਲਾਈ ਨਹੀਂ ਹੋ ਰਹੀ। ਵਿਜੇ ਸਾਹਿਬ ਹੋਰ ਗੱਲ ਕੀ ਹੈ? ਬਿਲਕੁਲ। ਔਰ ਬਿਨਾਂ ਡਿਮਾਂਡ ਦੇ ਤੇ ਤੁਸੀਂ ਕਿਸੇ ਨੂੰ ਇੱਕ ਘੁੱਟ ਪਾਣੀ ਨਹੀਂ ਪਿਆ ਸਕਦੇ, ਤੇ ਆਤਮਾ ਦਾ ਗਿਆਨ ਤੇ ਬੜੀ ਵੱਡੀ ਗੱਲ ਹੈ। ਉਹ ਕਿੱਥੋਂ ਕਰਾ ਦੋਗੇ ਕਿਸੇ ਨੂੰ? ਜਿਹੜਾ ਆਖਰੀ ਤੁਕ ਬੋਲਦੇ ਨੇ ਸਾਹਿਬ, ਆਖਰੀ ਤਾਂ ਇਹੀ ਹੈ ਵੀ ਪਾਈਨ ਸਭੇ ਨਿਧਾਨ ਸਾਹਿਬ ਤੁਠਿਆ। ਕਹਿੰਦੇ ਬਸ ਮਾਲਕ ਖੁਸ਼ ਹੋ ਗਿਆ, ਆਤਮ ਤੀਰਥ ਤੇ ਇਸ਼ਨਾਨ, ਆਤਮ ਤੀਰਥ ਤੇ ਵੱਲ ਨੂੰ ਤੁਰ ਪਿਆ ਤੂੰ, ਤੇ ਬਸ ਸਾਰੇ ਨਿਦਾਨ ਸਾਰਾ ਕੁਝ ਦੁਨੀਆ ਦਾ ਰਹਿ ਕੀ ਜਾਊਗਾ ਭਾਈ। ਜਦ ਮਾਲਕ ਸਾਹਿਬ ਤੇਰੇ ਕੋਲ ਆ ਗਿਆ, ਦੁਨੀਆ ਦਾ ਕ੍ਰੀਏਟਰ ਆ ਗਿਆ, ਤੇ ਫਿਰ ਬਾਕੀ ਕੀ ਰਹਿ ਗਿਆ ਭਾਈ? ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਸਹੀ ਹੈ ਜੀ। ਉਹ ਜਦੋਂ ਆ ਗਿਆ ਤੇ ਬਾਕੀ ਕੁਝ ਵੀ ਨਹੀਂ ਰਹਿ ਗਿਆ। ਬਾਕੀ ਨਾ ਵੀ ਮਿਲੇ ਤੇ ਆਪਾਂ ਕੀ ਕਰਨਾ, ਕੋਈ ਫਰਕ ਨਹੀਂ ਪੈਂਦਾ ਜੇ, ਕੋਈ ਕਿਤੇ ਨਹੀਂ ਭੱਜ ਚੱਲਿਆ। ਇਹ ਦੁਨੀਆ ਜਿਹੜੀ ਨਾ ਇਹ ਗੋਲ ਘੁੰਮ ਰਹੀ ਹੈ। ਜਿੱਥੇ ਕੋਈ ਮਰਜ਼ੀ ਘੁੰਮ ਕੇ ਆ ਜੇ, ਆਪਾਂ ਉੱਥੇ ਘੁੰਮ ਰਹੇ ਆ। ਆਪਾਂ ਕਿਤੇ ਸਿੱਧੀ ਯਾਤਰਾ ਥੋੜੀ ਹੈਗੀ ਹੈ। ਧਰਤੀ ਵੀ ਗੋਲ ਆ, ਇਹ ਦੁਨੀਆ ਵੀ ਗੋਲ ਹੀ ਘੁੰਮ ਰਹੀ ਹੈ। ਇਸ ਕਰਕੇ ਜੀਵਨ ਦੇ ਵਿੱਚ ਕੋਸ਼ਿਸ਼ ਕਰੋ ਉੱਚਾ ਹੋਣ ਦੀ। ਉੱਚਾ ਹੋ ਨਹੀਂ ਹੋਇਆ ਜਾਂਦਾ ਤੇ ਰੱਬ ਨੂੰ ਕਹੋ ਕਿ ਮੈਂ ਉੱਚਾ ਹੋਣਾ ਚਾਹੁੰਦਾ, ਮੈਨੂੰ ਇੰਨੀ ਹਿੰਮਤ ਬਖਸ਼ ਮੇਰੇ ਪਿਤਾ, ਮੈਂ ਸੱਚ ਨੂੰ ਖਰੀਦ ਲਾਂ। ਮੈਨੂੰ ਇੰਨੀ, ਮੇਰੀ ਔਕਾਤ ਵਧਾ ਦੇ। ਮੇਰੀ ਔਕਾਤ ਨਹੀਂ ਹੈ ਬੰਦੇ ਦੀ, ਇਸ ਲਈ ਤੇ ਝੂਠ ਖਰੀਦ ਰਿਹਾ। ਏਦਾਂ ਕੋਈ ਵੱਡੀ ਦੁਕਾਨ ਤੇ ਜਾਈਏ, ਨਿਜਰ ਸਾਹਿਬ, ਹੀਰਾ ਖਰੀਦਣਾ ਹੋਵੇ ਤੇ ਆਮ ਬੰਦਾ ਉਹਦੀ ਔਕਾਤ ਥੋੜੀ ਵਿਚਾਰੇ ਦੀ ਉੱਥੇ ਜਾ ਕੇ ਹੀਰਾ ਖਰੀਦ ਲਿਆ ਨਾ, ਲੱਖਾਂ ਰੁਪਈਆਂ ਦੀਆਂ ਗੱਲਾਂ। ਹਾਂ ਬਿਲਕੁਲ, ਨਾਮ ਵੀ ਇਸ ਤਰ੍ਹਾਂ ਹੀ ਹੈ, ਨਾਮ ਵੀ ਤਾਂ ਇੰਨੇ ਕੀਮਤੀ ਹੈ। ਤਾਂ ਕਿ ਉਹ ਕਹਿੰਦੇ ਕਰੋੜਾਂ ਚ ਕਦਾ ਜਾਂਦਾ ਸ਼ੋਰੂਮ ਚ, ਰੱਬ ਦੇ ਸ਼ੋਰੂਮ ਚ ਵੜਦਾ ਹੀ ਕੋਈ ਨਹੀਂ, ਉੱਥੇ ਤੇ ਜਾਂਦਾ ਕੋਈ ਨਹੀਂ, ਮੂੰਹ ਨਹੀਂ ਕਰਦਾ ਉਹਨੂੰ, ਮਹਿੰਗੀ ਚੀਜ਼ ਹੈ ਕਿਹੜਾ ਖਰੀਦੇ। ਬਿਲਕੁਲ। ਉੱਥੇ ਤੇ ਭਾਈ ਬਾਣੀ ਕਹਿੰਦੀ ਹੈ ਕਿ ਫਿਰ ਖੰਡਿਆ ਤੇ ਕੀ ਹੈ ਤੇ ਵਾਲੋਂ ਨਹੀਂ ਕੀ। ਓਕੇ, ਪ੍ਰਮਾਤਮਾ ਦੇ ਗੜੀ ਅਰਦਾਸ ਕਰੋ ਜੀ ਸਾਡੇ ਅੰਦਰ ਹੀ ਹਿੰਮਤ ਆਵੇ, ਅਸੀਂ ਉਹ ਹੀਰਾ ਖਰੀਦੀਏ, ਨਾਮ ਰੂਪੀ ਰਤਨ, ਉਸ ਨੂੰ ਖਰੀਦ ਕੇ ਫਿਰ ਉਹਨੂੰ ਖਰੀਦਾਂਗੇ। ਫਿਰ ਜਦੋਂ ਅਸੀਂ ਸੰਸਾਰ ਤੋਂ ਜਾਵਾਂਗੇ, ਮੈਂ ਆਪਣੇ ਰਸਤੇ ਜਾਣਾ, ਤੁਸੀਂ ਆਪਣੇ, ਕਿਉਂਕਿ ਸਾਰਿਆਂ ਦੇ ਰਸਤੇ ਅਲੱਗ ਨੇ, ਆਪਾਂ ਆਏ ਵੀ ਅਲੱਗ-ਅਲੱਗ। ਫਿਰ ਉਹ ਨਾਮ ਸਾਡੇ ਨਾਲ ਜਾਵੇ ਤੇ ਫਿਰ ਪ੍ਰਮਾਤਮਾ ਖੁਸ਼ ਹੋਵੇ। ਫਿਰ ਕਹਿੰਦੇ ਆ ਕਿ ਸਫਲ ਉਹਨਾਂ ਦਾ ਜੀਣਾ ਸਫਲ ਹੋ ਗਿਆ। ਸਫਲ ਪਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਸਫਲ ਹੋ ਗਈ ਯਾਤਰਾ, ਗੁਰੂ ਕਹਿ ਰਹੇ ਨੇ। ਪਰ ਬਹੁਤ ਘੱਟ ਲੋਕ ਨੇ ਜਿਹੜੇ ਵਿਚਾਰੇ ਸਫਲ ਹੋ ਕੇ ਜਾਂਦੇ ਨੇ, ਜ਼ਿਆਦਾ ਵਿਚਾਰੇ ਏਦਾਂ ਹੀ ਚੱਲ ਜਾਂਦੇ ਆ। ਪਰ ਜ਼ਿੰਦਗੀ ਚ ਖਪਦੇ ਹੀ ਰਹਿੰਦੇ ਸਾਰੀ ਜ਼ਿੰਦਗੀ। ਬੜੀ ਭੱਜ ਦੌੜ ਕਰਦਾ ਬੰਦਾ, ਆਖਰ ਚ ਨਾ ਰੇਤਾ ਨਹੀਂ ਹੁੰਦੀ, ਰੇਤਾ ਤੁਸੀਂ ਰੇਤਾ ਨੂੰ ਫੜ ਕੇ ਨਾ ਕਿਤੇ ਧਾਰ ਪਾਣੀ ਦੀ ਪਾਈਪ ਤੇ ਗਾੜੀ ਉੱਥੇ ਕਰਕੇ ਵੇਖੋ ਮੁੱਠੀ, ਏਦਾਂ ਤੁਹਾਡੇ ਹੱਥਾਂ ਚ ਨਿਕਲ ਜਾਣੀ ਆ। ਬਿਲਕੁਲ, ਜ਼ਿੰਦਗੀ ਲੰਘ ਜਾਂਦੀ ਹੈ। ਬਿਲਕੁਲ। ਔਰ ਜਿਹੜੇ ਤੁਹਾਡੇ ਲਾਗੇ ਬੰਦੇ ਦੇਖਦੇ ਇਹ ਵੀ ਏਦਾਂ ਨਿਕਲ ਜਾਣੇ ਆ। ਰੇਤਾ ਤੁਸੀਂ ਘੁੱਟਣਾ ਵਾ ਕਿ ਸ਼ਾਇਦ ਇਹ ਜਵਾਨੀ ਰੁਕ ਜੇ, ਉਹ ਵੀ ਗਈ, ਦੰਦ ਇਹ ਵੀ ਗਏ, ਵਾਲ ਚਿੱਟੇ ਹੋ ਗਏ। ਇੱਕ ਮੈਨੂੰ ਮੇਰੇ ਫੋਨ ਕਰਦਾ, ਕਹਿੰਦਾ ਸਰ ਕੋਈ ਏਦਾਂ ਦੀ ਟ੍ਰੀਟਮੈਂਟ ਹੈਗੀ ਆ ਜੇ ਵਾਲ ਕਾਲੇ ਹੋ ਜਾਣ ਪਰਮਾਨੈਂਟਲੀ ਪੱਕੇ? ਮੈਂ ਨਹੀਂ, ਮੈਂ ਭਰਾਵਾ ਨਹੀਂ ਹੈਗੇ ਤੇ ਨਕਲੀ ਮਿਲਦੀ, ਮੈਂ ਉਹ ਪਰਮਾਨੈਂਟ ਹੀ, ਉਹ ਲਾ ਲਾ ਸਿਰ ਚ। ਮੈਂ ਇਹ ਤੇ ਪ੍ਰਕਿਰਤੀ ਦਾ ਨਿਯਮ ਹੈ। ਇਹ ਤੇ ਪ੍ਰਕਿਰਤੀ ਨੇ ਏਦਾਂ ਸਾਨੂੰ ਬਣਾਇਆ, ਸਾਨੂੰ ਸਮਝਾਇਆ ਕਿ ਅਲਾਰਮ ਵੱਜਦੇ ਨੇ, ਤੇਰੇ ਦੰਦਾਂ ਚ ਨੁਕਸ, ਤੇਰੀਆਂ ਲੱਤਾਂ ਬਾਹਾਂ ਚ ਨੁਕਸ, ਤੇਰੀ ਚਮੜੀ ਢਿੱਲੀ ਹੁੰਦੀ ਹੈ, ਕਿ ਤੈਨੂੰ ਕੇਵਲ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਸ਼ਿਸ਼ ਕਰ। ਹਰ ਦਿਨ ਤੂੰ ਸ਼ੀਸ਼ਾ ਦੇਖਦਾ ਹੈ, ਤੈਨੂੰ ਪਤਾ ਹੈ ਨਾ ਤੂੰ ਜਾ ਰਿਹਾ ਹੈ ਸੰਸਾਰ ਤੋਂ, ਸਮਾਂ ਲੱਗ ਕੇ ਆ ਰਿਹਾ, ਤੂੰ ਕੀ ਕਰ ਰਿਹਾ? ਪਰ ਬੰਦਾ ਕਹਿੰਦਾ ਛੱਡੋ ਖੜਾ, ਮਿੱਟੀ ਪਾਓ, ਇਹ ਸ਼ੀਸ਼ਾ ਹੀ ਸਹੀ ਨਹੀਂ ਹੈ, ਘੱਟ ਵੇਖੋ। ਹੋਰ ਤਰ੍ਹਾਂ ਬੰਦਾ ਆਪਣੇ ਆਪ ਨੂੰ ਉਲਝਾਉਂਦਾ ਹੈ। ਸੋ ਪ੍ਰਕਿਰਤੀ ਦਾ ਨਿਯਮ ਹੈ, ਇਸ ਸੰਸਾਰ ਤੇ ਆਪਾਂ ਆਏ ਹਾਂ। ਅੱਜ ਤੇ ਮੈਂ ਇੱਥੇ ਬੋਲ ਰਹੀ ਹਾਂ, ਕੱਲ ਨੂੰ ਮੈਂ ਚੱਲ ਜਾਣਾ। ਪਰ ਮੈਂ ਜਿੱਦਣ ਵੀ ਜਾਵਾਂ, ਮੇਰੀ ਇਹੋ ਹੀ ਇੱਛਾ ਹੈ ਕਿ ਮੇਰੇ ਕੋਲ ਨਾਮ ਹੋਵੇ। ਮੈਂ ਵਿਕਾ ਨਾ, ਮੈਂ ਵਿਕਾ ਨਾ, ਮੈਂ ਖਰੀਦਣ ਦਾ ਦਾਰ, ਮੈਂ ਖਰੀਦਾਂ। ਮਾਇਆ ਮੈਨੂੰ ਮੁੱਲ ਨਾ ਲਵੇ, ਮੈਂ ਸੱਚ ਨੂੰ ਖਰੀਦਾਂ। ਇੰਨਾ ਫਰਕ ਹੈ ਨਿਜਰ ਸਾਹਿਬ ਸਾਡੇ ਬਿਜ਼ਨਸ ਚ। ਬਿਲਕੁਲ। ਇੱਕ ਤੇ ਮਾਇਆ ਤੁਹਾਨੂੰ ਖਰੀਦ ਰਹੀ ਹੈ,
ਇੱਕ ਤਰਫ ਤੁਸੀਂ ਸੱਚ ਨੂੰ ਖਰੀਦਦੇ ਜੋ, ਇੰਨਾ ਫਰਕ ਆ। ਹੁਣ ਤੁਸੀਂ ਦੇਖੋ ਕੀ ਕਰ ਰਹੇ ਜੋ, ਤੁਹਾਨੂੰ ਕੋਈ ਖਰੀਦ ਰਿਹਾ ਜਾਂ ਤੁਸੀਂ ਕੁਝ ਖਰੀਦ ਰਹੇ ਜੋ, ਇਹ ਫਰਕ ਆ ਬਸ। ਇਹੋ ਬ੍ਰਹਮ ਗਿਆਨੀ ਹੋਣ ਦਾ ਨਿਯਮ ਹੈ। ਹਾਂ, ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ। ਹਾਂ, ਪਰ ਬੰਦਾ ਬੜਾ ਬੇਸ਼ਰਮ ਆ, ਹਰ ਦਿਨ ਆਪਣੇ ਆਪ ਨੂੰ ਵੇਚੀ ਜਾਂਦਾ। ਮਾਇਆ ਆਉਂਦੀ ਹੈ, ਕਹਿੰਦੀ ਹੈ ਕੀ ਲੈਣਾ ਹੈ ਉਹ ਆਤਮਾ ਦਾ? ਉਹ ਕੁਛ ਨਹੀਂ ਜੀ, 500 ਰੁਪਏ ਦੇ ਦੋ, ਆ ਲਓ ਜੀ, ਲਿਖ ਦੋ 500 ਰੁਪਏ ਤੁਹਾਡਾ ਕੰਮ ਹੁੰਦਾ ਬਸ। ਉਹ ਹੱਸਦੀ ਹੈ, ਉਹ ਹੱਸਦੀ ਮਾਇਆ, ਕਿੱਡਾ ਬੇਵਕੂਫ ਜੇ 500 ਰੁਪਏ ਬਦਲੇ ਮੈਨੂੰ ਵੇਚਦਾ ਨੇ। ਔਰ ਦਿਹਾੜੀ ਦੇ ਦਿੰਦੇ ਆ ਆਪਾਂ, ਦਿਹਾੜੀ ਦੇ ਦਿੰਦੇ ਆ ਇਸ ਤਰ੍ਹਾਂ ਹੀ ਦਿਹਾੜੀ ਦੇ ਦਿੰਦੇ, 24 ਘੰਟੇ ਚਲੇ ਜਾਂਦੇ ਆਪਣੇ। ਫਿਰ ਮਾਇਆ ਫੇਰ ਆਉਂਦੀ ਹੈ, ਚਰਨਜੀਤ ਥੋੜਾ ਝੂਠ ਬੋਲਦੇ, ਇੱਥੇ ਸਾਈਨ ਕਰ ਦੇ, ਰੁਪਈਆ ਲੱਖ ਮਿਲ ਜੂਗਾ। ਬੋਲੋ ਕਿਹੜੀ ਗੱਲ ਹੈ, ਮੈਂ ਤੇ 20 ਜਲਦ ਕਰ ਦਾਂਗਾ। ਕਹਿੰਦੀ ਮੂਰਖਾ, ਓਏ ਤੂੰ ਨਾਮ ਹੀ ਵੇਚਦਾ ਹੀ, ਆਤਮਾ ਵੇਚ ਰਿਹਾ ਰੋਜ਼ ਦਿਹਾੜੀ 10-10, 20-20 5-5 ਕਰਕੇ। ਫਿਰ ਇੱਕ ਦਿਨ ਬੜੀ ਸਵਾਹ ਦੀ ਢੇਰੀ ਇਕੱਠੀ ਹੋ ਜਾਂਦੀ। ਫਿਰ ਮਾਇਆ ਕਹਿੰਦੀ ਮੂਰਖਾ ਕੀ ਖਰੀਦਿਆ ਈ? ਆ ਵੇਖਦਾ ਮੇਰੇ ਵਰਗਾ ਤੇ ਮੈਂ ਬੜੇ ਪਾਟ ਬਣਾਏ, ਮੇਰੇ ਕੋਲ ਇੰਨੀਆਂ ਫਲਾਨੀਆਂ ਗੱਡੀਆਂ, ਮੇਰੇ ਧੀਆਂ ਪੁੱਤ। ਉਹ ਕਹਿੰਦੀ ਪੁੱਤ ਵੇਖ, ਹੁਣ ਤੂੰ ਬਿਮਾਰ ਹੋ ਗਿਆ, ਤੇਰੇ ਲਾਗੇ ਕੋਈ ਲੱਗੇ ਹੀ ਨਹੀਂ। ਕੀ ਕੀਤਾ ਈ? ਤੂੰ ਮੈਨੂੰ ਹੀ ਖਰੀਦਦਾ ਰਿਹਾ, ਤੈਨੂੰ ਤੇ ਮੈਂ ਰੌਲਾ ਪਾਉਂਦੀ ਰਹੀ ਆ ਕਿ ਲਾਗੇ ਬੰਨੇ ਵੇਖ ਲੈ ਜਿਨ੍ਹਾਂ ਨੇ ਖਰੀਦੀ ਉਹਨਾਂ ਦੇ ਹਾਲਾਤ ਵੇਖ, ਤੈਨੂੰ ਅਕਲ ਨਹੀਂ ਆਈ? ਕੀ ਕੀਤਾ ਈ ਤੂੰ? ਹੁਣ ਮੇਰੇ ਹੱਥ ਕੁਛ ਨਹੀਂ ਹੈਗਾ, ਕਿਉਂਕਿ ਤੂੰ ਜੋ ਕੀਤਾ ਉਹ ਤੂੰ ਖੁਦ ਬੀਜਿਆ। ਖੇਤ ਸਰੀਰ ਜੋ ਬੀਜਿਆ ਸਵੰਤ ਖਲੋਇਆ ਹੈ। ਬਿਲਕੁਲ ਤੂੰ ਖਰੀਦ, ਹਾਂ ਤੂੰ ਬੀਜਿਆ ਪੁੱਤ, ਇਹਨੇ ਤੈਨੂੰ ਵੱਢਣੀ ਪੈਣੀ ਫਸਲ। ਬੜੀ ਗਲਤ ਜਗ੍ਹਾ 'ਚ ਬੀਜ ਬੈਠਾ। ਅੱਛਾ, ਬੜੀ ਗਲਤ। ਗੋਰਕੀ ਸਾਹਿਬ, ਇਹਦੇ ਵਿੱਚ ਨਾ ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜੀਏ, ਕਹਿੰਦੇ ਤੇਰੀ ਮਰਜ਼ੀ ਆ, ਹਾਲੇ ਬੀਜ ਤੇਰੇ ਕੋਲ ਆ, ਜੋ ਵੀ ਬੀਜਣਾ ਬੀਜ ਲਾ, ਅਖੀਰ ਉਹ ਹੀ ਵੱਢਣਾ ਪੈਣਾ। ਬਾਣੀ ਤੇ ਕਹਿੰਦੀ ਹੈ ਬੀਜ ਦੇ, ਪਰ ਬੰਦਾ ਬੀਜਦਾ ਵੀ ਨਹੀਂ ਨਾ। ਬੰਦਾ ਕਹਿੰਦਾ ਨਹੀਂ, ਮੈਂ ਕਿਉਂ ਬੀਜਾਂ, ਮੈਂ ਫਲਾਨੀ ਚੀਜ਼ ਬੀਜੂ, ਕਾਮ ਬੀਜੂ, ਕ੍ਰੋਧ, ਲੋਭ, ਮੋਹ, ਹੰਕਾਰ ਬੀਜਦਾ ਹੈ। ਤੇ ਫਿਰ ਬਾਣੀ ਕਹਿੰਦੀ ਬੀਜੇ ਇੱਕ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ। ਹਾਂ, ਇਹ ਕਿਹੜਾ ਨਿਆਓ? ਅੱਜ ਇੱਕ ਬਾਬੇ ਨੇ ਪੋਸਟ ਪਾਈ ਹੈ, ਤੇ ਉਹ ਪਤਾ ਨੀ ਕਿਹਨੇ ਪੋਸਟ ਪਾਈ, ਬੜੇ ਲੋਕ ਔਖੇ ਆ। ਉਹ ਕਹਿੰਦਾ ਹੈ ਕਿ ਬਾਬਾ ਜੀ ਅਰਦਾਸ ਕਰਨ ਕਿ ਸਵਰਗਵਾਸੀ ਹੋ ਜਾਣ, ਉੱਥੇ ਪ੍ਰਮਾਤਮਾ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੋ ਇਹਨਾਂ ਨੂੰ। ਤੇ ਕਹਿੰਦੇ ਨਹੀਂ ਜੀ, ਬਾਬਾ ਜੀ ਅਰਦਾਸ ਕਰਨਗੇ ਤੇ ਏਦਾਂ ਕੋਈ ਸਵਰਗ 'ਚ ਨਹੀਂ ਜਾ ਸਕਦਾ। ਉੱਥੇ ਬੰਦੇ ਦੀਆਂ ਆਪਣੀਆਂ ਜੋ ਉਹਦੀਆਂ ਕਿਰਿਆਵਾਂ ਨੇ, ਜੋ ਨੇ ਕੰਮ ਕੀਤੇ ਨੇ, ਕਿੱਦਾਂ ਦਾ ਜੀਵਨ ਬਤੀਤ ਕੀਤਾ ਹੈ, ਇਹ ਗੱਲ ਉਹਦੇ ਤੇ ਨਿਰਧਾਰਿਤ ਹੋਣੀ ਹੈ। ਦੇਖੋ ਲੋਕ ਬੜੇ ਔਖੇ ਆ, ਲੋਕੀ ਕਹਿੰਦੇ ਨਹੀਂ ਤੁਹਾਨੂੰ ਜ਼ਿਆਦਾ ਪਤਾ ਹੈ, ਐ ਦੇਖੋ ਅਰਦਾਸ ਕਰਨਗੇ ਬਾਬਾ ਜੀ। ਉਹ ਜਰਾ ਕਹਿੰਦਾ ਮੈਂ ਹੁਣ ਕੀ ਕਰਾਂ, ਪਰ ਇਹ ਸੱਚ ਹੈ। ਹਾਂ ਗੋਰਖੀ ਸਾਹਿਬ, ਸਵੇਰੇ ਬੰਦਾ ਮਰ ਗਿਆ, ਮੂੰਹ ਦੇ ਵਿੱਚੋਂ ਦਾਰੂ ਦੀ ਬੋ ਆ ਰਹੀ ਹੈ, ਤੇ ਉਹ ਕੀਰਤਨ ਹੋ ਰਿਹਾ ਹੈ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਦਰਗਾਹ ਤੇ ਉਹਨੇ ਸਵਾਰ ਤੇ ਲਿਆ, ਅਗਲੇ ਨੇ ਸਾਰੀ ਜ਼ਿੰਦਗੀ ਜਨਮੀ ਤੇ ਸਵਾਰਿਆ ਉਹਨੇ। ਬਥੇਰੇ ਸਵਾਰ ਰਿਹਾ ਹੋਣਾ। ਅਰਦਾਸ ਮਾਤਾ ਏਦਾਂ ਹੀ ਆ। ਹੁਣ ਸੰਗਤ ਮਾੜੀ ਜੀ, ਉਹ ਤੇ ਮਾੜਾ ਜਿਹਾ ਲਾਉਣਾ ਪੈਂਦਾ ਮਸਾਲਾ, ਕਿਉਂਕਿ ਲੋਹਾ ਗਰਮ ਆ। ਬਿਲਕੁਲ ਸਹੀ ਹੈ ਜੀ, ਬਹੁਤ। ਮਨ ਤੇ ਸੱਟ ਜਦੋਂ ਵੱਜ ਗਏ ਨਾ ਮਾਤਾ, ਪਤਾ ਲੱਗਦਾ ਕਿਦੋਂ ਸੱਟ ਵੱਜ ਜਾਣੀ ਹੈ। ਇੱਕ ਗਰਮ ਲੋਹਾ ਹੋਵੇ ਤੇ ਕੰਮ ਹੋ ਜਾਂਦਾ। ਮਨ ਨੂੰ ਸਮਝਾਉਣਾ ਹੈ ਸਾਧ ਸੰਗਤ ਜੀ, ਮਨ ਤੁਹਾਡਾ ਔਰ ਤੁਸੀਂ ਸਮਝਾਉਣਾ ਹੈ। ਹਮੇਸ਼ਾ ਇਹਨੂੰ ਮਰਿਆਦਾ 'ਚ ਰੱਖੋ। ਅੱਜ ਦੀ ਜੋ ਬਾਣੀ ਆਪਾਂ ਪੜ੍ਹੀ ਹੈ, ਇੱਥੇ ਮੈਂ ਸਮਰਾਈਜ਼ ਕਰਦਾ ਜੋ ਬਾਣੀ ਦੇ ਵਿੱਚ ਆਖਿਆ। ਉਹ ਕਹਿੰਦੇ ਨੇ ਕਿ ਜੇ ਤੂੰ ਪ੍ਰਮਾਤਮਾ ਨੂੰ ਮੰਗ ਲਿਆ ਤੇ ਤੇਰਾ ਜੀਵਨ ਸੁਖੀ ਹੋ ਜਾਏਗਾ। ਜੇ ਤੂੰ ਨਹੀਂ ਮੰਗਦਾ ਪ੍ਰਮਾਤਮਾ ਨੂੰ, ਆਤਮਾ ਨੂੰ ਛੱਡ ਕੇ, ਤੇ ਤੇਰੇ ਜੀਵਨ 'ਚ ਧਰਮ ਨਹੀਂ ਆਵੇਗਾ। ਉੱਪਰ ਲਿਖਿਆ ਕਰਮ ਧਰਮ ਨਹੀਂ ਆਉਣਗੇ ਤੇਰੇ ਜ਼ਿੰਦਗੀ 'ਚ, ਕਰਮ ਨਹੀਂ ਤੇਰੇ ਸਹੀ ਹੋਣਗੇ। ਤੈਨੂੰ ਧਰਮ ਦੇ ਬਾਰੇ ਨਹੀਂ ਪਤਾ ਲੱਗ। ਇਸ ਕਰਕੇ ਜ਼ਿੰਦਗੀ 'ਚ ਮਾਇਆ ਦਾ ਸੰਗ ਨਹੀਂ ਕਰਨਾ, ਮਾਇਆ ਦਾ ਇਸਤੇਮਾਲ ਕਰੋ। ਇਹ ਸੰਸਾਰ ਹੈ, ਜਿਹਦੀ ਵਰਤੋਂ ਕਰਨੀ ਆ, ਇਹਦੀ ਦੁਰਵਰਤੋਂ ਨਹੀਂ ਕਰਨੀ। ਠੀਕ ਹੈ, ਅੱਜ ਦੇ ਵਿਚਾਰ ਇੱਥੇ ਸਮਾਪਤ। ਹਾਂਜੀ ਸੌਰੀ ਤੁਹਾਡਾ ਅੱਜ ਹਾਂਜੀ ਵੀਰ ਜੀ, ਅਰਦਾਸ ਕਰ ਦਿਓ। ਬੇਟਾ ਨਾ ਉਹਦੀ ਇੰਟਰਵਿਊ ਆ ਅੱਜ ਹੀ ਹੈ, ਤੇ ਕੱਲ ਨੂੰ ਵੀ 4 ਇੰਟਰਵਿਊ ਅੱਜ ਨੇ ਤੇ 4 ਕੱਲ ਨੂੰ ਨੇ। ਤੇ ਪ੍ਰਮਾਤਮਾ ਮਾਲਕ ਉਹਦੀ ਮਿਹਨਤ ਨੂੰ ਫਲ ਲਾਉਣ। ਜ਼ਰੂਰ। ਜੇ ਉਹ ਪਾਸ ਹੋ ਜਾਣ ਤੇ ਉਹਨਾਂ ਨੂੰ ਕਹਿਣਾ ਭਗਤੀ ਕਰਿਓ। ਠੀਕ ਹੈ ਜੀ। ਠੀਕ ਹੈ। ਹਾਂ, ਇਹ ਤੁਸੀਂ ਵਾਅਦਾ ਕੀਤਾ। ਠੀਕ ਹੈ, ਅਰਦਾਸ ਉਹਦਾ ਕਰਦੇ ਨਹੀਂ ਆ, ਬਟ ਅਸੀਂ ਉਹਦੀ ਅਰਦਾਸ ਕਰਦੇ ਹਾਂ ਜਿਹੜਾ ਵਾਅਦਾ ਕਰਦਾ। ਠੀਕ ਹੈ ਜੀ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ਼ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਮੇਰੇ ਪਿਤਾ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਮੇਰੇ ਪਿਤਾ ਉਦਮ ਬਖਸ਼ਣਾ, ਤਾਂ ਜੋ ਅਸੀਂ ਇਸੇ ਤਰ੍ਹਾਂ ਇਸ ਲੜੀਵਾਰ ਕਥਾ ਨੂੰ ਜਾਰੀ ਰੱਖ ਸਕੀਏ। ਸਾਨੂੰ ਦੇਨ ਰੋਗਤਾ ਬਖਸ਼ੋ ਮੇਰੇ ਮਾਲਿਕ। ਸਰੀਰ ਦੇ ਵਿੱਚ ਕਈ ਕਸ਼ਟ ਨੇ, ਇਹ ਜਿੰਨੇ ਵੀ ਆਪਾਂ ਸੁਣ ਰਹੇ ਹਾਂ ਆਪ ਜਾਣੀ ਜਾਣ ਜੋ ਸਾਨੂੰ ਹਮੇਸ਼ਾ ਆਪਣੇ ਚਰਨਾਂ 'ਚ ਲਾ ਕੇ ਰੱਖਣਾ ਹੈ। ਸਾਨੂੰ ਉਦਮ ਬਖਸ਼ਣਾ ਹੈ ਕਿ ਤਾਂ ਜੋ ਅਸੀਂ ਇਹ ਸੰਗਤ ਕਰਦੇ ਰਹੀਏ ਮੇਰੇ ਮਾਲਿਕ। ਅਸੀਂ ਇਹ ਖਾਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦੇ ਹਾਂ। ਔਰ ਜਿਹੜਾ ਕਾਰਜ ਤੁਹਾਡੇ ਅਸ਼ੀਰਵਾਦ ਨਾਲ ਹੀ ਸ਼ੁਰੂ ਕੀਤਾ ਹੈ ਮੇਰੇ ਪਿਤਾ, ਸਾਨੂੰ ਉਸ ਮੰਜ਼ਿਲ ਤੱਕ ਜ਼ਰੂਰ ਪਹੁੰਚਾਓ। ਸਾਡੀ ਦਿਲੋਂ ਅਰਦਾਸ ਹੈ, ਇਹੋ ਹੀ ਚਾਹੁੰਦੇ ਹਾਂ ਕਿ ਤੇਰੇ ਚਰਨਾਂ ਦੇ ਵਿੱਚ ਸਾਡੇ ਪ੍ਰਾਣ ਨਿਕਲਣ ਤੇ ਸਾਡਾ ਜੀਵਨ ਸਫਲ ਹੋ ਜਾਏ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਜੀ ਇੱਕ ਅਰਦਾਸ ਹੈ ਤੇ ਬੱਚੇ ਲਈ ਅਰਦਾਸ ਕਰਾ ਰਹੇ ਨੇ। ਉਹ ਕਹਿੰਦੇ ਨੇ ਕਿ ਉਹਨਾਂ ਦਾ ਜੀਵਨ ਦਾ ਇੱਕ ਇਮਤਿਹਾਨ ਹੈ, ਕੋਈ ਨੌਕਰੀ ਦੇ ਲਈ ਉਹ ਚਾਹੁੰਦੇ ਨੇ ਅਰਦਾਸ ਕਰਾਉਣੀ। ਆਪ ਜਾਣੀ ਜਾਣ ਜੋ ਬੱਚੇ ਦੀ ਸ਼ੁਭ ਇੱਛਾ ਪੂਰੀ ਕਰੋ, ਤਾਂ ਜੋ ਇਹ ਨੌਕਰੀ ਪ੍ਰਾਪਤ ਕਰਕੇ ਇੱਕ ਧਰਮ ਦਾ ਜੀਵਨ ਬਤੀਤ ਕਰੇ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ